सारी अवस्था ਨੂੰ ਤਸਦੀਕ ਕਰ ਦੇਗੀ ਬਾਣੀ। ਕਿਉਂਕਿ ਬਾਣੀ ਦੇਖੋ ਜਦੋਂ ਵੀ ਗੁਰੂ ਕੋਈ ਬਾਣੀ ਉਚਾਰਨ ਕਰਦੇ ਇਹਨਾਂ ਦੇ ਉਹਦੇ ਪਿੱਛੇ ਰੀਜਨ ਹੁੰਦਾ ਔਰ ਉਹ ਖਾਸ ਕਰਕੇ ਮੌਕੇ ਦੇ ਹਾਲਾਤਾਂ ਦੇ ਅਨੁਸਾਰ ਜਿਹੜੀ ਬਾਣੀ ਦਾ ਉਚਾਰਨ ਕੀਤਾ ਜਾਂਦਾ ਹੈ। ਔਰ ਆਨੰਦ ਸਾਹਿਬ ਜੀ ਦੀ ਬਾਣੀ ਹੈ ਨਾ ਉਹ ਜਦੋਂ ਜੀਵ ਰੂਪੀ ਇਸਤਰੀ ਦਾ ਜਦੋਂ ਪੁਰਸ਼ ਰੂਪੀ ਪਰਮਾਤਮਾ ਦੇ ਨਾਲ ਮਿਲਣ ਹੁੰਦਾ ਹੈ ਜਿਹਨੂੰ ਬ੍ਰਹਮ ਕਹਿੰਦੇ ਹਾਂ ਆਪਾਂ, ਤੇ ਉਸ ਅਵਸਥਾ ਦੇ ਬਾਰੇ ਉਹਨਾਂ ਨੇ ਬੜਾ ਖੁੱਲ੍ਹ ਕੇ ਸਮਝਾਇਆ ਹੈ ਔਰ ਤੁਹਾਨੂੰ ਕਾਫੀ ਜ਼ਿਆਦਾ ਜਾਣਕਾਰੀ ਮਿਲੂਗੀ ਇਸ ਬਾਣੀ ਦੇ ਵਿੱਚੋਂ। ਔਰ ਕਿਉਂਕਿ ਬਾਣੀ ਦੇ ਵਿੱਚ ਸਾਨੂੰ ਇਤਿਹਾਸ ਦਾ ਵੀ ਪਤਾ ਲੱਗਦਾ ਹੈ, ਕਰਮਕਾਂਡਾਂ ਦਾ ਵੀ ਪਤਾ ਲੱਗਦਾ ਹੈ ਔਰ ਸਾਨੂੰ ਆਪਣੀ ਜਿਹੜੀ ਬਣ ਚੁੱਕੀ ਅਵਸਥਾ ਹੈ ਉਹਦੇ ਬਾਰੇ ਵੀ ਪਤਾ ਲੱਗਦਾ ਹੈ। ਔਰ ਅਨਿਚੇ ਸਾਹਿਬ ਜੀ ਬਹੁਤ ਵਧੀਆ। ਹਾਂਜੀ, ਕਿੰਨੇ ਨੰਬਰ ਅੰਕ ਤੇ? 917। आज तक गिल साहब भी आ गए जी। अच्छा, बहुत बधाई जी, बधाई हो। 900 कितने? 917। ठीक है। हाँ जी वीर जी, संगत जी, वाहिगुरू जी खालसा वाहिगुरू जी की फतेह जी। आनंद पे आ मेरी माए सतगुरु मैं पाया। थैंक यू जी, धन्यवाद जी, धन्यवाद। निजर साहब। हाँ जी, हाँ जी। एक मिनट मैं ਉਹਦੇ ਬਾਰੇ ਥੋੜਾ ਜਿਹਾ ਦੱਸਣਾ ਜੀ। ਜਿਹੜੇ ਆਪਾਂ ਸਵਈਏ ਕਰ ਚੁੱਕੇ ਹਾਂ ਜੀ। हाँ जी, हाँ जी, जरूर जी, जरूर। ਉਹ ਸਵਈਏ ਚ ਵੀਰ ਜੀ ਤੁਸੀਂ ਜਿਹੜੇ ਅਲੰਕਾਰ ਬਾਰੇ ਦੱਸਿਆ ਔਰ ਸ਼ਿੰਗਾਰ ਵਾਸਤੇ ਦੱਸਿਆ ਜੀ, ਜਿਹੜੇ ਬਾਣੀ ਨੂੰ ਸ਼ੁਰੂ ਕੀਤੇ ਆ ਜੀ। हाँ जी, हाँ जी। ਇਹ ਮਸਕੀਨ ਜੀ ਇੱਕ ਵਾਰੀ ਜ਼ਿਕਰ ਕਰਦੇ ਸੀਗੇ ਜੀ। ਉਹ ਕਹਿੰਦੇ ਅਸੀਂ ਉਹ ਸ਼ਾਂਤੀ ਨਿਕੇਤਨ ਯੂਨੀਵਰਸਿਟੀ ਆ ਜਿਹੜੀ ਉਹ ਦੇਖਣ ਗਏ ਸੀ, ਤੇ ਉੱਥੇ ਦੇਖਦੇ ਦੇਖਦੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਉਹਦਾ ਮਤਲਬ ਕਲਾਸ ਚੱਲ ਰਹੀ ਸੀਗੀ ਜੀ। ਹਾਂਜੀ। ਤੇ ਉਹਨਾਂ ਨੇ ਦੇਖ ਕੇ ਕਿਹਾ ਵੀ ਆਹ ਬਾਣੀ ਤਾਂ ਗੁਰੂ ਗੋਬਿੰਦ ਸਿੰਘ ਜੀ ਹੈ, ਕਿੱਥੇ? ਉਹ ਕਹਿੰਦੇ ਇਹਦੇ ਵਿੱਚ ਜਿਹੜੇ ਆ ਅਲੰਕਾਰ ਸ਼ਿੰਗਾਰ ਲੱਗੇ ਹੋਏ ਆ ਨਾ ਜੀ, ਹਾਂਜੀ ਹਾਂਜੀ, ਤਿੰਨ ਤਿੰਨ ਅੱਖਰ ਇਕੱਠੇ, ਹਾਂਜੀ ਹਾਂਜੀ, ਚਾਰ ਚਾਰ, ਇਹਦੇ ਗੁਰੂ ਗੋਬਿੰਦ ਸਿੰਘ ਜੀ ਜਨਮਦਾਤਾ ਸਨ ਜੀ। ਵੀ ਇਦੋਂ ਪਹਿਲਾਂ ਇਹ ਕਵਿਤਾ ਇਸ ਤਰ੍ਹਾਂ ਦੀ ਨਹੀਂ ਹੁੰਦੀ ਸੀਗੀ। ਇਹ ਗੁਰੂ ਗੋਬਿੰਦ ਸਿੰਘ ਜੀ ਮਤਲਬ ਜਨਮਦਾਤਾ ਸੀਗੇ ਜੀ। ਉਹਨਾਂ ਨੇ ਸ਼ੁਰੂ ਕੀਤੀ ਸੀ ਜੀ ਆਪਣੀ ਬਾਣੀ ਦਾ। ਤੇ ਬਸ ਮੈਂ ਤਾਂ ਇਹ ਜਾਣਕਾਰੀ ਦਿੱਤੀ ਸੀ, ਪਰ ਆਪਣੇ ਸਿੱਖਾਂ ਨੂੰ ਤਾਂ ਇਹਦੇ ਬਾਰੇ ਕੁਛ ਵੀ ਨਹੀਂ ਪਤਾ ਹੈ ਜੀ। ਬਾਣੀ ਵੀ ਨਹੀਂ ਪੜ੍ਹਦੇ ਗੁਰੂ ਗੋਬਿੰਦ ਸਿੰਘ ਜੀ। ਬਸ ਇਹੀ ਸੀਗਾ ਜੀ। ਹਾਂਜੀ ਹਾਂਜੀ। ਇਹ ਵੀਰ ਜੀ ਰਹੀਮ ਜੀ ਤੇ ਵੀ ਹੈਗੀ ਆ। ਰਹੀਮ ਜੀ ਦੇ ਦੋਹੇ ਆਉਂਦੇ ਜਿੱਥੇ ਜਿਸ ਤਰ੍ਹਾਂ ਆਉਂਦਾ ਹੈ ਕਿ ਉਹ ਕਨਕ ਕਨਕ ਤੇ 100 ਗੁਣੀ ਮਾਦਿਕਤਾ ਅਧਿਕਾਏ, ਉਹ ਖਾਏ ਬੋਰਾਏ ਨਰ ਇਹ ਪਾਏ ਬੋਰਾਏ। ਇੱਥੇ ਹੁਣ ਜਿਹੜਾ ਹੈਗਾ ਯਮਕ ਅਲੰਕਾਰ ਹੈਗਾ ਕਨਕ। ਹਾਂਜੀ ਹਾਂਜੀ, ਔਰ ਰਹੀਮ ਜੀ ਵੀ 9 ਰਤਨਾਂ ਵਿੱਚੋਂ ਇੱਕ ਸੀਗੇ। ਹਾਂਜੀ ਹਾਂਜੀ ਹਾਂਜੀ। ਪਰ ਉਹ ਮਸਕੀਨ ਜੀ ਨੇ ਇਸ ਤਰ੍ਹਾਂ ਦੱਸਿਆ ਸੀਗਾ ਜੀ। ਬਿਲਕੁਲ। ਤੇ ਜਾਂ ਉਹ ਭਾਸ਼ਾ ਦੂਸਰੀ ਹੋ ਗਈ ਜਾਂ ਕਿਸ ਤਰ੍ਹਾਂ ਇਹਦੇ ਵਿੱਚ ਜਿਹੜਾ ਹੈ ਨਾ, ਇਹਨਾਂ ਨੇ ਬਹੁਤ ਹੀ ਜ਼ਿਆਦਾ ਜਿਹੜੇ ਨਾ ਸਾਰੇ ਤੇ ਸਾਰੇ ਹੀ ਇੱਕ ਲਾਈਨ ਦੇ ਅੱਖਰ ਸਾਰੇ ਦੇ ਸਾਰੇ ਜਿਹੜੇ ਹੈ ਇੱਕੋ ਅੱਖਰ ਤੋਂ ਸ਼ੁਰੂ ਹੁੰਦੇ ਆ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਤਾਂ ਮਤਲਬ ਜਿਹੜਾ ਹੈਗਾ ਇੱਕਦਮ ਤਹਿਲਕਾ ਜਿਹੜਾ ਹੈ ਜਿਸ ਤਰ੍ਹਾਂ ਬਈ ਬਹੁਤ ਹੀ ਜ਼ਿਆਦਾ ਸ਼ਿੰਗਾਰ ਦਿੱਤਾ ਸੀਗਾ, ਬਹੁਤ ਜ਼ਿਆਦਾ ਉਹਨਾਂ ਦੀ ਬਾਣੀ ਦੇ ਵਿੱਚ ਤਾਂ ਬਹੁਤ ਇੰਨੀ ਮਤਲਬ ਜਿਹੜੀ ਹੈਗੀ ਰਵਿੰਦਰਨਾਥ ਟੈਗੋਰ ਜਿਹੜੇ ਜੁਸੀਲੀ ਬਾਣੀ ਆ ਨਾ ਜੀ ਇਹਨਾਂ ਦੀ, ਬਹੁਤ ਹੀ ਜ਼ਿਆਦਾ ਭਾਸ਼ਾ ਤੇ ਸਵਈਏ ਵੀ ਸਾਰੇ ਕੋਟ ਤਰੰਗ ਕਰੰਗ ਸੇ ਕੋ ਗਾਉਣ ਕੇ ਗਾਉਣ ਕੋ ਜਾਤ ਨਵਾਰੇ ਜੀ। ਜਿਸ ਤਰ੍ਹਾਂ ਮਤਲਬ ਘੋੜੇ ਦੀ ਟੱਪ ਟੱਪ ਤੇ ਹਾਥੀ ਚਿੰਗਾਰਾ ਮਾਰਦੇ ਆ ਨਾ ਜੀ, ਤੇ ਇਸ ਤਰ੍ਹਾਂ ਸਿੱਖਾਂ ਨੂੰ ਐ ਤੇ ਉਹਨਾਂ ਦੇ ਮਨ ਮਤਲਬ ਨੱਚਣ ਲਾ ਦਿੰਦੇ ਸੀਗੇ ਲੜਾਈ ਵਾਸਤੇ। ਹਾਂਜੀ। ਤੇ ਅੱਜ ਆਪਾਂ ਆਨੰਦ ਸਾਹਿਬ ਸ਼ੁਰੂ ਕਰਨ ਲੱਗੇ ਹਾਂ ਜੀ। ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਗਾਂ ਚੌਪਈ ਸਾਹਿਬ ਕਰ ਲਈ ਤੁਸੀਂ ਜੀ ਜਾਂ ਕਰਨੇ ਆ ਜੀ? ਉਹ ਨਹੀਂ ਕੀਤੀ ਜੀ। ਅੱਛਾ ਜੀ। ਹਾਂ, ਇਸ ਤੋਂ ਬਾਅਦ ਲੈ ਲਾਂਗੇ ਵੀਰ ਜੀ, ਕੋਈ ਗੱਲ ਨਹੀਂ। ਹਾਂ ਠੀਕ ਆ ਜੀ। ਹਾਂਜੀ ਹਾਂਜੀ। ਹਾਂ ਮਤਲਬ ਚੌਪਈ ਸਾਹਿਬ ਤੇ ਜਾਪ ਸਾਹਿਬ ਬਣ ਗਏ ਇਹਨਾਂ ਦੀ, ਉਹ ਵੀ ਲੈ ਲਾਂਗੇ ਵੀਰ ਜੀ। ਠੀਕ ਆ ਜੀ। ਹਾਂਜੀ ਹਾਂਜੀ।
अंग 917 रामकली महला तीजा आनंद एक ओंकार सतगुर प्रसाद। ये जिहड़ा हैगा ये जिस तरह गोरखी साहब दस रहे आ, ये जिहड़ी हैगी सारी दी सारी यात्रा ਇਹਦੇ ਵਿੱਚ कवर हो जाती है। स्पिरिचुअल जर्नी जिहड़ी है, साधना की जर्नी जिहड़ी हैगी ਇਹਦੇ ਵਿੱਚ पूरी कवर हो जाती है। ਇਹਦੇ ਵਿੱਚ देखो पहला स्टार्टिंग पॉइंट हैगा रामकली महला तीजा आनंद एक ओंकार सतगुर प्रसाद। आनंद भया मेरी माए सतगुरु मैं पाया। ਹੁਣ ਸਟਾਰਟਿੰਗ ਪੁਆਇੰਟ ਦੇ ਵਿੱਚ ਮਹਾਰਾਜ ਕਹਿ ਰਿਹਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਮਿਲ ਗਿਆ, ਮੈਨੂੰ ਆਨੰਦ ਹੋ ਗਿਆ, ਮੇਰਾ ਜੀਵਨ ਜਿਹੜਾ ਹੈਗਾ ਸ਼ਾਂਤੀ ਔਰ ਆਨੰਦ ਦੇ ਨਾਲ ਭਰਪੂਰ ਹੋ ਗਿਆ। ਸਹਿਜ ਅਵਸਥਾ ਆ ਗਈ, ਮੇਰੇ ਅੰਦਰ ਸ਼ਬਦ ਚੱਲਣ ਲੱਗ ਪਏ। ਤੇ ਆਖਰੀ ਦੇ ਵਿੱਚ ਕੀ ਕਹਿ ਰਿਹਾ, ਇਸ ਦਾ ਆਖਰੀ ਜਿਹੜਾ ਹੈਗਾ, ਜੇ ਆਪਾਂ ਇੱਕਦਮ ਆਖਰੀ ਜਿਹੜਾ ਹੈਗਾ ਆਖਰੀ ਦੇ ਵਿੱਚ ਜਿਹੜਾ ਜੇ ਆਖਰੀ ਤੇ ਜਾਈਏ ਪਲੀਜ਼ ਇੱਕ ਵਾਰੀ ਆਖਰੀ ਵੀ ਜਿਹੜਾ ਆਪਾਂ ਹਮੇਸ਼ਾ ਹੀ ਹਰੇਕ ਨੂੰ ਯਾਦ ਆ, ਉੱਥੇ ਕਹਿੰਦੇ ਆ ਉੱਥੇ ਵੀ ਆਪਾਂ ਆਨੰਦ ਹੀ ਪੜ੍ਹ ਜਾਂਦੇ ਆ, ਪਰ ਉੱਥੇ ਆਨੰਦ ਨਹੀਂ ਲਿਖਿਆ ਹੋਇਆ। ਦੇਖੋ ਨਾ ਟਿੱਪੀ ਲੱਗੀ ਹੋਈ ਆ, ਆਨੰਦ ਲਿਖਿਆ ਹੋਇਆ। ਆਨੰਦ ਦੱਦੇ ਨੂੰ ਔਂਕੜ ਲੱਗੀ ਹੋਈ ਆ, ਆਨੰਦ ਲਿਖਿਆ ਹੈ। ਉੱਥੇ ਆਨੰਦ ਭਇਆ ਲਿਖਿਆ ਹੈ, ਇੱਥੇ ਆਨੰਦ ਸੁਣੋ ਲਿਖਿਆ ਹੈ। ਆਨੰਦ ਮਤਲਬ ਸ਼ਾਰਟ ਫਾਰਮ ਹੈ ਅਨਹਦ ਸ਼ਬਦਾਂ ਦਾ। ਆਨੰਦ ਅਨਹਦ ਸੁਣੋ। ਵੱਡ ਭਾਗੀ ਹੋ, ਵੱਡੇ ਭਾਗਾਂ ਵਾਲਿਓ। ਸਗਲ ਮਨੋਰਥ ਪੂਰੇ, ਸਾਰੇ ਮਨੋਰਥ ਪੂਰੇ ਹੋ ਜਾਂਦੇ ਆ। ਸਾਰੇ ਮਨੋਰਥ ਪੂਰੇ ਹੋ ਗਏ ਤੁਹਾਡੇ। ਕੀ ਹੋਇਆ? ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਉੱਥੇ ਕੀ ਲਿਖਿਆ ਸੀਗਾ? ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇੱਥੇ ਕੀ ਲਿਖਿਆ? ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਆ ਯਾਤਰਾ ਪੂਰੀ ਹੋ ਗਈ ਭਾਈ। ਇਹ ਪਾਰ ਬ੍ਰਹਮ ਪਰਮੇਸ਼ਰ ਮਿਲ ਗਿਆ, ਬੂੰਦ ਸਾਗਰ ਦੇ ਵਿੱਚ ਸਮਾ ਗਈ। ਸਮਾਧੀ ਦੀ ਯਾਤਰਾ ਪੂਰੀ ਹੋ ਗਈ। ਹੁਣ ਆਪਾਂ ਵਾਪਸ ਸ਼ੁਰੂ ਤੋਂ ਕਰਦੇ ਹਾਂ ਜੀ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮੈਂ। ਦੇਖੋ ਇੱਕ ਟਿੱਪੀ ਦੇ ਨਾਲ ਦੇਖੋ ਕਿਸ ਤਰ੍ਹਾਂ ਜਿਹੜਾ ਹੈਗਾ ਇਹਦੇ ਅਰਥ ਜਿਹੜੇ ਹੈਗੇ ਬਦਲ ਗਏ ਇੱਕਦਮ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਨਿਸ਼ਾਨੀ ਆ ਵਾਹਿਗੁਰੂ ਦੇ ਪਾਉਣ ਦੀ। ਆਨੰਦ ਆਉਣਾ ਚਾਹੀਦਾ, ਖੇੜਾ ਆਉਣਾ ਚਾਹੀਦਾ, ਸ਼ਾਂਤੀ ਆਉਣੀ ਚਾਹੀਦੀ ਹੈ ਅਭਿਆਸੀ ਦੇ ਅੰਦਰ। ਸਟਾਰਟਿੰਗ ਇੱਥੋਂ ਜਰਨੀ ਸ਼ੁਰੂ ਹੁੰਦੀ ਆ। ਜਿਹੜਾ ਧਿਆਨ ਸਿਮਰਨ ਕਰ ਰਿਹਾ ਆ ਉਹਦੇ ਅੰਦਰ ਆਨੰਦ ਖੇੜਾ ਹੋਣਾ ਲਾਜ਼ਮੀ ਹੈਗਾ। ਨਹੀਂ ਤਾਂ ਭਾਈ ਜਿਹੜਾ ਹੈਗਾ ਉਹ ਕੰਮ ਜਿਹੜਾ ਕਰ ਰਿਹਾ ਆ ਉਹਦੇ ਵਿੱਚ ਕਮੀ ਹੈਗੀ ਆ, ਉਹਦੇ ਵਿੱਚ ਕਮੀ ਹੈਗੀ। ਪਲੀਜ਼ ਸਮਝ ਲੈਣਾ ਇਸ ਗੱਲ ਨੂੰ। ਪਹਿਲੇ ਦਿਨ ਤੋਂ ਜਿਹੜਾ ਹੈਗਾ ਚੇਂਜ ਆਉਣਾ ਲਾਜ਼ਮੀ ਹੈਗਾ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨੇ ਵਜੀਆਂ ਵਧਾਈਆਂ। ਦੇਖ ਲਓ ਭਾਈ, ਜੇ ਸਹਿਜ ਅਵਸਥਾ ਹੋਣੀ ਸ਼ੁਰੂ ਹੋ ਗਈ, ਮਨ ਠਹਿਰਨਾ ਸ਼ੁਰੂ ਹੋ ਗਿਆ, ਸਹਿਜ ਸਮਾਧੀ ਲੱਗਣੀ ਸ਼ੁਰੂ ਹੋ ਗਈ, ਵਿਚਾਰ ਬੰਦ ਹੋਣੇ ਸ਼ੁਰੂ ਹੋ ਗਏ, ਸਤਿਗੁਰੂ ਤਾਂ ਪਾਇਆ। ਨਹੀਂ ਤਾਂ ਸਤਿਗੁਰੂ ਨਹੀਂ ਪਾਇਆ। ਜਿਹੜਾ ਸਹਿਜ ਸਮਾਧੀ ਨਹੀਂ ਲਗਾ ਰਿਹਾ, ਜਿਹੜਾ ਆਪਣੇ ਅੰਦਰ ਦੀ ਯਾਤਰਾ ਨਹੀਂ ਸ਼ੁਰੂ ਕੀਤੀ, ਜਿਹਨੇ ਉਹਨੇ ਕੋਈ ਸਤਿਗੁਰੂ ਨਹੀਂ ਪਾਇਆ। ਭਾਵੇਂ ਜਿਹੜਾ ਪੂਰਾ ਗੁਰੂ ਗ੍ਰੰਥ ਸਾਹਿਬ ਜੋ ਬਾਣੀ ਯਾਦ ਹੋ ਜਾਏ ਉਹਨੂੰ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨੇ ਵਜੀਆਂ ਵਧਾਈਆਂ। ਮਨ ਦੇ ਵਿੱਚ ਵਧਾਈਆਂ ਵੱਜਣ ਲੱਗਣੀਆਂ ਚਾਹੀਦੀਆਂ ਆ। ਮਨ ਦੇ ਵਿੱਚ ਆਟੋਮੈਟਿਕਲੀ ਕੋਈ ਜਿਹੜੀ ਹੈਗੀ ਆ ਕੋਈ ਵਧਾਈ ਦੇ ਸ਼ਬਦ ਸੁਣਨੇ ਚਾਹੀਦੇ ਆ। ਮਹਾਰਾਜ ਜੀ ਕਿਵੇਂ ਦੀਆਂ ਵਧਾਈਆਂ ਹੋਣੀਆਂ ਚਾਹੀਦੀਆਂ ਆ? ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿੰਦੇ ਐਸੇ ਰਾਗ ਰਾਗਣੀਆਂ, ਐਸੇ ਕੀਮਤੀ ਰਾਗ ਰਾਗਣੀਆਂ ਅੰਦਰ ਵੱਜਣੇ ਚਾਹੀਦੇ, ਸ਼ਬਦ ਵੱਜਣੇ ਚਾਹੀਦੇ। ਸ਼ਬਦ ਦੇ ਦਰਦੇ ਨੂੰ ਔਂਕੜ ਨਹੀਂ ਲੱਗੀ, ਮੁਕਤਾ ਹੈਗਾ। ਸ਼ਬਦ ਵੱਜਣੇ ਚਾਹੀਦੇ ਅੰਦਰ। ਕੋਈ ਗਾਉਣ ਵਾਲਾ ਹੋਣਾ ਚਾਹੀਦਾ ਉਹਨਾਂ ਨੂੰ ਅੰਦਰ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਕਾਵੋ ਹਰੀ ਕੇਰਾ,
ਮਨ ਜਿਨੀ ਵਸਾਇਆ। ਕਹਿੰਦੇ ਇਹ ਤਾਂ ਪਰਮਾਤਮਾ ਦੇ ਵੱਲੋਂ ਹੈਗਾ ਭਾਈ, ਹਰੀ ਦਾ ਸ਼ਬਦ ਹੈਗਾ, ਹਰੀ ਦੇ ਸ਼ਬਦ ਹੈਗੇ ਆ। ਇਹਨਾਂ ਨੂੰ ਮਨ ਦੇ ਵਿੱਚ ਜਿਨ੍ਹਾਂ ਨੇ ਵਸਾਇਆ ਉਹਨਾਂ ਦੇ ਅੰਦਰ ਵੱਜਦੇ ਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਕਹਿੰਦੇ ਆਨੰਦ ਹੋਣਾ ਚਾਹੀਦਾ ਹੈ, ਸ਼ਾਂਤੀ ਹੋਣੀ ਚਾਹੀਦੀ ਆ, ਤਾਂ ਜਿਹੜਾ ਹੈਗਾ ਸਹੀ ਗਾਈਡ, ਸਹੀ ਸਤਿਗੁਰੂ, ਸਹੀ ਬ੍ਰਹਮ ਗਿਆਨੀ, ਸਹੀ ਗਿਆਨ ਮਿਲ ਗਿਆ ਭਾਈ। ਜੇ ਧਿਆਨ ਸਿਮਰਨ ਸ਼ੁਰੂ ਕਰ ਦਿੱਤਾ, ਜੇ ਅੰਦਰ ਦੀ ਯਾਤਰਾ ਸ਼ੁਰੂ ਕਰ ਦਿੱਤੀ, ਜੇ ਅੰਦਰ ਸ਼ਬਦ ਵੱਜਣ ਲੱਗ ਪਏ, ਆ ਹੈਗਾ ਭਾਈ ਸਤਿਗੁਰੂ ਦਾ ਪਾਉਣਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਨਿੱਜਰ ਸਾਹਿਬ। ਚਲੋ ਹਾਂਜੀ, ਬਹੁਤ ਵਧੀਆ ਕਥਾ ਹੋਣ ਵਾਲੀ ਹੈ ਅੱਜ ਦੀ, ਕਿਉਂਕਿ ਸਾਰੀ ਅੰਦਰ ਦੀ ਗੱਲ ਹੈ। ਤੇ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ। ਤੇ ਸਭ ਤੋਂ ਪਹਿਲਾਂ ਤੇ ਮੈਂ ਇੱਕ ਤੁਕ ਬੋਲੋ ਨਿੱਜਰ ਸਾਹਿਬ, ਜਿਨੀ ਨਾਮ ਤੇ ਆਇਆ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਾਂ ਹੋਰ ਕੇਤੀ ਛੁੱਟੀ ਨਾਲ, ਦੋ ਜਗ੍ਹਾ ਤੇ ਹੈਗੀ। ਹਾਂਜੀ ਵੀਰ ਜੀ। ਬਿਲਕੁਲ ਬਿਲਕੁਲ ਠੀਕ ਹੈ। ਗੱਲ ਆ ਗਈ ਘਾਲਣ ਵਾਲੀ, ਮਿਹਨਤ। ਮਿਹਨਤ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇੱਕ ਮਿਹਨਤ, ਇੱਕ ਨਿਰੰਤਰਨ ਉਸ ਦਿਸ਼ਾ ਦੇ ਵੱਲ ਗਤੀ ਕਰਨਾ, ਇਹ ਦੋ ਚੀਜ਼ਾਂ ਬੜੀਆਂ ਜ਼ਰੂਰੀ। ਪਰ ਜਿੱਧਰ ਗਤੀ ਕਰਨੀ ਉਹਦਾ ਗਿਆਨ ਵੀ ਹੋਣਾ ਚਾਹੀਦਾ। ਬਿਨਾਂ ਗਿਆਨ ਤੋਂ ਗੱਲ ਨਹੀਂ ਬਣਦੀ। ਮਾਰਗ ਦਾ ਪਤਾ ਹੋਣਾ ਚਾਹੀਦਾ ਹੈ, ਮੰਜ਼ਿਲ ਦਾ ਪਤਾ ਹੋਣਾ ਚਾਹੀਦਾ। ਕਈ ਵਾਰੀ ਬੱਚਾ ਪੜ੍ਹਦਾ ਵੀ ਹੈ, ਬਹੁਤ ਮਿਹਨਤ ਕਰਦਾ, ਡਿਗਰੀ ਵੀ ਲੈ ਲੈਂਦਾ, ਬਾਅਦ ਦੇ ਵਿੱਚ ਉਸ ਡਿਗਰੀ ਤੇ ਨੌਕਰੀ ਨਹੀਂ ਮਿਲਦੀ। ਉਹ ਕਹਿੰਦੇ ਆ ਕਿ ਬਈ ਇਹ ਤੇ ਕਾਲਜ ਮਾਨਤਾ ਪ੍ਰਾਪਤ ਹੀ ਨਹੀਂ ਹੈਗਾ। ਸਾਰੀ ਮਿਹਨਤ, ਸਾਰਾ ਕੁਝ ਖਤਮ ਹੋ ਗਿਆ। ਉਹ ਡਿਗਰੀ ਲੈ ਲੈ ਕੇ ਥਾਂ ਥਾਂ ਘੁੰਮਦਾ, ਪਰ ਨੌਕਰੀ ਨਹੀਂ ਮਿਲਦੀ। ਕਹਿੰਦੇ ਤੇ ਕਾਲਜ ਜਿਹੜਾ ਹੈ ਅਪਰੂਵਡ ਨਹੀਂ ਹੈਗਾ। ਇਸੇ ਹੀ ਤਰ੍ਹਾਂ ਧਰਮ ਦੀ ਯਾਤਰਾ ਬੜੀ ਸੂਖਮ ਹੈ। ਇੱਥੇ ਕਾਲਜ ਦੀ ਡਿਗਰੀ ਚਲ ਗਈ, ਜੇ ਨਹੀਂ ਕੰਮ ਆਈ ਤੇ ਆਪਾਂ ਹੋਰ ਕੰਮ ਕਰ ਲਾਂਗੇ। ਇੱਥੇ ਤੇ ਇੱਕ ਬਹੁਤ ਵੱਡੀ ਗਲਤੀ ਹੈ, ਜੇ ਆਪਾਂ ਗਲਤ ਮਾਰਗ ਵੱਲ ਚੱਲਦੇ ਹਾਂ ਤੇ ਜੀਵਨ ਨਸ਼ਟ ਹੋ ਜਾਣਾ, ਪੂਰਾ ਜੀਵਨ। ਫਿਰ ਬੜੀ ਮੁਸ਼ਕਿਲ ਹੋ ਜਾਣੀ ਹੈ। ਫਿਰ ਸੰਸਾਰ ਤੋਂ ਜਾਵਾਂਗੇ, ਪਛਤਾਵਾ ਤੇ ਰਹੂਗਾ ਨਾ। ਕਾਸ਼ ਮੈਂ ਵਿਚਾਰ ਕੀਤਾ ਹੁੰਦਾ, ਬਾਣੀ ਕੀ ਕਹਿਣਾ ਚਾਹੁੰਦੀ ਹੈ, ਉਹਦੀ ਗੱਲ ਸੁਣੀ ਹੁੰਦੀ, ਅੱਜ ਮੇਰੇ ਚਿਹਰੇ ਤੇ ਮੁਸਕਾਨ ਹੋਣੀ ਸੀ। ਇਹ ਜਿਹੜਾ ਮੇਰੇ ਗਲ ਦੇ ਵਿੱਚ ਨਕਲੀ ਹੀਰਾ ਪਾਤਾ ਹੈ, ਪਰ ਮੈਨੂੰ ਭਰਮ ਪਾ ਦਿੱਤਾ ਕਿ ਹੀਰਾ ਤੇਰੇ ਗਲ 'ਚ ਜਿਹੜਾ ਪਾਇਆ ਹੈ ਅਸਲੀ ਹੈ, ਪਰ ਇਹ ਤੇ ਨਕਲੀ ਹੈ। ਨਕਲੀ ਕਿੱਦਾਂ ਪਤਾ ਲੱਗਦਾ ਹੈ? ਉਹ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ, ਉਹਦਾ ਸਬੂਤ ਸਾਨੂੰ ਖੁਦ ਪਤਾ ਕਿ ਮੇਰੇ ਜੀਵਨ ਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਦਵੈਸ਼ ਨਹੀਂ ਗਏ। ਜੇ ਜਿਉਂਦੇ ਜੀ ਨਹੀਂ ਗਏ ਤੇ ਮਨ ਤੋਂ ਬਾਅਦ ਕਿੱਥੋਂ ਜਾਣੇ ਆ? ਜਦੋਂ ਸਾਧਕ ਸਾਧਨਾ ਕਰਦਾ ਹੈ ਤੇ ਇੱਕ ਸਮਾਂ ਆਉਂਦਾ, ਇਹਨੂੰ ਸਹਿਜ ਸਮਾਧੀ ਮਿਲਦੀ ਹੈ। ਤੁਸੀਂ ਦੇਖਿਆ ਹੋਣਾ, ਬੱਚੇ ਛੋਟਾ ਜਿਹਾ ਤੀਰ ਜਿਹਾ ਮਾਰਦੇ ਆ, ਤੁੰਬਾ ਹੁੰਦਾ, ਉਹ ਸਰਕਲ ਜਿਹੇ ਬਣੇ ਹੁੰਦੇ ਆ, ਇੱਕ ਉਹਦੇ ਵਿੱਚ ਇੱਕ ਬਲੈਕ ਡਾਟ ਹੁੰਦੀ ਹੈ। ਜਦੋਂ ਬਾਰ-ਬਾਰ ਉਹ ਤੁੰਬਾ ਮਾਰਦਾ ਨਾ, ਉਹ ਕਿਤੇ ਕਿਦਾਈ ਇੱਕ ਵਾਰੀ ਬਲੈਕ ਡਾਟ ਵਿੱਚ ਲੱਗ ਜਾਂਦਾ। ਉਹਦੀ ਬਲੈਕ ਡਾਟ ਦੇ ਵਿੱਚ ਤੀਰ ਨੂੰ ਮਾਰਨ ਦੀ ਜਿਹੜੀ ਕਿਰਿਆ ਹੈ, ਮੈਂ ਇਹਨੂੰ ਧਿਆਨ ਕਹਿੰਦਾ। ਧਿਆਨ ਤੇ ਸਿਮਰਨ ਕੋਸ਼ਿਸ਼ ਕਰ ਰਹੇ ਹਾਂ। ਉਸ ਤੀਰ ਦੇ ਵਿੱਚ ਥੋੜਾ ਡਾਟ ਹੈਗਾ ਕਾਲਾ, ਮਨ ਦੇ ਵਿੱਚ ਸੁਰਤੀ ਕਾਗਰ ਹੋ ਜੇ, ਕਿਉਂਕਿ ਮਨ ਦੇ ਅੰਦਰ ਹੈ ਉਹ ਆਤਮਾ, ਮਨ ਦੇ ਬਾਹਰ ਹੈ ਸੰਸਾਰ, ਮਨ ਦੇ ਅੰਦਰ ਕੀ ਹੈ? ਆਤਮਾ, ਨਿਰਗੁਣ ਬ੍ਰਹਮ ਉੱਥੇ ਬੈਠਾ। 1-2 ਮਿੰਟ ਦੀ ਝਲਕ ਮਿਲਦੀ, ਫਿਰ ਉਹ ਚੀਜ਼ ਖੋ ਜਾਂਦੀ। ਤੁਹਾਡੇ ਨਾਲ ਵੀ ਇਹੋ ਕੁਝ ਹੋ ਰਿਹਾ। ਤੁਸੀਂ ਫਿਰ ਕੋਸ਼ਿਸ਼ ਕਰਦੇ
ਫਿਰ ਉਹ ਤੀਰ ਦੇ ਉੱਤੇ ਜਿੱਥੇ ਤੀਰ ਮਾਰਨ ਹੁੰਦਾ ਕਾਲਾ ਡਾਟ ਦੇ ਉੱਤੇ ਆਪਣੀ ਸੁਰਤੀ ਕਾਗਰ ਕਰਦੇ ਜੋ ਮਨ ਦੇ ਵਿੱਚ ਬਹੁਤ ਬਰੀਕ ਕਿਰਿਆ ਔਰ ਤੁਸੀਂ 2-4 ਮਿੰਟ ਰੁਕਦੇ ਜੋ ਤੇ ਵਿਚਾਰ ਤੁਹਾਨੂੰ ਖਿੱਚ ਕੇ ਫੇਰ ਬਾਹਰ ਲੈ ਆਉਂਦਾ, ਪਤਾ ਨਹੀਂ ਲੱਗਦਾ ਤੁਹਾਨੂੰ, ਕਿਉਂਕਿ ਮਨ ਤੇ ਸੁਰਤੀ ਬਹੁਤ ਕਰੀਬ ਨੇ, ਉਹਨਾਂ 'ਚ ਗੈਪ ਨਹੀਂ ਹੈਗਾ। ਇੱਕ ਹੀ ਸਿੱਕੇ ਦੇ ਦੋਨੋਂ ਪਹਿਲੂ ਨੇ। ਕਈਓ ਬਾਣੀ ਚ ਕਿਹਾ जब हम होते तब तुम नहीं, जब तुम होते तब हम नहीं, ਬਹੁਤ ਕਰੀਬ। ਜਿੰਨਾ ਚਿਰ ਤੱਕ ਜਿਹੜਾ ਚੇਤਨਾ ਹੈ ਨਾ, ਜਿਹੜਾ ਚੇਤਨ ਹੈ ਸਾਡੇ ਅੰਦਰ, ਉਹ ਜਿੰਨਾ ਚਿਰ ਤੱਕ ਉਹ ਸੰਕਲਪ ਤੋਂ ਰਹਿਤ ਆ ਤੇ ਬ੍ਰਹਮ ਹੈ। ਸੰਕਲਪ ਮਤਲਬ ਵਿਚਾਰਾਂ ਤੋਂ ਮੁਕਤ ਅਵਸਥਾ ਵਿੱਚ ਜਦੋਂ ਸੁਰਤੀ ਆਤਮ ਤੱਤ ਚ ਲੀਨ ਹੋ ਜਾਂਦੀ ਹੈ ਔਰ ਤੁਹਾਨੂੰ ਹੋਸ਼ ਰਹਿੰਦੀ ਹੈ, ਫਿਰ ਤੁਹਾਨੂੰ ਹੋਸ਼ ਨਹੀਂ ਰਹਿਣੀ। ਤੁਸੀਂ ਜਦੋਂ ਵੀ ਬ੍ਰਹਮ ਦੇ ਵਿੱਚ ਗਏ ਤੇ ਤੁਹਾਡਾ ਬੋਧ ਖਤਮ ਹੋ ਜਾਣਾ, ਤੁਹਾਨੂੰ ਹੋਸ਼ ਆਊਗੀ 1 ਘੰਟਾ 1.5 ਘੰਟਾ 2 ਘੰਟੇ ਹੋ ਗਏ। ਜਿਵੇਂ ਜਿਵੇਂ ਤੁਹਾਡੇ ਅੰਦਰ ਕਪੈਸਿਟੀ ਬਿਲਡ ਹੋਣੀ ਹੈ, ਚੇਤਨ ਨੂੰ ਬਰਦਾਸ਼ਤ ਕਰਨ ਦੇ ਲਈ ਸ਼ਕਤੀ ਚਾਹੀਦੀ ਹੈ। ਬੇਹੋਸ਼ੀ 'ਚ ਜਾਣਾ ਇੱਕ ਅਲੱਗ ਚੀਜ਼ ਹੈ। ਤੁਸੀਂ ਮੈਨੂੰ ਬੇਹੋਸ਼ ਕਰ ਦਿਓ, ਜਿੱਥੇ ਮਰਜ਼ੀ ਲਈ ਕਰੋ, ਮੈਨੂੰ ਕੀ ਪਤਾ, ਭਾਵੇਂ ਪਹਾੜਾਂ ਦੇ ਲਈ ਕਰੋ, ਭਾਵੇਂ ਮੈਨੂੰ ਰੱਸੀ ਨਾਲ ਮੁਕਾ ਦਿਓ, ਮੈਨੂੰ ਨਹੀਂ ਪਤਾ ਲੱਗਣਾ, ਕਿਉਂਕਿ ਮੈਂ ਚੇਤਨ ਨਹੀਂ ਹੈਗਾ। ਪਰ ਜਦੋਂ ਮੇਰੀਆਂ ਅੱਖਾਂ ਖੁੱਲ ਗਈਆਂ ਨੇ ਤੇ ਫਿਰ ਤੁਸੀਂ ਮੈਨੂੰ ਰੱਸੀ ਨਾਲ ਮੁਕਾਓਗੇ ਨਾ, ਤੇ ਇੱਕ ਅਲੱਗ ਗੱਲ ਬਣ ਜਾਣੀ ਹੈ। ਇਸੇ ਤਰ੍ਹਾਂ ਸਮਾਧੀ ਹੈ, ਜਦੋਂ ਸੁਰਤੀ ਚੜ੍ਹ ਜਾਂਦੀ ਹੈ ਉਹ ਇੱਕ ਅਲੱਗ ਅਵਸਥਾ ਹੈ। ਪਰ ਜਦੋਂ ਹੋਸ਼ ਦੇ ਵਿੱਚ ਤੁਸੀਂ ਸਮਾਧੀ 'ਚ ਪ੍ਰਵੇਸ਼ ਕਰੋਗੇ, ਤੁਹਾਨੂੰ ਪਤਾ ਲੱਗੂਗਾ ਕਿ ਅਲੱਗ ਅਵਸਥਾ। ਸੰਕਲਪ ਜਦੋਂ ਆਇਆ ਤੇ ਚੇਤਨਾ ਨੇ ਚਲੀ ਜਾਣਾ, ਜਦੋਂ ਸੰਕਲਪ ਗਿਆ ਤੇ ਚੇਤਨਾ ਨੇ ਆ ਜਾਣਾ, ਬਹੁਤ ਬਰੀਕ। ਇਸ ਲਈ ਬਾਣੀ ਕਹਿੰਦੀ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਬਾਣੀ ਦੇ ਵਿੱਚ ਇੱਕ ਗੱਲ ਦਾ ਬਹੁਤ ਚੰਗੀ ਤਰ੍ਹਾਂ ਜ਼ਿਕਰ ਕੀਤਾ ਗਿਆ ਹੈ, ਬਹੁਤ ਬਰੀਕੀ ਨਾਲ। ਦੀਜੀਏ ਬੁੱਧ ਵਿਵੇਕਾ। ਦੀਜੇ ਬੁੱਧ ਵਿਵੇਕਾ। ਉਹਨਾਂ ਨੇ ਇਹ ਨਹੀਂ ਕਿ ਮੈਂ ਗ੍ਰੰਥ ਪੜੂੰਗਾ, ਉਹਨਾਂ ਨੇ ਤਾਂ ਸਾਰਾ ਪੜ੍ਹਾਈ ਸਾਰੀ ਹਾਂਜੀ, ਉਹ ਸਾਰੇ ਪੜ੍ਹਨਾ ਤਾਂ ਉਹਨਾਂ ਨੇ ਸਭ ਤੋਂ ਟੀਸੀ ਤੇ ਟੰਗਿਆ ਹੋਇਆ ਆ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਆਦਿਕ ਅਹੰਗ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਇਹਦੇ ਵਿੱਚ ਆਉਂਦਾ ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਹਾਂਜੀ ਗੋਰਖ ਸਾਹਿਬ। ਬਿਲਕੁਲ ਠੀਕ ਹੈ। ਤੁਸੀਂ ਵਿੱਚ ਬੋਲਿਆ ਕਰੋ ਵਿੱਚ ਵਿੱਚ। ਨਹੀਂ ਕੋਈ ਨਹੀਂ ਜੀ। ਉੱਥੇ ਪਤਾ ਗੱਲ ਕੀ ਆ, ਉਹ ਕਹਿੰਦੇ ਵਿਵੇਕ ਬੁੱਧੀ ਚਾਹੀਦੀ ਹੈ ਮੈਨੂੰ, ਉਹ ਵੀ ਮੇਰੀ। ਹੁਣ ਤੁਸੀਂ ਕਹੋਗੇ ਗਿਆਨ ਕਿੰਨਾ ਹੈ, ਉਹਨੂੰ ਪੜ੍ਹ ਲਈਏ, ਆਪਣੀ ਬੁੱਧੀ ਦੀ ਕੀ ਲੋੜ ਪਈ ਹੈ। ਹੁਣ ਉਹਦਾ ਫਰਕ ਸਮਝ ਲਓ, ਤੁਹਾਨੂੰ ਪਤਾ ਲੱਗ ਜਾਏਗਾ ਉਹਦਾ ਫਰਕ ਕੀ ਹੈ। ਬਾਹਰੀ ਜਿਹੜਾ ਜਾਣਕਾਰੀਆਂ ਇਕੱਠੀਆਂ ਕਰਨੀਆਂ, ਚਾਹੇ ਕਿੱਥੇ ਵੀ ਲਿਖੀਆਂ ਉਹ ਜਾਣਕਾਰੀਆਂ ਹੀ ਹੈ, ਕਿਤੇ ਮਿਰਤੀ ਚ ਜਾਂਦੀਆਂ, ਉਹ ਹੈ ਮੈਂ ਕੱਪੜੇ ਪਾਲੇ, ਕੋਟ ਪਾ ਲਿਆ, ਪੈਂਟ ਪਾ ਲਈ, ਜੀਨ ਪਾ ਲਈ, ਸ਼ਰਟ ਪਾ ਲਈ। ਗਿਆਨ ਜਿਹੜਾ ਵਾ ਉਹ ਮੈਂ ਵਾਂ, ਮੇਰਾ ਆਪਣਾ, ਮੇਰੇ ਅੰਦਰ ਮੇਰਾ ਹੋਲ। ਉਹ ਵਿਵੇਕ ਬੁੱਧੀ ਵੀ ਗਿਆਨ ਹੀ ਹੈ, ਉਹ ਬਾਹਰ ਦੇ ਨਾਲ ਕੁਛ ਲੈਣਾ ਦੇਣਾ ਨਹੀਂ ਹੁੰਦਾ, ਉਹ ਮੇਰਾ ਆਪਣਾ ਵਾ, ਮੇਰੇ ਪ੍ਰਾਣਾਂ ਚੋਂ ਪ੍ਰਗਟ ਹੁੰਦਾ ਹੈ। ਔਰ ਇਹ ਸੰਸਾਰ ਤੇ ਲੋਕੀ ਕੀ ਕਰਦੇ ਆ, ਜਾਂ ਕਿੱਦਾਂ ਦਾ ਜੀਵਨ ਬਤੀਤ ਕਰਦੇ ਆ, ਕਿੱਥੋਂ ਪੈਸੇ ਲਿਆਉਂਦੇ ਆ, ਚੋਰੀ ਮਾਰਦੇ, ਠੱਗੀ ਮਾਰਦੇ ਜਾਂ ਝੂਠ ਬੋਲਦੇ, ਇਹ ਬਹੁਤਾ ਮਹੱਤਵਪੂਰਨ ਨਹੀਂ ਆ। ਤੇ ਨਾ ਹੀ ਇਹ ਚੀਜ਼ ਉਲਝਿਓ, ਇਹ ਪ੍ਰਕਿਰਤੀ ਹੈ, ਇਹ ਤਿੰਨਾਂ ਤੱਤਾਂ ਨਾਲ ਬਣੀ ਹੈ ਪ੍ਰਕਿਰਤੀ। ਇੱਥੇ ਚੋਰ ਵੀ ਪੈਦਾ ਹੋਣੇ ਤੇ ਸਾਧ ਵੀ ਪੈਦਾ ਹੋਣੇ। ਨਿੱਜਰ ਸਾਹਿਬ ਸਹੀ ਹੈ? ਬਿਲਕੁਲ ਠੀਕ ਹੈ ਜੀ। ਇਹ ਮਨ ਚੋਂ ਵਰਕਾ ਫਾੜ ਦੋ ਕਿ ਸਾਰੇ ਬ੍ਰਹਮ ਗਿਆਨੀ ਹੋ ਜਾਣਗੇ, ਇਹ ਵੀ ਮਨ ਚੋਂ ਵਰਕਾ ਫਾੜ ਦੋ ਸਾਰੇ ਚੋਰ ਹੋ ਜਾਣਗੇ। ਪ੍ਰਕਿਰਤੀ ਨੇ ਬੈਲੈਂਸ ਕਰਨਾ ਹੀ ਕਰਨਾ। ਜੇ ਮੁੰਡੇ ਜ਼ਿਆਦਾ ਪੈਦਾ ਹੋ ਗਏ ਨਾ ਤੇ ਅਗਲੀ ਵਾਰੀ ਕੁੜੀਆਂ ਜ਼ਿਆਦਾ ਪੈਦਾ ਹੋਣਗੀਆਂ। ਵੇਖ ਲਿਓ ਤੁਸੀਂ ਆਪਣੇ ਰਿਸ਼ਤੇਦਾਰਾਂ 'ਚ, ਪ੍ਰਕਿਰਤੀ ਲੈਵਲ ਕਰ ਦਿੰਦੀ ਹੈ ਬਹੁਤ। ਇਹ ਤੇ ਸਾਇੰਸ ਨੇ ਬੜੇ ਸਾਲਾਂ ਪਹਿਲਾਂ ਵੀ ਇਹ ਪ੍ਰਯੋਗ ਕੀਤਾ ਸੀ। ਜਦੋਂ ਯੁੱਧ ਹੁੰਦੇ ਸੀ ਨਾ, ਵੱਡੇ ਵੱਡੇ ਯੁੱਧ, ਉਦੋਂ ਫਿਰ ਬੰਦੇ ਮਰ ਜਾਂਦੇ ਸੀ ਜ਼ਿਆਦਾ, ਫੌਜਾਂ 'ਚ ਬੰਦੇ ਹੁੰਦੇ ਸੀ,
ਉਦੋਂ ਕੁਦਰਤ ਏਦਾਂ ਕਰਦੀ, ਫਿਰ ਮੁੰਡੇ ਹੀ ਪੈਦਾ ਹੁੰਦੇ ਬਹੁਤ ਜ਼ਿਆਦਾ। ਬਹੁਤ ਨਿਯਮ ਵੇਖੋ ਆਪ, ਇਹਦਾ ਮਤਲਬ ਕੋਈ ਲਾਅ ਬੈਠਾ ਉੱਤੇ ਬੈਲੈਂਸ ਕਰਨ ਵਾਸਤੇ, ਬਹੁਤ ਸੈਟਿੰਗ ਹੈ। ਇਹ ਧਰਤੀ ਦੇ ਸਾਰੇ ਬ੍ਰਹਮ ਗਿਆਨੀ ਨਹੀਂ ਪੈਦਾ ਹੋ ਸਕਦੇ, ਥੋੜੇ ਜਿਹੇ ਹੋਣਗੇ, ਕਿਉਂਕਿ ਬੈਲੈਂਸਿੰਗ ਬੜੀ ਜ਼ਰੂਰੀ ਹੈ। ਸਾਰੇ ਬ੍ਰਹਮ ਗਿਆਨੀ ਹੋ ਗਏ ਤੇ ਧਰਤੀ ਤੇ ਖਾਲੀ ਹੋ ਜੂਗੀ ਨਿੱਜਰ ਸਾਹਿਬ। ਬਿਲਕੁਲ। ਹਾਂ, ਔਰ ਇੱਕ ਅੱਜ ਮੈਨੂੰ ਭੈਣ ਮੇਰੀ ਦਾ ਫੋਨ ਆਇਆ ਸੀ, ਉਹ ਕਹਿੰਦੀ ਕਿ ਵੀਰ ਜੀ ਕੋਈ ਜੀਵਨ ਜਿੱਦਾਂ ਦਾ ਸੰਕਟ ਆ ਗਿਆ, ਵਿਸ਼ੇ ਵਿਕਾਰ ਬੰਦੇ ਨੂੰ ਘੇਰਦੇ। ਮੈਂ ਹਾਂ ਘੇਰਦੇ। ਮੈਂ ਹਾਂ, ਜਦੋਂ ਆਪਾਂ ਸੜਕ ਤੇ ਜਾਂਦੇ ਹਾਂ, ਆਪਾਂ ਵਹਿੰਦੇ ਹਾਂ, ਆਪਾਂ ਗੱਡੀ ਚਲਾਉਂਦੇ ਹਾਂ, ਤੇ ਚਿੱਕੜ ਚ ਨਹੀਂ ਨਾ ਆਪਾਂ ਗੱਡੀ ਮਾਰਦੇ। ਉਸ ਚਿੱਕੜ ਦਾ ਕੀ ਜਾਣਾ ਕੀ ਆ, ਉਹਦਾ ਕੁਛ ਨਹੀਂ ਜਾਣਾ, ਉਹਦੇ ਚਿੱਕੜ ਲੱਗਾ ਵੀ ਰਹੂਗਾ ਤੇ ਉਹਨੂੰ ਕੋਈ ਟੈਨਸ਼ਨ ਨਹੀਂ ਹੈ। ਹਾਂ, ਚਿੱਕੜ ਨੂੰ ਲਾਉਣਾ ਬੜਾ ਔਖਾ, ਧੋਣਾ ਪੈਂਦਾ। ਚਿੱਕੜ ਐਸੀ ਚੀਜ਼ ਹੈ, ਜਦੋਂ ਚਿੰਬੜ ਜਾਂਦਾ ਉਹਨੂੰ ਲਾਉਣਾ ਵਾ, ਜ਼ੋਰ ਲਾਉਣਾ ਪੈਂਦਾ। ਫਿਰ 3-4 ਘੰਟੇ ਲੱਗਦੇ ਕਾਰ ਨੂੰ ਧੋਣ ਲਈ, ਫਿਰ ਉਹ ਬਲਾ ਗਲੋਂ ਲੈਂਦੀ ਹੈ। ਉਹਦਾ ਨੁਕਸਾਨ ਵੀ ਕੁਝ ਨਹੀਂ, ਉਹਦਾ ਕੁਛ ਨਹੀਂ ਜਾਂਦਾ। ਜਾਂਦਾ ਤੇ ਉਹ ਆ ਜਿਹੜਾ ਸਾਫ਼ ਹੈ। ਨੁਕਸਾਨ ਉਹਦਾ, ਤੁਹਾਡੇ ਕੱਪੜੇ ਸਾਫ਼ ਸੁਥਰੇ, 2-4 ਬੂੰਦਾਂ ਚਿੱਕੜ ਦੀਆਂ ਲੱਗ ਗਈਆਂ, ਸਾਰੀ ਡਰੈਸ ਖਰਾਬ ਕਰ ਦੇਣੀ। ਇਸੇ ਹੀ ਤਰ੍ਹਾਂ ਅਵਗੁਣ ਨੇ, ਚਿੱਕੜ ਆ, ਗੰਦ, ਉਹ ਜਦੋਂ ਚਿੰਬੜਦਾ ਨਾ, ਉਹਦਾ ਵੀ ਜਾਣਾ ਸਾਡਾ, ਨੁਕਸਾਨ ਸਾਡਾ। ਤੋ ਅਵਗੁਣਾਂ ਨੂੰ ਤੁਸੀਂ ਵੇਖੋ, ਚਿੱਕੜ ਹੈਗੇ, ਫਿਰ ਥੋੜਾ ਜਿਹਾ ਸਮਝ ਆਉਂਦਾ ਹੈ ਕਿ ਇਹ ਚਿੱਕੜ ਨੂੰ ਮੈਂ ਆਪਣੇ ਕਰੀਬ ਨਹੀਂ ਆਉਣ ਦੇਣਾ। ਜਿੱਦਾਂ ਕੱਚੂ ਘੁੰਮਾ ਖਤਰਾ ਵਹਿੰਦਾ ਹੈ ਨਾ, ਉਹ ਕੀ ਕਰਦਾ ਹੈ, ਉਹ ਸਿਰ ਹੀ ਆਪਣੀ ਅੰਦਰ ਖਿੱਚ ਲੈਂਦਾ, ਲੱਤਾਂ ਵੀ ਆਪਣੀ ਅੰਦਰ ਖਿੱਚ ਲੈਂਦਾ, ਉਹਨੂੰ ਪਤਾ ਲੱਗ ਗਿਆ ਖਤਰਾ ਆ ਗਿਆ। ਇਸੇ ਹੀ ਤਰ੍ਹਾਂ ਜਦੋਂ ਸਾਧਕ ਵਹਿੰਦਾ ਕਿ ਹੁਣ ਜਿਹੜਾ ਹੈ ਕੋਈ ਇਸ ਤਰ੍ਹਾਂ ਦੀ ਚੀਜ਼ ਆ ਗਈ ਹੈ ਲਾਗੇ ਜਿਹਦੇ ਕਰਕੇ ਮੇਰਾ ਨੁਕਸਾਨ ਹੋ ਸਕਦਾ, ਤੇ ਉਹ ਕੀ ਕਰਦਾ ਕਿ ਆਪਣੀਆਂ ਇੰਦਰੀਆਂ ਨੂੰ ਆਪਣੇ ਅੰਦਰ ਖਿੱਚ ਲੈਂਦਾ। ਉਹ ਪ੍ਰੋਟੈਕਸ਼ਨ ਹੈ, ਡਰਪੋਕ ਨਹੀਂ ਹੈਗਾ, ਉਹ ਡਿਫੈਂਸ। ਦੇਖੋ ਜਿੰਨੇ ਉੱਪਰ ਚੜ੍ਹਨਾ ਨਾ, ਉਹਨੂੰ ਖਿੱਚ ਜ਼ਰੂਰ ਪੈਣੀ ਵਿਜ਼ਾਮ ਤੇ ਹੋਣਾ ਹੀ ਹੋਣਾ, ਛੋਟੇ ਛੋਟੇ ਵਿਜ਼ਾਮ ਹੁੰਦੇ ਔਰ ਜ਼ਰੂਰੀ ਵੀ ਆ। ਉਹਦਾ ਤਾਂ ਖੇਡ ਦਾ ਫਾਇਦਾ ਕੋਈ ਨਹੀਂ ਨਿੱਜਰ ਸਾਹਿਬ, ਕੀ ਖਿਆਲ? ਬਿਲਕੁਲ। ਉਹ ਤੇ ਖਾਲੀ ਖੇਡ ਹੋਈ, ਕਿਤੇ ਕੰਪੀਟੀਸ਼ਨ ਨਾ ਹੋਇਆ। ਤਾਂ ਕੰਪੀਟੀਸ਼ਨ ਬੜਾ ਜ਼ਰੂਰੀ ਹੈ। ਕੁਦਰਤ ਨੇ ਵੇਖੋ ਤੁਹਾਡੇ ਲਾਗੇ ਪਿੰਡਾਂ 'ਚ ਕੰਪੀਟੀਸ਼ਨ ਹੀ ਹੈ। ਇੱਕ ਬੰਦਾ ਵੱਡਾ ਮਕਾਨ ਬਣਾ ਲੈਂਦਾ ਤੇ ਉਹਦੇ ਲਈ ਵੇਖ ਸਾਰਾ ਪਿੰਡ ਲੱਗ ਜਾਂਦਾ। ਇੱਕ ਨੇ ਕਾਰ ਲਈ, ਦੂਜੇ ਨੇ ਵੀ ਲਈ। ਇਹਦੇ ਨਾਲ ਕੀ ਸੰਸਾਰ ਵੱਧਦਾ ਹੈ, ਮਾਇਆ ਇਸੇ ਤਰ੍ਹਾਂ ਹੀ ਤੇ ਪ੍ਰਗਤੀ ਕਰ ਰਹੀ ਹੈ ਨਾ। ਇੱਕ ਦੇਸ਼ ਅੱਗੇ ਲੰਘ ਗਿਆ, ਹੁਣ ਵੇਖੋ GDP ਆ ਗਈ ਹੈ। ਇਹਦੇ ਨਾਲ ਕਹਿੰਦਾ ਦੇਸ਼ ਵੀ ਕੰਪੀਟੀਸ਼ਨ ਕਰ ਰਹੇ, ਅਮੀਰ ਬੰਦੇ ਵੀ ਕੰਪੀਟੀਸ਼ਨ ਕਰ ਰਹੇ। ਕੁਦਰਤ ਇਸੇ ਤਰ੍ਹਾਂ ਹੀ ਸਿਲਸਿਲਾ ਚਲਾਉਂਦੀ ਹੈ, ਔਰ ਸਾਧਨਾ ਵੀ ਏਦਾਂ ਹੀ ਆ। ਸਾਧਨਾ ਵੀ ਕੰਪੀਟੀਸ਼ਨ ਹੀ ਹੈ ਨਿੱਜਰ ਸਾਹਿਬ, ਠੀਕ ਹੈ? ਬਿਲਕੁਲ। ਕੋਈ ਬੰਦਾ ਅੱਗੇ ਲੰਘ ਗਿਆ, ਕੋਈ ਪਿੱਛੇ ਰਹਿ ਗਿਆ, ਉਹ ਮੇਰੇ ਵਰਗਾ ਕੋਸ਼ਿਸ਼ ਕਰਦਾ, ਘੰਟਾ 1.5 ਘੰਟਾ ਵੱਧ ਲਾਉਂਦਾ ਕਿ ਮੈਂ ਵੀ ਉੱਥੇ ਜਾਣਾ। ਇਟ ਇਜ਼ ਅ ਪਾਰਟ ਆਫ ਲਾਈਫ। ਕੰਪੀਟੀਸ਼ਨ ਬੜਾ ਜ਼ਰੂਰੀ ਹੈ, ਥੋੜਾ ਜ਼ਰੂਰੀ ਹੈ। ਤੋ ਇਸ ਸੰਸਾਰ ਤੇ 2 ਕਿਸਮ ਦੇ ਇਨਸਾਨ ਹੋਏ ਨੇ, ਇੱਕ ਹੁੰਦੇ ਨੇ ਦਾਰਸ਼ਨਿਕ ਤੇ ਇੱਕ ਹੁੰਦੇ ਗਲਤ ਮਨਮੁਖ ਦਾਰਸ਼ਨਿਕ। ਇਹ ਗੁਰੂਆਂ ਦੀ ਜਿੰਨੀ ਵੀ ਬਾਣੀ ਹੈ ਦਾਰਸ਼ਨਿਕ ਬਾਣੀ ਹੈ। ਇਹਨਾਂ ਨੇ ਇੰਨੀ ਬਰੀਕ ਦ੍ਰਿਸ਼ਟੀ ਇਹ ਬ੍ਰਹਮ ਦੇ ਵਿੱਚ ਮਾਰੀ, ਔਰ ਫਿਰ ਉਹ ਸਾਰ ਲੱਭ ਲਿਆ ਕਿ ਇਹ ਪ੍ਰਪੰਚ ਹੈ, ਮਾਇਆ ਜਾਲ ਹੈ। ਸੰਸਾਰ ਦੇ ਵਿੱਚ ਜੀਵ ਜਿਹੜਾ ਹੈ ਨਾ, ਆਪਣੀਆਂ ਇਛਾਵਾਂ ਦੇ ਕਰਕੇ ਉਲਝਿਆ ਹੋਇਆ ਭੋਗਾਂ ਦੇ ਵਿੱਚ, ਔਰ ਇਹ ਜਦ ਤੱਕ ਇਹ ਭੋਗਾਂ ਦਾ ਤਿਆਗ ਨਹੀਂ ਹੁੰਦਾ, ਉਹਨਾਂ ਚਿਰ ਤੱਕ ਇਹ ਜੀਵ ਜਿਹੜਾ ਹੈ ਨਾ ਇਸ ਸ੍ਰਿਸ਼ਟੀ ਤੋਂ ਬਾਹਰ ਨਹੀਂ ਆ ਸਕਦਾ, ਔਰ ਨਾ ਹੀ ਜੀਵ ਸੁਖੀ ਹੋ ਸਕਦਾ। ਗੱਲ ਬਾਹਰ ਆਉਣ ਦੀ ਤੇ ਗੱਲ ਦੂਰ ਦੀ ਹੈ, ਤੁਸੀਂ ਸੁਖੀ ਨਹੀਂ ਹੋ ਸਕਦੇ। ਮ੍ਰਿਗ ਤ੍ਰਿਸ਼ਨਾ ਹੈ, ਮ੍ਰਿਗ ਦੇਖੋ ਉਹ ਰੇਗਿਸਤਾਨ 'ਚ ਜਾਂਦਾ ਤੇ ਉਹਨੂੰ ਚਮਕਦੀ ਰੇਤਾ ਪਾਣੀ ਵਾਂਗੂ ਦਿਖਦੀ ਹੈ, ਔਰ ਉਹ ਉੱਥੇ ਜਾਂਦਾ ਹੈ, ਔਰ ਉਸ ਤੋਂ ਬਾਅਦ ਉਹਨੂੰ ਉਹ ਚਮਕਦੀ ਰੇਤਾ ਜਿਹੜੀ ਹੈ ਨਾ, ਉਹਨੂੰ ਭਰਮਾਉਂਦੀ ਜ਼ਰੂਰ ਹੈ, ਪਰ ਬਾਅਦ 'ਚ ਪਤਾ ਲੱਗਦਾ ਤੇ ਰੇਤਾ, ਫਿਰ ਅੱਗੇ ਉਹ ਰੇਤਾ ਅੱਗੇ ਚਲ ਜਾਂਦੀ ਹੈ। ਇਸੇ ਹੀ ਤਰ੍ਹਾਂ ਜਿਹੜਾ ਜੀਵ ਆ, ਉਹ ਸੰਸਾਰਿਕ ਭੌਤਿਕ ਪਦਾਰਥਾਂ ਨੂੰ, ਰਿਸ਼ਤੇਦਾਰਾਂ ਨੂੰ, ਭੈਣਾਂ ਭਰਾਵਾਂ ਨੂੰ ਬੜਾ ਭੱਜਦਾ। ਤੁਸੀਂ ਭੱਜ ਭੁੱਜ ਕੇ ਵੇਖ ਵੀ ਲਿਆ ਹੋਣਾ ਆਲਮੋਸਟ, ਤੁਹਾਨੂੰ ਵੈਸੇ ਤੁਸੀਂ ਸਾਰੇ ਸਿਆਣੇ ਜੋ। ਉਹ ਨਾ ਉਹ ਫਾਲਿਆ ਹੈ, ਵੇਖ ਖਾਣਾ ਪੈਂਦਾ ਵਾ, ਪਰ ਮੁੜ ਕੇ ਬਕ ਜਿਹਾ ਟੇਸਟ ਹੈ ਉਹਦਾ।
ਖਾਣਾ ਪੈਂਦਾ। ਇਹ ਨਹੀਂ ਕਿ ਬਕਬਕਾ ਕਰਕੇ ਆਪਾਂ ਖਾਣਾ ਨਹੀਂ, ਉਹ ਤੇ ਕੁਦਰਤੀ ਆਪਣਾ ਹੁਣ ਭੌਤਿਕ ਸੰਸਾਰ ਚ ਆਏ ਆ ਤੇ ਚੀਜ਼ਾਂ ਦੀ ਲੋੜ ਹੈ। ਉਹਨੂੰ ਜਿਹੜੀ ਆਪਾਂ ਗੱਲ ਮੇਨ ਮੈਂ ਕਰਨਾ ਚਾਹੁੰਦਾ ਉਹ ਗੱਲ ਹੈ ਕਿ ਦੂਸਰੇ ਕੀ ਕਰਦੇ ਆ ਇਹ ਇੰਨਾ ਮਹੱਤਵਪੂਰਨ ਨਹੀਂ ਆ। ਮਹੱਤਵਪੂਰਨ ਹੈ ਕਿ ਜੀਵਨ ਦੇ ਵਿੱਚ ਮੈਂ ਕੀ ਕਰ ਰਿਹਾ, ਬਹੁਤ ਮਹੱਤਵਪੂਰਨ ਗੱਲ ਹੈ। ਬਹੁਤ ਸਵਾਲ ਵੱਡਾ, ਇਹ ਤੁਹਾਡਾ ਆਪਣਾ ਸਵਾਲ ਹੈ, ਪਰਸਨਲ ਸਵਾਲ ਹੈ, ਔਰ ਇਹਦਾ ਸਵਾਲ ਦਾ ਜਵਾਬ ਮੈਨੂੰ ਨਹੀਂ ਦੇਣਾ, ਤੁਸੀਂ ਆਪਣੇ ਆਪ ਨੂੰ ਦੇਣਾ। ਇੱਥੇ ਇਹ ਸਵਾਲ ਆਉਂਦਾ ਹੈ ਕਿ ਮੇਰੇ ਜੀਵਨ ਦਾ ਲਕਸ਼ ਕੀ ਹੈ, ਮੈਂ ਚਾਹੁੰਦਾ ਕੀ ਹਾਂ, ਔਰ ਸੱਚੀ ਜੋ ਮੈਂ ਚਾਹ ਰਿਹਾ ਉੱਧਰ ਹੀ ਮੇਰੀ ਗਤੀ ਹੋ ਰਹੀ ਹੈ ਜਾਂ ਮੈਂ ਕਿਤੇ ਹੋਰ ਬੰਨੇ ਤੇ ਨਹੀਂ ਤੁਰਿਆ ਜਾ ਰਿਹਾ। ਤੁਸੀਂ ਸਾਧਨਾ ਕਰਨੀ ਆ, ਵੇਖੋ ਮਾਇਆ ਤੁਹਾਡੇ ਕੋਲ ਵੱਧ ਹੋਣੀ ਆ, ਉਹ ਮਾਇਆ ਨੇ ਜ਼ੋਰ ਤੇ ਪਾਉਣਾ ਹੀ ਪਾਉਣਾ। ਹੋ ਸਕਦਾ ਹੈ ਤੁਹਾਨੂੰ ਮਾਰਗ ਤੋਂ ਭਟਕਾਵੇ, ਪਰ ਉਸ ਟਾਈਮ ਤੇ ਸੰਜਮ ਤੋਂ ਕੰਮ ਲੈਣਾ ਹੈ ਔਰ ਇੱਕ ਇੱਕ ਛੋਟੇ ਛੋਟੇ ਬੱਚੇ ਵਾਂਗੂ ਕਦਮ ਤੁਰਦੇ ਜਾਣਾ। ਮੰਜ਼ਿਲ ਵੱਲ ਭਾਵੇਂ ਮੈਂ ਹੌਲੀ ਜਾਵਾਂ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੇਕਰ ਮੈਂ ਨਿਰੰਤਰ ਲਗਾਤਾਰ ਆਪਣੀ ਮੰਜ਼ਿਲ ਵੱਲ ਗਤੀ ਕਰ ਰਿਹਾ ਨਾ, ਅੱਜ ਨਹੀਂ ਤੇ ਦੇਰ ਨੂੰ ਤੇ ਸਵੇਰ ਨੂੰ ਤੇ ਮੈਂ ਪਹੁੰਚ ਜਾਣਾ। ਮੈਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਕੁਦਰਤ ਨੇ ਇੱਕ ਨਿਯਮ ਬਣਾਇਆ, ਜਿਹੜਾ ਬੰਦਾ ਤੁਰ ਪਿਆ ਉਹਦੀ ਯਾਤਰਾ ਸਲੋ ਜ਼ਰੂਰ ਕਰ ਸਕਦੀ ਹੈ ਪਰ ਉਹਨੂੰ ਰੋਕ ਨਹੀਂ ਸਕਦੀ। ਇਹ ਜਿਹੜੀ ਯਾਤਰਾ ਨਾ ਇਹ ਜੀਵ ਖੁਦ ਹੀ ਰੋਕਦਾ ਹੈ, ਕੁਦਰਤ ਨਹੀਂ ਰੋਕਦੀ ਉਹਨੂੰ। ਸਲੋ ਕਰ ਸਕਦੀ ਹੈ ਕਿਉਂਕਿ ਮਜ਼ਬੂਤੀ ਕਰਨਾ ਪੈਂਦਾ। ਜਦੋਂ ਵੇਖੋ ਤੁਸੀਂ ਬਿਲਡਿੰਗ ਨੂੰ 100-150 ਮੰਜ਼ਿਲ ਉੱਪਰ ਲੈ ਕੇ ਜਾਣਾ ਹੈ ਨਾ, ਤੇ ਤੁਹਾਨੂੰ ਉਹਦੀ ਜਿਹੜੀ ਬੇਸਮੈਂਟ ਹੈਗੀ ਹੈ, ਜਿਹੜੀ ਗਰਾਊਂਡ ਆ, ਉੱਥੇ ਵਰਕ ਜ਼ਿਆਦਾ ਕਰਨਾ ਪੈਂਦਾ। ਤੇ ਜਦੋਂ ਤੁਸੀਂ ਨੀਹਾਂ ਬਣਾ ਲੈਂਦੇ, ਜੋ ਫਾਊਂਡੇਸ਼ਨ ਸਟਰੋਂਗ ਹੋ ਗਈ, ਫਿਰ ਬਿਲਡਿੰਗ ਜਿੰਨੀ ਮਰਜ਼ੀ ਉੱਪਰ ਲੈ ਜਾਈਏ। ਇਸੇ ਹੀ ਤਰ੍ਹਾਂ ਜਦੋਂ ਆਪਾਂ ਕਾਲਜਾਂ 'ਚ ਪੜ੍ਹਦੇ ਹਾਂ, ਕਾਲਜ 'ਚ ਪੜ੍ਹਦੇ ਹਾਂ, 15-16 ਸਾਲ ਆਪਾਂ ਉੱਥੇ ਪੜ੍ਹਾਈ ਦੇ ਕੀਤੇ, ਜੀਵਨ ਦਾ ਬਹੁਤ ਵੱਡਾ ਸਮਾਂ ਦਿੱਤਾ, ਤੇ ਸਰਟੀਫਿਕੇਟ ਤੇ 5-6 ਮਿੰਟ 'ਚ ਹੀ ਮਿਲ ਜਾਂਦਾ ਕਿ ਲਓ ਜੀ ਡਿਗਰੀ ਲੈ ਲਓ, ਤੁਸੀਂ PhD ਕੀਤੀ ਹੈ ਜਾਂ ਕੁਝ ਵੱਡੀ ਡਿਗਰੀ ਕਰ ਲਈ ਜਾਂ ਮਾਸਟਰ ਕਰ ਲਈ। ਉਹ 15 ਮਿੰਟ ਦੀ ਗੱਲ ਨਹੀਂ ਹੈਗੀ, ਉਹਦੇ ਪਿੱਛੇ ਵੇਖੋ 15-16 ਸਾਲ ਦਾ ਤੁਹਾਡਾ ਜਿੰਨਾ ਕਾਲਣਾ ਹੈ ਉਹ ਲੱਗੀ ਹੋਈ ਹੈ ਉੱਥੇ। ਔਰ ਉਹ ਇੰਨੀ ਮਿਹਨਤ ਦਾ ਇੱਕ ਫਰੂਟ ਜੋ ਬਹੁਤ ਕੀਮਤੀ ਹੈ, ਉਹ ਜੋ ਤੁਹਾਡੇ ਹੱਥਾਂ 'ਚ ਮਿਲਦਾ, ਔਰ ਜਦੋਂ ਤੁਸੀਂ ਉਹਨੂੰ ਪ੍ਰਾਪਤ ਕਰਕੇ ਤੇ ਜੋ ਤੇ ਤੁਹਾਡੇ ਮਨ 'ਚ ਇੱਕ ਬਹੁਤ ਸ਼ਾਂਤੀ ਮਿਲਦੀ, ਉਹਦੀ ਕੀਮਤ ਬਹੁਤ ਹੈ। ਇੱਕ ਕਾਲਜ, ਐਸਾ ਕਾਲਜ ਜਿੱਥੇ ਤੁਸੀਂ ਪੜ੍ਹੇ ਔਰ ਉਹ ਡਿਗਰੀ ਨੂੰ ਤੁਸੀਂ ਲੈ ਕੇ ਜਾਓਗੇ ਨਾ, ਤਾਂ ਤੁਹਾਨੂੰ ਨੌਕਰੀ ਬੜੀ ਆਰਾਮੀ ਨਾਲ ਮਿਲ ਜਾਣੀ, ਬੜੀ ਆਸਾਨੀ ਨਾਲ ਮਿਲ ਜਾਣੀ, ਕਿਉਂਕਿ ਉਹ ਇੱਕ ਚੰਗੇ ਮਾਨਤਾ ਪ੍ਰਾਪਤ ਕਾਲਜ 'ਚ ਤੁਸੀਂ ਉਹ ਚੀਜ਼ ਪ੍ਰਾਪਤ ਕੀਤੀ। ਇਸੇ ਹੀ ਤਰ੍ਹਾਂ ਅਧਿਆਤਮਿਕ ਵੀ ਹੈ। ਜਦੋਂ ਆਪਾਂ ਸਹੀ ਰਸਤੇ ਤੇ ਚੱਲਦੇ ਹਾਂ, ਇਹ ਬੜਾ ਜ਼ਰੂਰੀ ਹੈ। ਇਹ ਨਹੀਂ ਕਿ ਆਪਾਂ ਜਿੱਧਰ ਮਰਜ਼ੀ ਭੱਜ ਗਏ ਤੇ ਤੁਸੀਂ ਉਹ ਬਣ ਗਏ ਤੇ ਉਹ ਬਣ ਕੇ ਤੁਸੀਂ ਬ੍ਰਹਮ ਗਿਆਨੀ ਹੋ ਜਾਓ। ਇਹ ਮਨ ਤੋਂ ਵਰਕਾ ਪਾੜ ਦੇਣਾ ਚਾਹੀਦਾ। ਭਾਵੇਂ ਕਰੋੜ ਬੰਦਾ ਬੈਠਾ ਹੋਵੇ, ਇਹ ਨਾ ਸੋਚੋ ਕਿ ਸਹੀ ਆ, ਕਰੋੜ ਦੇ ਕਰੋੜ ਵੀ ਗਲਤ ਹੋ ਸਕਦੇ। ਭੀੜ ਦਾ ਕਿਤੇ ਵੀ ਸੰਬੰਧ ਨਹੀਂ ਹੈ ਸਹੀ ਦੇ ਨਾਲ। ਹਮੇਸ਼ਾ ਮੂਰਖਾਂ ਦੀ ਭੀੜ ਹੁੰਦੀ ਹੈ, ਸਿਆਣੇ ਮਨੁੱਖਾਂ ਦੀ ਕਿਤੇ ਭੀੜ ਨਹੀਂ ਹੁੰਦੀ ਧਰਤੀ ਤੇ। ਔਰ ਇਹ ਮੁੱਢ ਤੋਂ ਅਸੂਲ ਆ, ਨਜ਼ਰ ਮਾਰੋ ਜ਼ਿਆਦਾ ਲੋਕ ਨਹੀਂ ਮਿਲਣਗੇ, ਪਰ ਜਿੱਥੇ ਭੀੜ ਹੈਗੀ ਨਾ, ਭੀੜ ਉਹ ਕੁਝ ਹੋਰ ਹੀ ਚੀਜ਼ ਹੁੰਦੀ ਹੈ। ਇਸ ਚੀਜ਼ ਦਾ ਵਿਚਾਰ ਰੱਖਣਾ ਹੈ, ਠੀਕ ਹੈ। ਜਦੋਂ ਤੁਸੀਂ ਸਾਧਨਾ ਕੀਤੀ ਨਾ, ਹੌਲੀ ਹੌਲੀ ਕਰਕੇ ਜਿਹੜਾ ਤੁਹਾਡਾ ਚਿੱਤ ਹੈ ਨਾ, ਉਹਨੇ ਦਰਪਣ ਬਣ ਜਾਣਾ, ਬਿਲਕੁਲ ਦਰਪਣ। ਫਿਰ ਹਾਲ ਜਿਹੜਾ ਸਾਡਾ ਚਿੱਤ ਹੈ ਨਾ, ਉਹ TV ਬਣ ਕੇ ਬੈਠਾ ਹੈ। ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਉਹ TV ਤੇ ਸਿਨੇਮੇ ਦੇ ਥੀਏਟਰ ਦੇ ਪਰਦੇ 'ਚ ਫਰਕ ਹੈਗਾ। TV ਦੇ ਵਿੱਚ ਹੀ ਪਿਕਚਰ ਬਣ ਰਹੀ ਹੈ, ਫਿਰ ਹਾਲ ਸਾਡਾ ਜਿਹੜਾ ਚਿੱਤ ਹੈ ਉਹ TV ਹੈ। ਮੁੜ ਕੇ ਥੀਏਟਰ ਦਾ ਜਿਹੜਾ ਪਰਦਾ ਬਣ ਜਾਣਾ, ਔਰ ਫਿਰ ਉਹਨੂੰ ਗਿਆਨ ਹੋ ਜਾਣਾ ਇਹ ਮੈਂ ਇੱਕ ਸ਼ੀਸ਼ਾ ਵਾਂ ਤੇ ਇਹ ਜਿਹੜੀ ਫਿਲਮ ਬਣਦੀ ਪਈ ਹੈ, ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਤੁਹਾਨੂੰ ਪਤਾ ਲੱਗੂਗਾ ਜਿਵੇਂ ਜਿਵੇਂ ਤੁਹਾਡੀ ਸੁਰਤੀ ਸੁੱਕਮ ਹੁੰਦੀ ਗਈ, ਤੁਹਾਨੂੰ ਗਿਆਨ ਹੋ ਜਾਣਾ। ਔਰ ਸਮਾਧੀ 'ਚ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗੂਗਾ ਕਿ ਇਹ ਜਿਹੜਾ ਵਿਚਾਰ ਆ ਗਿਆ, ਇਹ ਵਿਚਾਰ ਚਲਾ ਗਿਆ, ਕਿਉਂਕਿ ਅਟੈਚਮੈਂਟ ਨਹੀਂ ਹੈਗੀ ਹੁਣ। ਉਹ TV ਤੇ ਜੁੜੀ ਹੀ ਨਾ ਸਕਰੀਨ ਉਹਦੇ ਨਾਲ। ਜਿਵੇਂ ਜਿਵੇਂ ਪਾਲਣਾ ਕੀਤੀ, ਮਿਹਨਤ ਕੀਤੀ, ਉਹਦਾ ਪ੍ਰਾਪਤੀ ਹੈ ਤੁਹਾਨੂੰ। ਉਹਦੀ ਪ੍ਰਾਪਤੀ ਹੈ ਤੁਹਾਨੂੰ। ਉਹ ਜਿਹੜੀ ਪ੍ਰਾਪਤੀ ਆ ਉਹ ਬੜੀ ਉੱਚੀ ਹੈ। ਪਰ ਜਿਵੇਂ
ਇੱਕ ਸੈਕਿੰਡ ਨਿੱਜਰ ਸਾਹਿਬ। ਹਾਂਜੀ ਹਾਂਜੀ ਠੀਕ ਹੈ। ਇਹ ਪ੍ਰਾਪਤੀ ਬੜੀ ਉੱਚੀ ਹੈ। ਇੱਥੇ ਜਾ ਕੇ ਨਾ ਜਿਹੜਾ ਸਾਡਾ ਚਿੱਤ ਹੈ ਨਾ ਉਹ ਨਿਰਮਲ ਹੋ ਜਾਂਦਾ, ਇੱਕਦਮ ਨਿਰਮਲ, ਇੰਨਾ ਨਿਰਮਲ ਹੋ ਜਾਂਦਾ ਨਾ ਤੇ ਨਿਰਬੀਜ ਚਿੱਤ ਹੋ ਜਾਂਦਾ। ਜਿਹੜੀ ਸਮਾਧੀ ਇੱਕ ਸਧਾਰਨ ਸਮਾਧੀ ਹੈ, ਇੱਕ ਹੁੰਦੀ ਆ ਨਿਰਬੀਜ ਸਮਾਧੀ। ਨਿਰਬੀਜ ਸਮਾਧੀ ਜਿਹੜੀ ਹੈ ਨਾ ਉਹਦੇ ਲਈ ਥੋੜੀ ਮਿਹਨਤ ਜ਼ਿਆਦਾ ਨਹੀਂ ਲੱਗਦੀ। ਉਹਦੇ ਲਈ ਸਾਡੀ ਕੇਵਲ ਉੱਥੇ ਮੌਜੂਦਗੀ ਹੈ। ਬਾਣੀ ਜੀ ਨੂੰ ਬੱਜਰ ਕਪਾਟ ਵੀ ਕਿਹਾ ਗਿਆ। ਬਹੁਤ ਉੱਚੀ ਅਵਸਥਾ ਹੈ। ਉਹਦੇ ਚ ਕੋਈ ਜ਼ੋਰ ਦਾ ਵਰਤੀ ਨਹੀਂ ਹੈ। ਧਿਆਨ ਸਿਮਰਨ ਆਪਾਂ ਜ਼ੋਰ ਦਾ ਆਪਾਂ ਖੁਦ ਕਰ ਸਕਦੇ ਹਾਂ। ਇਸ ਚੀਜ਼ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਧਿਆਨ ਸਿਮਰਨ ਅਸੀਂ ਖੁਦ ਬੈਠੇ ਹਾਂ, ਕਰ ਸਕਦੇ ਹਾਂ ਸਾਧਨਾ, ਸਮਾਧੀ ਚ ਪ੍ਰਵੇਸ਼ ਕਰ ਸਕਦੇ। ਆਮ ਨਿਰਵਿਚਾਰ ਸਮਾਧੀ, ਸਹਿਜ ਸਮਾਧੀ ਜਿਹੜੀ ਆ ਬਹੁਤ ਉੱਚੀ ਅਵਸਥਾ ਹੈ। ਤੁਸੀਂ ਦੇਖੋਗੇ ਨਾ, ਤੁਸੀਂ ਹੁਣ ਸਮਾਧੀ ਚ ਪ੍ਰਵੇਸ਼ ਕਰਦੇ ਤੁਹਾਡੇ ਅੰਦਰ ਇੱਕ ਬਿੰਦੂ ਰਹਿ ਜਾਂਦਾ। ਉਹ ਬਿੰਦੂ ਜਿਹੜਾ ਹੈ ਉਹ ਬੀਜ ਹੈਗਾ, ਉਹ ਜੀਵ ਹੈ, ਉਹ ਚਿੱਤ ਹੈ ਉਹ ਤੁਹਾਡਾ। ਉਹ ਜਿਹੜਾ ਬੀਜ ਆ ਉਹਨੂੰ ਉਸ ਨਿਰਵਿਚਾਰ ਅਵਸਥਾ ਦੇ ਵਿੱਚ ਰੋਸਟ ਕਰਨਾ ਪੈਂਦਾ। ਜਿਵੇਂ ਜਿਵੇਂ ਤੁਸੀਂ ਉਸ ਅਵਸਥਾ ਚ ਆਪਣੀ ਸੁਰਤੀ ਨੂੰ ਬਾਰ-ਬਾਰ ਇਕਾਗਰ ਕੀਤਾ, ਉਹ ਬਿੰਦੂ ਜਿਹੜਾ ਤੁਹਾਨੂੰ ਦੱਸਿਆ ਨਾ ਬੱਚੇ ਜਿੱਥੇ ਤੀਰ ਮਾਰਦੇ, ਉਸ ਬਿੰਦੂ ਦੇ ਵਿੱਚ ਉੱਥੇ ਸੁਰਤੀ ਇਕਾਗਰ ਕਰਨੀ ਹੈ, ਮਨ ਦੇ ਵਿੱਚ ਸੁਰਤੀ ਇਕਾਗਰ ਕਰਨੀ ਹੈ। ਤੁਸੀਂ ਜਾ ਹਿਸਾਬ ਲਾ ਲਓ ਕਿੰਨਾ ਬਰੀਕ ਕੰਮ ਹੈ। ਚਿੱਤ ਆ, ਚਿੱਤ ਦੇ ਸਾਈਡ ਤੇ ਦੁਨੀਆ ਭਰ ਦੇ ਵਿਚਾਰ, ਸੰਸਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ, ਦਵੈਸ਼, ਉਹਦੇ ਵਿੱਚ ਮਨ ਦੇ ਵਿੱਚ ਸੁਰਤੀ ਇਕਾਗਰ ਕਰਦੀ ਇੰਨੀ ਬਰੀਕ ਆ। ਛਣ ਵੀ ਕਹਿੰਦਾ, ਛਣ ਤੇ ਬੜੀ ਵੱਡੀ ਗੱਲ। ਮਨ ਨਾਲ ਹੀ ਤੋਂ ਬਾਹਰ ਆ ਜਾਂਦਾ, ਨਾਲ ਹੀ ਅੰਦਰ, ਨਾਲ ਹੀ ਬਾਹਰ, ਨਾਲ ਹੀ ਅੰਦਰ। ਤੁਹਾਨੂੰ ਪਤਾ ਨਹੀਂ ਲੱਗਦਾ 4-5 ਮਿੰਟ ਤੁਹਾਡੇ ਲੰਘ ਜਾਂਦੇ। ਕਿੰਨਾ ਬਰੀਕ ਹੈ ਉਹ, ਪੜਦਾ ਬਹੁਤ ਬਰੀਕ। ਉੱਥੇ ਜਦੋਂ ਸੁਰਤੀ ਤੁਹਾਡੀ ਠਹਿਰ ਗਈ ਨਾ, ਉੱਥੇ ਚਿੱਤ ਨੇ ਨਸ਼ਟ ਹੋਣਾ। ਚਿੱਤ ਹੁਣ ਪਤਾ ਨਹੀਂ ਕਿੱਦਾਂ ਦੇ ਤੁਹਾਡੇ ਸੰਸਕਾਰ ਆ। ਹੁਣ ਵੇਖਣ ਨੂੰ ਤੁਸੀਂ ਸਾਰੇ ਆਪਾਂ ਕਹਿੰਦੇ ਨਾ ਕਿ ਆਪਾਂ ਸਾਰੇ ਇਨਸਾਨ ਆ, ਹੈ ਬਾਹਰੋਂ ਆਪਾਂ ਇਨਸਾਨ ਹੈ, ਪਰ ਅੰਦਰੋਂ ਜਿਹੜਾ ਸਾਡੀ ਮਾਨਸਿਕ ਸਥਿਤੀ ਉਹ ਹਰ ਕਦੀ ਵੱਖੋ ਵੱਖਰੀ ਹੈ। ਸਾਡਾ ਮਨ ਵੱਖਰਾ ਹੈ, ਸਾਡਾ ਚਿੱਤ ਵੱਖਰਾ ਹੈ, ਸਾਡੀ ਬੁੱਧੀ ਵੱਖਰੀ ਹੈ। ਔਰ ਸਾਡੇ ਵਰਗਾ ਇਨਸਾਨ ਦੂਜਾ ਨਹੀਂ ਧਰਤੀ ਤੇ ਹੈਗਾ। ਉਹ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਆਪਾਂ ਸਾਰੇ ਇਨਸਾਨ ਹੈਗੇ। ਉਹ ਖੂਨ ਹੈਗਾ, ਸਕਿਨ ਹੈ, ਨਾ ਹੀ ਸਾਡੀ ਸ਼ਕਲ ਇੱਕ ਦੂਜੇ ਨਾਲ ਮਿਲਦੀ। ਕੁਦਰਤ ਨੇ ਨਿਯਮ ਬਣਾਇਆ। ਸੁਰਤ ਵੀ ਵੱਖਰੀ ਹੈ ਗੋਰਖੀ ਸਾਹਿਬ, ਸੁਰਤ ਵੀ ਵੱਖਰੀ ਹੈ। ਹਾਂ ਬਿਲਕੁਲ। ਹਾਂ, ਜਿਹੜੀ ਜੀਵ ਹੈ ਨਾ, ਜੀਵ ਦੀ ਸੁਰਤੀ ਵੱਖਰੀ ਹੈ ਉਹਦੀ। ਪਰ ਜਦੋਂ ਅਸੀਂ ਸੁਰਤੀ, ਸਾਡੀ ਜੀਵ ਦੀ ਸੁਰਤੀ ਆਤਮ ਤੱਤ ਤੇ ਚੱਲ ਜਾਂਦੀ ਹੈ, ਫਿਰ ਸਾਰੇ ਅਸੀਂ ਬ੍ਰਹਮ ਹੋ ਜਾਂਦੇ। ਉੱਥੇ ਫਿਰ ਬ੍ਰਹਮ। ਉੱਥੇ ਉਹ ਕਬੀਰ ਜੀ ਦਾ ਕਬੀਰ ਜੀ ਦਾ ਆਉਂਦਾ ਨਾ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਹਾਂ, ਹੁਣ ਡਾਟ ਤੇ ਰਹਿ ਗਿਆ ਨਿੱਜਰ ਸਾਹਿਬ। ਉੱਥੇ ਕਬੀਰ ਨੇ ਆਪੇ ਹੋਣਾ, ਹਰ ਨੇ ਵਿਚਾਰੇ ਨੇ ਆਪੇ ਆ ਜਾਣਾ। ਉਹਨੂੰ ਪਤਾ ਹੈ ਕਿ ਇਹ ਬੰਦੇ ਬਹੁਤ ਦੂਰ ਤੱਕ ਆ ਗਏ। ਬਹੁਤ ਘਾਲਣਾ ਕਾਲੀ, ਇੰਨੀ ਘਾਲਣਾ ਕਾਲੀ। ਨਿਰਗੁਣ ਨੂੰ ਸਰਗੁਣ ਦੇ ਵਿੱਚੋਂ ਬਾਹਰ ਕੱਢਤਾ, ਉਹਨੂੰ ਲੱਭ ਲਿਆ। ਉਹ ਤੇ ਚਾਹੁੰਦਾ ਹੈ ਪ੍ਰਮਾਤਮਾ ਕਿ ਕੋਈ ਜੀਵ ਏਦਾਂ ਦਾ ਹੋਵੇ ਜਿਹੜਾ ਮੇਰੇ ਰੂਪ ਨੂੰ ਪਛਾਣ ਲਵੇ, ਮੈਨੂੰ ਲੱਭ ਲੇ। ਕਾਇੰਡ ਆਫ ਲੁਕਣ ਵਿੱਚ ਹੀ ਹੈ ਕਿ ਇੰਨੀ। ਤੁਸੀਂ ਆਪ ਹਿਸਾਬ ਲਾ ਲਓ, ਇੱਕ ਭੁੱਲ ਭੁਲਈਆ ਬੰਦੇ ਨੇ ਬਣਾਈ ਹੋਵੇ ਨਾ ਨਿੱਜਰ ਸਾਹਿਬ, ਉਹ ਤੋਂ ਨਹੀਂ ਨਿਕਲਿਆ ਜਾਂਦਾ। ਇਹ ਜਿਹੜੀ ਭੁੱਲ ਭੁਲਈਆ ਰੱਬ ਨੇ ਬਣਾਈ ਆ, ਤੇ ਹਿਸਾਬ ਲਾ ਲਓ ਕਿਹੋ ਜਿਹੀ ਹੋਊਗੀ। ਬਹੁਤ ਕਿੰਨੀ ਬਰੀਕ ਹੋਊਗੀ। ਬਿਲਕੁਲ ਬਿਲਕੁਲ। ਅਬ ਜਸਟ ਮੇਰੀ ਇੱਕ ਛੋਟੀ ਜਿਹੀ ਗੱਲ ਸੁਣੋ। ਇੱਕ ਛੋਟੀ ਜਿਹੀ ਭੁੱਲ ਭੁਲਈਆ ਮੈਂ ਬਣਾਉਂਦਾ, ਤੁਸੀਂ ਉਸ ਤੋਂ ਬਾਹਰ ਨਹੀਂ ਆ ਸਕਦੇ। ਤੇ ਜਿਹੜੀ ਰੱਬ ਨੇ ਬਣਾਈ ਉਹ ਕਿਹੋ ਜਿਹੀ ਹੋਊ, ਮਾਮੂਲੀ ਗੱਲ ਹੋਊਗੀ ਕਿਤੇ ਉਹ। ਬਹੁਤ ਜ਼ਬਰਦਸਤ ਔਰ ਇੰਜੋਏ ਵਾਲਾ ਹੈਗਾ ਹੈ। ਔਰ ਇਹ ਸਭ ਤੋਂ ਵੱਡੀ ਗੱਲ ਆ, ਤੁਸੀਂ ਜਿਹੜੀਆਂ ਸਟੇਜਾਂ ਪਾਰ ਕਰਦੇ ਗਏ ਨਾ, ਉਹਦੀ ਪਾਤਰਤਾ ਦੇ ਨਾਲ ਜਿੰਨੀ ਸਟੇਜਾਂ ਪਾਰ ਕਰਦੇ ਗਏ, ਉਸ ਹਿਸਾਬ ਨਾਲ ਤੁਹਾਡੇ 'ਚ ਪਾਵਰ ਆਈ ਜਾਣੀ, ਤੁਹਾਡੇ ਜੀਵਨ 'ਚ ਉਚਾਈ ਆਊਗੀ। ਹੁਣ ਜਦੋਂ ਮੈਂ ਇੱਥੇ 2 ਫੁੱਟ ਤੇ ਮੈਂ ਧਰਤੀ ਤੇ ਖਲੋਤਾ ਵਾਂ, ਤੇ ਮੈਨੂੰ ਕਿੰਨਾ ਕੁ ਦਿਖਣ ਡਿਆ? 4-5 ਫੁੱਟ। ਪਹਿਲੀ ਮੰਜ਼ਿਲ ਤੇ ਚੱਲ ਗਿਆ, ਨਜ਼ਾਰਾ ਹੋਰ ਹੋ ਗਿਆ।
ਦੂਜੀ ਤੇ ਤੀਜੀ ਤੇ ਪੰਜਵੀਂ ਤੇ ਸੱਤਵੀਂ ਤੇ ਨਜ਼ਾਰਾ ਬਦਲਦਾ ਜਾਣਾ। ਸਮਾਧੀ ਵੀ ਇਸੇ ਤਰ੍ਹਾਂ ਹੀ, ਜਿਵੇਂ ਜਿਵੇਂ ਤੁਹਾਡੀ ਸੁਰਤੀ ਉਹ ਕਾਲੇ ਡੋਰ ਤੇ ਲਾਗੇ ਆਉਂਦੀ ਗਈ, ਤੁਹਾਡੇ ਜੀਵਨ ਚ ਨਿਰਮਲਤਾ, ਉਚਾਈ, ਸ਼ੁੱਧਤਾ ਆਪਣੇ ਆਪ ਆਉਣੀ ਹੈ, ਇੱਕਦਮ ਮਣੀ, ਸ਼ੁੱਧ ਮਣੀ ਦੇ ਵਾਂਗੂ। ਹਾਂਜੀ ਨਿਜਰ ਸਾਹਿਬ, ਅੱਜ ਦੇ ਵਿਚਾਰ। ਹਾਂਜੀ। ਰਾਮਕਲੀ ਮਹਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਕਹਿੰਦੇ ਮੈਨੂੰ ਗੁਰੂ ਮਿਲ ਗਿਆ, ਮੈਨੂੰ ਗਾਈਡ ਮਿਲ ਗਿਆ, ਮੈਨੂੰ ਰਸਤਾ ਲੱਭ ਗਿਆ। ਮੈਂ ਸ਼ੁਰੂ ਕਰਤੀ ਰਸਤੇ ਤੇ ਚੱਲਣਾ ਸ਼ੁਰੂ ਕਰਤਾ, ਮੇਰੇ ਅੰਦਰ ਖੇੜਾ ਆ ਗਿਆ, ਮੇਰੇ ਅੰਦਰ ਸ਼ਾਂਤੀ ਆ ਗਈ। ਸਤਿਗੁਰ ਤਾਂ ਪਾਇਆ ਸਹਿਜ ਸਿਰਤੀ, ਮਨ ਵਜੀਆਂ ਵਧਾਈਆਂ। ਕਹਿੰਦੇ ਸਹਿਜ ਅਵਸਥਾ ਆ ਗਈ, ਮਨ ਦੇ ਵਿੱਚ ਵਧਾਈਆਂ ਵੱਜਣ ਲੱਗ ਪਈਆਂ, ਮੇਰੇ ਅੰਦਰ ਅਨਹਦ ਸ਼ਬਦ ਚੱਲਣ ਲੱਗ ਪਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਆਨੰਦ ਭਇਆ ਮੇਰੀ ਮਾਈ, ਮਾਏ ਸਤਿਗੁਰੂ ਮੈਂ ਪਾਇਆ। ਕਹਿੰਦੇ ਕਿ ਸਤਿਗੁਰੂ, ਦੇਖੋ ਸਤਿਗੁਰੂ ਮੈਂ ਕਹਾਂ ਕਿ ਉਹ ਇਨਸਾਨ ਵੀ ਕਹਿ ਲਓ ਤੇ ਪ੍ਰਮਾਤਮਾ ਵੀ ਹੈ ਸਤਿਗੁਰੂ, ਕਿਉਂਕਿ ਉਹ ਰਸਤਾ ਉਹਦਾ ਹੈ ਔਰ ਮਾਰਗ ਦਰਸ਼ਨ ਉਹ ਸ਼ਕਤੀ ਖੁਦ ਹੀ ਕਰਦੀ, ਉਹ ਗੁਰੂ ਦੇ ਵਾਂਗੂ ਸਨ। ਹੁਣ ਜਦੋਂ ਗਾਈਡ ਸਾਨੂੰ ਚੰਗਾ ਮਿਲ ਜਾਣਾ ਨਿੱਜਾ ਸਾਹਿਬ, ਅੱਧਾ ਕੰਮ ਤੇ ਉਦੋਂ ਹੀ ਹੋ ਜਾਂਦਾ। ਬਿਲਕੁਲ। ਕਿਉਂਕਿ ਉਹ ਬਾਕੀ ਚੱਲਣਾ ਤੇ ਸਾਡੇ ਹੱਥ ਹੈ ਨਾ, ਉਹਨੇ ਥੋੜੀ ਲੈ ਕੇ ਜਾਣਾ ਵਿਚਾਰੇ ਨੇ, ਉਹਨੇ ਤੇ ਤਾਂ ਦੱਸਣਾ ਹੀ ਹੈ ਕਿ ਫਲਾਣੀ ਐਕਸਰਸਾਈਜ਼ ਲਾਓ, ਹੁਣ ਤੇਰੀਆਂ ਬਾਹਾਂ ਕਮਜ਼ੋਰ ਹੈ, ਤੇਰੀਆਂ ਲੱਤਾਂ ਨੂੰ ਐਕਸਰਸਾਈਜ਼ ਲਾਉਣੀ ਹੈ ਜਾਂ ਛਾਤੀ ਦੀ ਲਾਉਣੀ ਆ, ਤੈਨੂੰ ਕਿਹੜੀ ਪ੍ਰੋਬਲਮ ਆ ਰਹੀ ਹੈ, ਉਹਨੇ ਤੇ ਦੱਸਣਾ ਹੀ ਹੈ ਨਿੱਜਰ ਸਾਹਿਬ। ਐਕਸਰਸਾਈਜ਼ ਤੇ ਸਾਨੂੰ ਖੁਦ ਹੀ ਕਰਨੀ ਪਊਗੀ ਨਾ। ਬਿਲਕੁਲ। ਜਿਮ ਕੋਈ ਚੰਗਾ ਕੋਚ ਮਿਲ ਜੇ, ਉਹ ਤੇ ਕਹਿੰਦਾ ਭਈ ਏਦਾਂ ਦਾ ਕੰਮ ਕਰ ਲਓ, ਆਹ ਖੁਰਾਕ ਖਾਣੀ ਹੈ, ਇਸ ਟਾਈਮ ਤੇ ਆਓ, ਇਸ ਟਾਈਮ ਤੇ ਐਕਸਰਸਾਈਜ਼ ਕਰੋ। ਫਿਰ ਉਹ ਜਿੱਦਾਂ ਕਹਿੰਦਾ ਵਾ ਗਿਆਨ, ਗੁਰੂ ਗਿਆਨ ਹੈ, ਗਿਆਨ ਸਾਨੂੰ ਕੀ ਕਹਿੰਦਾ ਕਿ ਧਿਆਨ ਸਿਮਰਨ ਕਰਨਾ ਹੈ। ਤੇ ਕਹਿੰਦੇ ਬੜੀ ਵੱਡੀ ਗੱਲ ਹੈ, ਮੈਨੂੰ ਯੁਕਤੀ ਦਾ ਪਤਾ ਲੱਗ ਗਿਆ ਜਿਹਨੇ ਮੇਰਾ ਮਸਲਾ ਹੱਲ ਕਰਨਾ ਹੈ। ਔਰ ਇਹ ਨਹੀਂ ਨਕਲੀ ਗਿਆਨ ਨਹੀਂ, ਸਿੱਧਾ ਤੀਰ ਵਾਂਗੂ ਜਾ ਕੇ ਵੱਜਣਾ ਹੈ ਗਿਆਨ। ਜਿੱਧਰ ਵੀ ਗਤੀ ਕਰੂੰਗਾ ਜਿਹਦੀ ਤੀਰ ਵਾਂਗੂ, ਤੇ ਉਹਦੀ ਆਊਟਪੁੱਟ ਉਸ ਟਾਈਮ ਆਉਣਾ। ਇਹਦੀ ਗੱਲ ਕਰਦੇ ਤਾਂ ਹੀ ਆਨੰਦ ਹੋ ਗਿਆ ਕਹਿੰਦੇ। ਠੀਕ ਹੈ ਨਾ ਜੀ ਸਰ? ਹਾਂਜੀ ਬਹੁਤ ਵਧੀਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿੰਦੇ ਅੰਦਰ ਆਟੋਮੈਟਿਕਲੀ ਮੇਰੇ ਅੰਦਰ ਜਿਹੜੇ ਹੈਗੇ ਆ ਸ਼ਬਦ, ਅਨਹਦ ਸ਼ਬਦ ਬਾਜੇ, ਪੰਜ ਸ਼ਬਦ ਤਿਤ ਘਰ ਸੁਭਾਗੇ, ਇਸੇ ਦੇ ਵਿੱਚ ਆਊਗਾ ਆਨੰਦ ਸਾਹਿਬ ਦੇ ਵਿੱਚ, ਤੀਸਰੇ ਚੌਥੇ ਦੇ ਵਿੱਚ ਆਊਗਾ। ਤੇ ਕਹਿੰਦੇ ਪੰਜ ਸ਼ਬਦ ਮੇਰੇ ਅੰਦਰ ਵੱਜਣ ਲੱਗ ਪਏ ਇੰਨੇ ਰਾਗ ਦੇ ਨਾਲ। ਇੰਨਾ ਜਿਹੜਾ ਹੈਗਾ ਰਾਗ ਪਰਿਵਾਰ ਜਿਵੇਂ ਰਾਗੀਆਂ ਦਾ ਪਰਿਵਾਰ ਹੀ ਇਕੱਠਾ ਹੋ ਗਿਆ। ਕਹਿੰਦੇ ਉਹਨਾਂ ਦੀਆਂ ਰਾਗਨੀਆਂ ਵੀ ਕਹਿੰਦੇ ਸ਼ਬਦ ਗਾਵਣ ਆਈਆਂ। ਕਹਿੰਦੇ ਐਸੇ ਸ਼ਬਦ ਜਿਹੜੇ ਅੰਦਰ ਚੱਲ ਪਏ ਆਪਣੇ ਆਪ ਹੀ, ਜਿਹੜੇ ਹੈਗੇ ਬਗੈਰ ਕਿਸੇ ਬਾਜੇ ਜੋੜੀ ਦੇ, ਬਗੈਰ ਕਿਸੇ ਆਹਤ ਦੇ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿੰਦੇ ਭਾਈ ਆਇਆ ਪਾਈ, ਇਹ ਪਰਮਾਤਮਾ ਦੇ ਵੱਲੋਂ ਜਿਹੜਾ ਸ਼ਬਦ ਆ ਰਿਹਾ, ਇਹਦੇ ਵਿੱਚ ਜੁੜ ਜਾਏ, ਧਿਆਨ ਸਿਮਰਨ ਕਰਦੇ ਰਹਿ, ਇਹਨੂੰ ਮਨ ਦੇ ਵਿੱਚ ਵਸਾ ਲਾ ਆਪਣੇ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਕਹਿੰਦੇ ਆਨੰਦ ਹੋ ਗਿਆ ਭਾਈ, ਸ਼ਾਂਤੀ ਆ ਗਈ, ਗੁਰੂ ਗਾਈਡ ਮਿਲ ਗਿਆ ਮੈਨੂੰ, ਮੇਰਾ ਜਿਹੜਾ ਹੈਗਾ ਜੀਵਨ ਸਫਲ ਹੋ ਗਿਆ, ਮੈਨੂੰ ਰਸਤਾ ਸਹੀ ਮਿਲ ਗਿਆ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਦੇਖ ਲਓ, ਕਹਿੰਦੇ ਕਿ ਸਤਿਗੁਰ ਤਾਂ ਮੈਂ ਪਾਇਆ, ਸਹਿਜ ਚੇਤੀ ਮਨ ਵੱਜੀਆਂ ਵਧਾਈਆਂ। ਔਰ ਕਹਿੰਦੇ ਕਿ ਟਾਈਮ ਨਹੀਂ ਲੱਗਾ, ਬਹੁਤ ਥੋੜੇ ਸਮੇਂ ਦੇ ਅੰਦਰ ਮੈਨੂੰ ਆਤਮਕ ਅਡੋਲਤਾ ਅਵਸਥਾ ਦਾ ਅਨੁਭਵ ਹੋਣ ਲੱਗ ਪਿਆ। ਜਿਹੜੀ ਚੀਜ਼ ਮੈਂ ਲੱਭ ਰਿਹਾ ਸਾਂ, ਜਿਹਦੀ ਮੈਂ ਖੋਜ ਕਰ ਰਿਹਾ ਸਾਂ, ਉਹ ਚੀਜ਼ ਮੈਨੂੰ ਮਿਲ ਗਈ ਹੈ ਔਰ ਮੈਂ ਵਧਾਈ ਦਾ ਪਾਤਰ ਹੋ ਗਿਆ ਨਿੱਜਰ ਸਾਹਿਬ। ਬਿਲਕੁਲ। ਔਰ ਉਦਾਂ ਨੇ ਵਧਾਈ ਕਦੀ ਦਓਗੇ ਕਿਸੇ ਨੂੰ? ਕੋਈ ਕੰਮ ਵੀ ਹੋਵੇ ਤੇ ਤਾਂ ਵਧਾਈ ਦਓਗੇ ਕਿ ਝੂਠੀਆਂ ਵਧਾਈ ਦੇ ਜਾਣੀਆਂ ਆਪਾਂ ਕਿਸੇ ਨੂੰ ਨਿੱਜਰ ਸਾਹਿਬ? ਬਿਲਕੁਲ। ਵਧਾਈਆਂ ਆਪਾਂ ਕਿਸੇ ਨੂੰ ਕਹਿੰਦੇ ਨੇ ਵਧਾਈਆਂ ਹੋਈਏ, ਹੁਣ ਕੋਈ ਸਮਾਗਮ ਹੋਵੇ ਤਾਂ ਹੀ ਤੇ ਵਧਾਈ ਦੇਵਾਂਗੇ। ਵਧਾਈਆਂ ਤਾਂ ਅੰਦਰੋਂ ਆ ਗਈਆਂ। ਕਹਿੰਦੇ ਸ਼ਬਦ ਚੱਲਣ ਲੱਗ ਪਏ ਅੰਦਰੋਂ, ਵਧਾਈਆਂ ਢੋਲ ਵੱਜਣ ਲੱਗ ਪਏ ਮੇਰੇ ਅੰਦਰ। ਹਾਂ, ਉਹ ਕਹਿੰਦੇ ਕਲਪਨਾ ਦਾ ਕੰਮ ਨਹੀਂ ਹੋਇਆ, ਅੰਦਰ ਜਿਹੜੀ ਮੇਰੇ ਉਹ ਚੀਜ਼ ਆ ਗਈ, ਉਹ ਮੇਰੇ ਅੰਦਰ ਜਿਹੜਾ ਨਾਦ ਪ੍ਰਗਟ ਹੋ ਗਿਆ। ਉਹ ਸ਼ਬਦ ਮੇਰੇ ਜਿਹੜੇ ਪ੍ਰਾਣ ਸਨ, ਉਹਨਾਂ ਨੇ ਇੱਕ ਐਸਾ ਨਾਦ ਵਜਾਤਾ ਤੇ ਉਹ ਮੇਰੇ ਅੰਦਰ ਜਿਹੜੀ ਹੁਣ ਮੇਰੀ ਅਵਸਥਾ ਬਹੁਤ ਉੱਚੀ ਹੋ ਗਈ ਹੈ, ਹੋ ਰਹੀ ਹੈ।
ਜਿੱਦਾਂ ਕੋਈ ਮੂਰਤੀ ਵੇਖੋ, ਆਪਾਂ ਪੱਥਰ ਦੀ ਮੂਰਤੀਕਾਰ ਨੂੰ ਵੇਖੋ ਨਾ ਤੇ ਜਾ ਕੇ, ਤੇ ਉਹ ਕੋਈ 2-4 ਮਿੰਟ ਦੀ ਗੇਮ ਨਹੀਂ ਹੈਗੀ ਕਿ ਮੂਰਤੀ ਨੂੰ ਤਰਾਸ਼ ਕਰਕੇ ਕੱਢ ਦੇਣਾ ਚੰਗੀ ਮੂਰਤੀ ਬਣਾਉਣ ਲਈ। ਹਾਂ, ਦੂਜੀ ਜਿਹੜੀ POP ਦੀ ਬਣਾਈ ਦੀ ਉਹ 2-4 ਘੰਟੇ 'ਚ ਬਣ ਜਾਂਦੀ ਹੈ, ਪਰ ਜਿਹੜੀ ਪੱਥਰ 'ਚ ਮੂਰਤੀ ਦਾ ਤਰਾਸ਼ ਕਰਨਾ ਹੁੰਦਾ ਨਾ, ਉਹਦੇ ਲਈ ਬਹੁਤ ਟਾਈਮ ਲੱਗਦਾ, ਬਹੁਤ ਬਰੀਕੀ ਦਾ ਕੰਮ ਹੈ। ਇਸੇ ਹੀ ਤਰ੍ਹਾਂ ਆਤਮ ਗਿਆਨ ਅਵਸਥਾ ਜਿਹੜੀ ਹੈ ਨਾ, ਬਹੁਤ ਸੂਖਮ ਹੈ। ਇੱਥੇ ਧੀਰਜ ਦੇ ਨਾਲ ਬਿਲਕੁਲ ਚੱਲਦੇ ਜਾਣਾ ਹੈ ਔਰ ਸਹਿਜ ਮਾਰਗ ਹੈ। ਇੱਥੇ ਕਾਲੀ ਖਰਗੋਸ਼ਾਂ ਵਾਲਾ ਕੋਈ ਕੰਮ ਨਹੀਂ ਹੈਗਾ। ਜਿੰਨਾ ਤੁਸੀਂ ਹੌਲੀ ਚੱਲੋਗੇ, ਨਿਮਰਤਾ ਦੇ ਨਾਲ ਚੱਲੋਗੇ, ਪਿਆਰ ਦੇ ਨਾਲ ਚੱਲੋਗੇ, ਉਹਨਾਂ ਛੇਤੀ ਆਪਣੇ ਅੰਦਰ ਤੁਸੀਂ ਸਥਿਰ ਹੋ ਜਾਣਾ। ਹਾਂਜੀ ਨਿਜਰ ਸਾਹਿਬ। ਹਾਂਜੀ, ਦੇਖ ਲਓ ਭਾਈ, ਜਿਨ੍ਹਾਂ ਦੇ ਅੰਦਰ ਇਹ ਸ਼ਬਦ ਚੱਲਣ ਲੱਗ ਪਏ ਤੇ ਸਮਝ ਲਓ ਭਾਈ ਵਧਾਈਆਂ ਆਉਣ ਲੱਗ ਪਈਆਂ ਤੇ ਆਨੰਦ ਆਉਣ ਲੱਗ ਪਿਆ। ਭਾਈ ਸਤਿਗੁਰੂ ਸਹੀ ਮਿਲ ਗਿਆ, ਗਾਈਡ ਸਹੀ ਮਿਲ ਗਿਆ, ਗਿਆਨ ਸਹੀ ਮਿਲ ਗਿਆ। ਤੇ ਹੁਣ ਅਗਲਾ ਜਿਹੜਾ ਹੈਗਾ ਦੂਸਰਾ ਅੰਕ ਆ ਗਿਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਦੇਖ ਲਾ ਮੇਰੇ ਮਨਾ, ਹੁਣ ਤੂੰ ਬਾਹਰ ਆਏਗਾ, ਫਿਰ ਜਿਹੜਾ ਹੈਗਾ ਸਮਾਧੀ ਤੋਂ ਬਾਹਰ ਆ ਕੇ ਦੇਖ ਕਿਤੇ ਉਲਝ ਨਾ ਜਾਈਂ। ਹਮੇਸ਼ਾ ਜਿਹੜਾ ਇਹ ਕੰਮ ਕਰਦਾ ਰਹਿ, ਇਸੇ ਦੇ ਨਾਲ ਲੱਗਿਆ ਰਹਿ। ਇਹ ਮਨ ਮੇਰਾ ਨਹੀਂ ਤਾਂ ਟੁੱਟ ਜਾਏਗਾ, ਫਿਰ ਜਿਹੜਾ ਹੈਗਾ ਖੜ ਜਾਏਗਾ, ਬਦਬੂ ਆਉਣ ਲੱਗ ਪਊਗੀ। ਇਹ ਹੁਣ ਮਿਲ ਗਿਆ ਤੈਨੂੰ ਜਿਹੜਾ ਹੈਗਾ ਵਗਦਾ ਪਾਣੀ, ਇਹਦੇ ਨਾਲ ਲੱਗਿਆ ਰਹਿ, ਹੁਣ ਤੁਰਦਾ ਰਹਿ ਇਹਦੇ ਨਾਲ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹ ਆ ਪਰਮਾਤਮਾ ਦਾ ਸਾਥ, ਪਰਮਾਤਮਾ ਵੱਲੋਂ ਜਿਹੜੇ ਸ਼ਬਦ ਚੱਲ ਰਹੇ, ਮਾਲਕ ਦੇ ਦਰ ਤੋਂ ਆ ਰਹੀਆਂ ਆਵਾਜ਼ਾਂ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਇਹਦੇ ਤੇਰਾ ਸਾਰੇ ਦੁੱਖ ਜਿਹੜੇ ਹੈਗੇ ਭੁਲਾ ਦੇਣੇ ਆ ਤੈਨੂੰ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨ, ਤੇਰੇ ਸਾਰੇ ਕਾਰਜ ਸਵਾਰ ਦੂਗਾ, ਆਪਣੇ ਅੰਗ ਦੇ ਨਾਲ ਲਗਾ ਲੂਗਾ ਤੈਨੂੰ, ਜੇ ਯਾਤਰਾ ਤੇ ਚੱਲਦਾ ਰਹੇਗਾ ਤੇ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਮਾਲਕ ਪਰਮਾਤਮਾ ਹੈ, ਸਾਰੀ ਸ੍ਰਿਸ਼ਟੀ ਬਣਾਉਣ ਵਾਲਾ, ਗਲੈਕਸੀਆਂ ਬਣਾਉਣ ਵਾਲਾ, ਗਲੈਕਸੀਆਂ ਘੁਮਾਉਣ ਵਾਲਾ। ਕਿਉਂ ਤੂੰ ਉਸ ਨੂੰ ਕਿਉਂ ਵਿਸਾਰ ਰਿਹਾ ਹੈ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਇਹ ਮੇਰੇ ਮਨਾ ਹਮੇਸ਼ਾ ਨਾਲ ਲੱਗਿਆ ਰਹੇ ਇਸ ਕੰਮ, ਇਸ ਹੈ ਸਮਾਧੀ। ਇਹ ਸਮਾਧੀ ਜਿਹੜੀ ਹੈਗੀ, ਧਿਆਨ ਸਿਮਰਨ ਜਿਹੜਾ ਹੈਗਾ, ਇਹਨੂੰ ਕਦੀ ਵੀ ਜੀਵਨ ਤੋਂ ਇਹਨੂੰ ਨਾ ਹਟਾਈ। ਹਾਂਜੀ ਵੀਰ ਜੀ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਦੇਖ ਲਓ ਬਾਣੀ ਕੀ ਕਹਿ ਰਹੀ ਹੈ। ਬਾਣੀ ਤੇ ਕਹਿ ਰਹੀ ਹੈ ਕਿ ਚਰਨਜੀਤ, ਇਹ ਨਾ ਹੋਵੇ ਕਿ ਤੂੰ 2 ਮਹੀਨੇ ਜਿਮ ਚਲਾ ਕੇ ਤੇ ਮੁੜ ਕੇ ਬੰਦ ਕਰ। ਬਿਲਕੁਲ ਸਹੀ ਗੱਲ ਹੈ ਜੀ। ਹਾਂ, ਉਹ ਜਿਮ ਦਾ ਇੱਕ ਅਸੂਲ ਹੈਗਾ, ਕਹਿੰਦੇ ਤੁਸੀਂ ਵਰਜਿਸ਼ ਕਰਦੇ ਜਾਣਾ। ਅੱਜ ਇੱਕ ਭੈਣ ਜੀ ਦਾ ਫੋਨ ਆਇਆ ਚੰਡੀਗੜ੍ਹ ਤੋਂ, ਉਹ ਆਪਣੀ ਆਡੀਓ ਪਾਉਣਗੇ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਜੇ ਤੁਸੀਂ ਚੀਜ਼ ਨੂੰ ਅਨੁਭਵ ਕਰ ਰਹੇ ਜੋ ਤੇ ਸੰਗਤਾਂ ਦੇ ਨਾਲ ਜ਼ਰੂਰ ਸਾਂਝਾ ਕਰ, ਬਹੁਤ ਜ਼ਰੂਰੀ ਹੈ। ਇੱਥੋਂ ਪਤਾ ਲੱਗਦਾ ਹੈ ਕਿ ਕੋਈ ਮੇਰੇ ਤੋਂ ਅੱਗੇ ਹੈ, ਕੋਈ ਮੇਰੇ ਤੋਂ ਪਿੱਛੇ ਹੈ। ਇਹਦੇ ਨਾਲ ਯਾਤਰਾ ਬੜੀ ਸੌਖੀ ਹੋ ਜਾਂਦੀ ਹੈ। ਪਰ ਖਾ ਕੇ ਦੱਸਣਾ ਇੱਕ ਪਾਪ ਕੀ ਹੈ ਔਰ ਪ੍ਰਮਾਤਮਾ ਭਲੀ ਕਰੇਗਾ। ਜਿਮ ਦੇ ਵਿੱਚ ਜਦੋਂ ਆਪਾਂ, ਮੇਰਾ ਨਾ ਇੱਕ ਉਸਤਾਦ ਹੈਗਾ ਹੈ ਕੁਲਦੀਪ ਸਕੂਲ ਦੇ ਨਾਲ ਹੀ ਉੱਥੇ ਪੜ੍ਹਦੇ ਹੁੰਦੇ ਹਾਂ, ਤੇ ਗਿਆਨ ਆਚਰਨ ਸਕੂਲ ਬੜਾ ਪੁਰਾਣਾ ਸਕੂਲ, ਹੁਣ ਤੇ ਬੰਦ ਹੋ ਗਿਆ। ਬੜੇ ਬਜ਼ੁਰਗ ਬੰਦੇ ਉੱਥੇ ਪੜ੍ਹੇ। ਉੱਥੇ ਕੁਲਦੀਪ ਕੋ ਗਏ ਤੇ ਮੈਂ ਕਿਹਾ ਉਸਤਾਦ ਜੀ ਚਲੋ ਸਾਨੂੰ ਸਿਖਾਓ। ਉਹ ਕਹਿੰਦਾ ਚਰਨਜੀਤ, ਇਹ ਜਿਹੜੀ ਵਰਜਿਸ਼ ਕਰਨੀ ਆ, ਪਹਿਲੇ 2 ਮਹੀਨੇ ਤੇ ਤੇਰੇ ਸਰੀਰ ਨੂੰ ਪਤਾ ਲੱਗਣਾ, ਤੇਰੇ ਸਰੀਰ ਨੇ ਅਨੁਭਵ ਕਰਨਾ ਹੈ, ਕਿਉਂਕਿ ਹੱਡ ਪੈਰ ਜਿਹੜੇ ਨੇ ਟੁੱਟਣੇ ਭੱਜਣੇ। ਤੇ ਕਹਿੰਦਾ ਫਿਰ ਦੂਜੇ ਜਿਹੜੇ 4 ਮਹੀਨੇ ਆ, 2 ਮਹੀਨੇ ਤੂੰ ਹੋਰ ਕੀਤੀ, 4 ਮਹੀਨੇ ਹੋ ਗਏ, ਤੇ ਕਹਿੰਦਾ ਤੈਨੂੰ ਖੁਦ ਪਤਾ ਲੱਗੂ ਕਿ ਹਾਂ ਮੈਂ ਐਕਸਰਸਾਈਜ਼ ਕਰਦਾ। ਤੇ ਕਹਿੰਦਾ ਜੇ ਤੂੰ 4 ਮਹੀਨੇ 'ਚ ਨਹੀਂ ਨਾ ਹਟਦਾ ਤੇ 6 ਮਹੀਨਿਆਂ ਬਾਅਦ ਤੈਨੂੰ ਲੋਕੀ ਕਹਿਣਗੇ ਕਿ ਚਰਨਜੀਤ ਤੂੰ ਸੱਚੀ ਕੋਈ ਜਿਮ ਜੁਆਇਨ ਕੀਤਾ, ਕੋਈ ਖਾੜੇ 'ਚ ਐਕਸਰਸਾਈਜ਼ ਕਰਦਾ। ਇਹੋ ਹਿਸਾਬ ਸਾਡੀ ਸਾਧਨਾ ਦਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਗੱਲ ਹੈ ਜੀ। ਜੇ ਤੁਸੀਂ ਸਾਧਨਾ ਬੰਦ ਕਰਤੀ, ਸਹਿਜ ਅਵਸਥਾ 'ਚ ਪਹੁੰਚਣ ਤੋਂ ਪਹਿਲਾਂ ਉਹਦੇ ਬੜੇ ਮੋਟੇ ਮਸਲ ਬਣੇ, ਫਿਰ ਪੁੱਜ ਜਾਣੇ। ਸਗੋਂ ਪੁੱਜ ਨਹੀਂ ਜਾਣੇ, ਢਿੱਡ ਬਹੁਤ ਵੱਡਾ ਬਾਹਰ ਆ ਜਾਣਾ ਸਗੋਂ ਪਹਿਲੇ ਤੋਂ ਪਤਾ। ਉਹ ਤੇ ਬਾਣੀ ਉਹ ਕਹਿੰਦੀ ਹੈ ਕਿ ਵਿਸਾਰਨਾ ਨਹੀਂ ਹੁੰਦਾ। ਜਦੋਂ ਚੱਲ ਪਏ ਨਾ, ਮੈਂ ਤੁਹਾਨੂੰ 2 ਚੀਜ਼ਾਂ ਕਹੀਆਂ ਨੇ ਕਿ ਜੀਵਨ ਦੇ ਵਿੱਚ ਜਿਹੜਾ ਨਾ
ਇੱਕ ਤੇ ਸੁਥਰਾ ਖਾਣਾ, ਇੱਕ ਸੁਥਰਾ ਬੋਲਣਾ। ਠੀਕ ਹੈ, ਸੁਥਰਾ ਬੋਲਣਾ ਤੇ ਇੱਕ ਇੱਜ਼ਤ ਕਰਨੀ ਆ ਤੇ ਇੱਜ਼ਤ ਹੀ ਲੈਣੀ ਆ। ਜੇ ਕੋਈ ਫਾਲਤੂ ਤੁਹਾਡੀ ਇੱਜ਼ਤ ਖਰਾਬ ਕਰਦਾ ਹੈ, ਫਾਲਤੂ ਬੋਲਦਾ, ਤੇ ਉਹਨੂੰ ਸਮਝਾਓ, ਉਹਨੂੰ ਕਿਦਾਂ ਨਹੀਂ ਮੇਰੇ ਨਾਲ ਗੱਲ ਕਰਨੀ, ਤੇ ਉਸ ਬੰਦੇ ਨਾਲ ਗੱਲ ਹੀ ਨਾ ਕਰੋ ਜਿਹੜਾ ਬੰਦਾ ਤੁਹਾਡੀ ਇੱਜ਼ਤ ਖਰਾਬ ਕਰਦਾ। ਕਿਉਂਕਿ ਸੀਮਾ ਹੁੰਦੀ ਹੈ, ਨਦੀ ਸੀਮਾ ਚ ਚੱਲਦੀ ਬੜੀ ਸੋਹਣੀ ਲੱਗਦੀ ਹੈ। ਇਸੇ ਹੀ ਤਰ੍ਹਾਂ ਆਪਣੀ ਇੱਜ਼ਤ ਨੂੰ ਬਣਾ ਕੇ ਰੱਖੋ। ਜੇਕਰ ਸਾਡੀ ਕੋਈ ਅਸੀਂ ਆਪਣੀ ਰਿਸਪੈਕਟ ਨਹੀਂ ਕਰਾ ਸਕਦੇ, ਕੋਈ ਬੰਦਾ ਸਾਨੂੰ ਉਲਟਾ ਪੁਲਟਾ ਨਾਂ ਲੈ ਕੇ ਸੱਦਦਾ ਹੈ, ਤੇ ਫਿਰ ਕਾਹਦੀ ਇੱਜ਼ਤ ਹੈ। ਮੈਂ ਤੇ ਛੋਟੇ ਬੱਚਿਆਂ ਨੂੰ ਕਹਿੰਦਾ ਤੁਹਾਡੇ ਪੂਰੇ ਨਾਂ ਲੈ ਕੇ ਸੱਦਣੇ, ਔਰ ਉਹਦੇ ਨਾਲ ਕੀ ਬੱਚੇ ਦਾ ਹੌਸਲਾ ਵੱਧਦਾ ਹੈ। ਹਮੇਸ਼ਾ ਛੋਟੇ ਬੱਚੇ ਦਾ ਉਲਟਾ ਪੁਲਟਾ ਨਾਂ ਨਾ ਸੱਦਿਆ ਕਰੋ। ਘਰਾਂ ਚ ਲੋਕੀ ਆਪਾਂ ਪਾ ਦਿੰਦੇ ਹਾਂ, ਜੋ ਬੱਚੇ ਦਾ ਅਸਲੀ ਨਾਂ ਹੈਗਾ ਉਹ ਉਹੀ ਸੱਦੋ, ਸੋਹਣਾ ਲੱਗਦਾ। ਤੇ ਇੱਥੇ ਜਿਹੜੀ ਗੱਲ ਚੱਲਦੀ ਹੈ ਨਾ ਸਾਧਨਾ ਦੇ ਵਿੱਚ, ਸਾਧਨਾ ਜਦੋਂ ਆਪਾਂ ਕਰਦੇ ਹਾਂ ਤੇ ਸਾਧਨਾ ਲਗਾਤਾਰ ਕਰਨੀ ਪੈਣੀ ਹੈ ਤੁਹਾਨੂੰ। ਔਰ ਉਹ ਜਿਹੜੀ ਭੈਣ ਜੀ ਦਾ ਫੋਨ ਆਇਆ, ਉਹ ਕਹਿੰਦੀ ਵੀਰ ਜੀ ਮੈਂ 1 ਘੰਟਾ ਵਾਕ ਕਰਦੀ ਹਾਂ। ਕਹਿੰਦੀ ਜੀਵਨ ਦੇ ਵਿੱਚ ਸਾਧਨਾ ਮੈਂ ਲਗਾਤਾਰ ਕਰਦੀ ਹਾਂ। ਕਹਿੰਦੀ ਇੰਨੀ ਜ਼ਿਆਦਾ ਜੀਵਨ ਕਲੀਅਰ ਹੋਇਆ, ਬਹੁਤ ਕਲੀਅਰ। ਵੈਸੇ ਵੀ ਇਹ ਜਿਹੜੀ ਚੀਜ਼ ਆਪਾਂ ਬਿਆਨ ਤੇ ਨਹੀਂ ਕਰ ਸਕਦੇ, ਹਾਂ ਅਨੁਭਵ ਦਾ ਵਿਸ਼ਾ ਹੈ। ਤੋ ਬਹੁਤ ਇੰਟਰਸਟਿੰਗ ਜਰਨੀ ਆ। ਜੋ ਮਰਜ਼ੀ ਹੋ ਜੇ, 2 ਚੀਜ਼ਾਂ ਤੇ ਬੰਦ ਹੀ ਨਹੀਂ ਕਰਨੀਆਂ, ਇੱਕ ਸਾਧਨਾ ਤੇ ਇੱਕ ਵਰਜਿਸ਼। ਸਹੀ ਹੈ ਨਿਜਰ ਸਾਹਿਬ? ਬਿਲਕੁਲ ਸਹੀ ਗੱਲ ਹੈ ਜੀ, ਬਹੁਤ ਵਧੀਆ। ਕਿਉਂਕਿ ਇਹ ਘੋੜੇ ਨੇ ਜਿਹੜੇ ਸਾਧਨਾ ਇਹਦੇ ਦੁਆਰਾ ਹੀ ਹੋਣੀ ਆ ਭਾਈ। ਘੋੜਾ ਜੇ ਬਿਮਾਰ ਹੋ ਗਿਆ ਤੇ ਇਹ ਚੱਲੂਗਾ ਕਿਵੇਂ ਭਾਈ? ਇਹ ਜੰਤਰ ਨਹੀਂ ਖਰਾਬ ਕਰਨਾ। ਹਾਂਜੀ ਨਿਜਰ ਸਾਹਿਬ, ਅੱਗੇ। ਹਾਂਜੀ, ਤੇ ਇਸ ਤੋਂ ਅੱਗੇ ਕਹਿੰਦੇ ਆ ਸਾਚੇ ਸਾਹਿਬਾ ਕਿਆ ਨਹੀਂ ਕਰੇ ਤੇਰਾ। ਹੁਣ ਕਹਿੰਦੇ ਆ ਦੇਖੋ, ਪਹਿਲਾਂ ਹਿਦਾਇਤ ਕੀਤੀ ਬਈ ਗਾਈਡ ਮਿਲ ਗਿਆ, ਯਾਤਰਾ ਸ਼ੁਰੂ ਹੋ ਗਈ। ਦੂਜਾ ਕਹਿੰਦੇ ਆ ਕਿ ਯਾਤਰਾ ਬੰਦ ਨਹੀਂ ਕਰਨੀ। ਤੀਸਰਾ ਹੁਣ ਕਹਿੰਦੇ ਆ ਮਾਲਕਾ ਇਹ ਯਾਤਰਾ ਤੇਰੀ ਜਿਹੜੀ ਮਿਹਰ ਦੇ ਬਗੈਰ ਨਹੀਂ ਹੋ ਸਕਦੀ। ਤੇਰੇ ਘਰ 'ਚ ਕੀ ਨਹੀਂ ਹੈਗਾ? ਜੇ ਮੇਰੇ ਕੁਛ ਹੈਗੇ ਆ ਮੰਦੇ ਭਾਗ, ਮੇਰੇ ਕੁਛ ਹੈਗੇ ਕੋਈ ਲੇਖੇ ਜੋਖੇ, ਉਹਨਾਂ ਨੂੰ ਹਟਾ, ਹੁਣ ਤੂੰ ਪਾਸੇ ਕਰ ਦੇ ਉਹਨਾਂ ਨੂੰ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਕਹਿੰਦੇ ਜਿਹਨੂੰ ਦੇਂਗਾ ਤੇ ਉਹਨੂੰ ਮਿਲੂਗਾ, ਸਾਰਾ ਕੁਝ ਤਾਂ ਹੈ ਤੇਰੇ ਘਰ ਦੇ ਵਿੱਚ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿੰਦੇ ਸਦਾ ਤੇਰੀ ਸਿਫਤ ਸਲਾਹ ਜਿਹੜੀ ਹੈਗੀ, ਹਮੇਸ਼ਾ ਜਿਹੜੀ ਹੈਗੀ ਉਚਾਈ ਦੇ ਵੱਲ ਲੈ ਕੇ ਜਾਣ ਵਾਲੀ ਆ। ਤੇ ਨਾਮ ਜਿਹੜਾ ਹੈਗਾ, ਤੂੰ ਨਾਮ ਨੂੰ ਮਨ ਦੇ ਵਿੱਚ ਵਸਾ ਦੇ ਮੇਰੀ ਹੈਲਪ ਕਰ ਮਾਲਕਾ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ, ਉਹਨਾਂ ਦੇ ਅੰਦਰ ਆ ਸ਼ਬਦ ਜਿਹੜੇ ਹੈਗੇ ਆ, ਦੇਖੋ ਵਾਜੇ ਸ਼ਬਦ, ਦੱਦੇ ਨੂੰ ਔਂਕੜ ਨਹੀਂ ਲੱਗੀ, ਇਹ ਸ਼ਬਦ ਆ। ਅੱਗੇ ਮਹਾਰਾਜ ਕਹਿਣਗੇ 5 ਸ਼ਬਦ ਤਿਤ ਘਰ ਸੁਭਾਗੇ। ਗਿਣ ਕੇ ਵੀ ਦੱਸ ਦਿੰਦੇ 5 ਸ਼ਬਦ ਵੱਜਦੇ ਆ ਭਾਈ। ਨਾਮ ਜਿਨ ਕੇ ਮਨ ਵਸਿਆ, ਇਹ ਜਿਹੜੇ ਹੈਗੇ ਪ੍ਰਾਣ ਸ਼ਕਤੀ ਜਾਂਦੀ ਹੈ। ਇਹ ਤਾਤੀ 5 ਜਿਹੜੇ ਹੈਗੇ ਅੰਦਰ ਜਿਹੜੇ ਹੈਗੇ, ਜਿਨ੍ਹਾਂ ਦੀ ਰਚਨਾ ਹੈਗੀ, ਇਹੀ ਜਿਹੜੇ ਹੈਗੇ ਇਹਨਾਂ ਤੋਂ ਹੀ ਜਿਹੜੀ ਹੈਗੀ ਉਹ ਆਵਾਜ਼, ਤੱਤਾਂ ਦੀ ਆਵਾਜ਼ ਗੂੰਜਣ ਲੱਗ ਪੈਂਦੀ ਆਪਣੇ ਅੰਦਰ। ਇਹ ਮਾਲਕ ਪਰਮਾਤਮਾ ਦੇ ਦਰ ਨੂੰ ਲਿਜਾਣ ਵਾਲੀਆਂ ਇਹ ਜਿਹੜੇ ਹੈਗੇ ਆ, ਅੱਗੇ ਰਸਤਾ ਦਿਖਾਉਣ ਵਾਲੇ ਹੈਗੇ ਭਾਈ। ਨਾਮ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਹੇ ਮੇਰੇ ਮਾਲਕਾ, ਤੇਰੇ ਘਰ ਦੇ ਵਿੱਚ ਕੀ ਨਹੀਂ ਹੈਗਾ? ਨਾਨਕ ਦੇ ਕੱਕੇ ਨੂੰ ਔਂਕੜ ਲੱਗੀ ਹੋਈ ਹੈ। ਇਹ ਆਨੰਦ ਸਾਹਿਬ ਜਿਹੜੇ ਹੈਗੇ, ਦਰਸ਼ਨ ਕਰਨਾ ਆਨੰਦ ਸਾਹਿਬ ਦੇ, ਹਰੇਕ ਕੱਕੇ ਨੂੰ ਔਂਕੜ ਲੱਗੀ ਹੋਈ ਆ। ਇੰਡੀਵਿਜੂਅਲ ਯਾਤਰਾ ਹੈਗੀ ਆ। ਤੀਸਰੀ ਪਾਤਸ਼ਾਹੀ ਬਾਰ-ਬਾਰ ਰਿਕੁਐਸਟ ਕਰ ਰਹੀ ਆ, ਬਈ ਮਾਲਕਾ ਤੇਰੇ ਘਰ 'ਚ ਕੀ ਨਹੀਂ ਆ, ਮੈਨੂੰ ਦੇ। ਮੈਨੂੰ ਤੇਰਾ ਸਾਥ ਵੀ ਚਾਹੀਦਾ ਹੈ, ਤੇਰੇ ਵੱਲੋਂ ਵੀ ਮੈਨੂੰ ਯੋਗਦਾਨ ਚਾਹੀਦਾ ਹੈ, ਤਾਂ ਕਿ ਮੈਂ ਇਹ ਯਾਤਰਾ ਜਿਹੜੀ ਹੈਗੀ ਆ, ਸੂਖਸ਼ਮ ਯਾਤਰਾ ਔਖੀ ਹੈਗੀ ਆ, ਇਹਨੂੰ ਪੂਰੀ ਕਰ ਸਕਾਂ। ਹਾਂਜੀ ਵੀਰ ਜੀ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਗੁਰਕੀ ਸਾਹਿਬ ਸ਼ਾਇਦ ਉਹਨਾਂ ਦਾ ਕਨੈਕਸ਼ਨ ਟੁੱਟ ਗਿਆ ਮੈਨੂੰ ਲੱਗਦਾ। ਹਾਂਜੀ ਵੀਰ ਜੀ, ਮੇਰੇ ਕੋਈ ਲੱਗ ਗਈ ਲੱਗਦਾ ਉਂਗਲ। ਨਹੀਂ ਕੋਈ ਨਹੀਂ।
ਉਹ ਨਿਜ ਹਾਂ ਕੋਈ ਨਹੀਂ। ਇੱਥੇ ਸਾਧ ਸੰਗਤ ਜੀ ਦੇਖੋ, ਬਾਣੀ ਆਪਾਂ ਨੂੰ ਇਹ ਸਮਝਾਉਣਾ ਕਰ ਰਹੀ ਹੈ ਤੇ ਇਹ ਕਿਉਂਕਿ ਬ੍ਰਹਮ ਦੀ ਰਚਨਾ ਹੈ ਔਰ ਬ੍ਰਹਮ ਦੇ ਕੋਲ ਜਾਣਾ ਹੈ, ਪਾਰ ਬ੍ਰਹਮ ਕੋ ਜਾਣਾ ਹੈ। ਆਹ ਬ੍ਰਹਮ ਜਿਹੜਾ ਦੇਖਦਾ ਪਿਆ ਆਪਾਂ, ਇਹ ਵੀ ਉਹਦਾ ਹੀ ਰੂਪ ਆ। ਪਰ ਜਿੰਨਾ ਚਿਰ ਤੱਕ ਅਸੀਂ ਉਹ ਪਾਰ ਬ੍ਰਹਮ ਨੂੰ ਨਹੀਂ ਮਿਲਦੇ ਨਾ, ਉਹਨਾਂ ਚਿਰ ਇਹ ਬ੍ਰਹਮ ਸਾਨੂੰ ਅਸਲ ਰੂਪ ਤੇ ਨਜ਼ਰ ਨਹੀਂ ਆਉਣਾ, ਕਿਉਂਕਿ ਅਸੀਂ ਇੰਦਰੀਆਂ ਦੇ ਨਾਲ ਵੇਂਦੇ ਪਏ ਹਾਂ ਔਰ ਉਹ ਪਾਰ ਬ੍ਰਹਮ ਇੰਦਰੀਆਂ ਦਾ ਵਿਸ਼ਾ ਨਹੀਂ ਆ। ਇਹ ਜਿਹੜਾ ਭੌਤਿਕ ਪਦਾਰਥ ਨੇ, ਇਹ ਇੰਦਰੀਆਂ ਦਾ ਵਿਸ਼ਾ ਹੈ। ਇਹਦੇ ਬਾਰੇ ਹੀ ਇੰਦਰੀਆਂ ਨਾਲ ਲੱਭ ਸਕਦੇ ਹਾਂ, ਪਰ ਜਿੰਨਾ ਚਿਰ ਤੱਕ ਅਸੀਂ ਅੰਦਰੋਂ ਨਹੀਂ ਨਾ ਜੁੜ ਜਾਂਦੇ, ਉਹਨਾਂ ਚਿਰ ਤੱਕ ਬਾਹਰੋਂ ਅਸੀਂ ਜੁੜ ਨਹੀਂ ਸਕਦੇ ਤੇ ਨਾ ਹੀ ਸਾਨੂੰ ਇਹ ਸਰਵ ਵਿਆਪਕ ਉਹਦਾ ਰੂਪ ਨਜ਼ਰ ਆਉਣਾ। ਹਾਂ, ਕਹਿਣ ਦੇ ਨਾਲ ਨਹੀਂ, ਲੋਕੀ ਕਹਿ ਦਿੰਦੇ ਨਾ ਕਿ ਇਹ ਵੀ ਬ੍ਰਹਮ ਤੇ ਉਹ ਵੀ ਬ੍ਰਹਮ, ਇਹ ਕਹਿਣ ਦਾ ਗੱਲ ਨਹੀਂ ਹੋ ਜਾਣੀ। ਇਹ ਤੇ ਅਨੁਭਵ ਕਰਨਾ ਪੈਣਾ ਉਸ ਅਵਸਥਾ ਨੂੰ, ਔਰ ਉਹਨੂੰ ਅਨੁਭਵ ਕਰਨ ਦੇ ਲਈ ਸਾਨੂੰ ਉਸ ਪਰਮਾਤਮਾ ਦੇ ਗਾੜੀ ਅਰਦਾਸ ਕਰਨੀ ਪੈਣੀ ਹੈ। ਔਰ ਉਹਦੇ ਲਈ ਹਰ ਇੱਕ ਜੀਵ ਨੂੰ ਸਮਾਧੀ ਦੇ ਰਾਹੀਂ ਖੁਦ ਜਾਣਾ ਪਊਗਾ, ਇਕੱਲੇ ਨੂੰ। ਉੱਥੇ ਨਾ ਸਾਡੀ ਜਾਤ ਪਾਤ ਜਾਣੀ ਹੈ, ਨਾ ਸਾਡਾ ਰੰਗ, ਨਾ ਸਾਡਾ ਸਰੀਰ, ਨਾ ਸਾਡਾ ਮਨ, ਨਾ ਸਾਡੀ ਬੁੱਧੀ ਤੇ ਨਾ ਹੀ ਸਾਡਾ ਚਿੱਤ। ਆਹ ਹਿਸਾਬ ਲਾ ਲਓ, ਉੱਥੇ ਇਕੱਲੀ ਸਾਡੀ ਸੁਰਤੀ ਜਾਣੀ ਹੈ। ਸੁਰਤੀ ਜਗ੍ਹਾ ਨਹੀਂ ਹੈਗੀ ਉੱਥੇ, ਰੱਤੀ ਪਰ ਜਗ੍ਹਾ ਨਹੀਂ। ਥੋੜਾ ਜਿਹਾ ਕੋਈ ਉਹਦੇ ਨਾਲ ਲੱਗ ਗਿਆ ਸੁਰਤੀ, ਨਾਲ ਹੀ ਆਤਮਾ ਚ ਬਾਹਰ ਆ ਜਾਂਦੀ। ਸਹੀ ਹੈ ਨੇਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਉੱਥੇ ਥੋੜਾ ਜਿਹਾ ਕੋਈ ਟੱਚ ਹੋ ਗਿਆ ਨਾ, ਕੁਛ ਵੀ ਆ ਬ੍ਰਹਮ ਹੈ, ਭੈਣ ਭਰਾ ਜੋ ਮਰਜੀ ਲਾ ਲਓ, ਤੁਹਾਡਾ ਧਰਮ, ਮਜ਼ਹਬ, ਤੁਹਾਡਾ ਕੁਛ ਵੀ, ਤੁਸੀਂ ਭਾਵਾਂ ਚ ਆਏ, ਭਾਵਾਂ ਤੀਤ ਆ ਪਰਮਾਤਮਾ, ਕਿਉਂਕਿ ਨਿਰਗੁਣ ਹੈ। ਉਹ ਗੁਣ ਨੂੰ ਗ੍ਰਹਿਣ ਨਹੀਂ ਕਰਦਾ, ਔਰ ਜੋ ਵੀ ਗੁਣ ਨੂੰ ਗ੍ਰਹਿਣ ਕਰਦਾ ਹੈ ਉਹ ਭੌਤਿਕੀ ਜਗਤ ਦਾ ਹਿੱਸਾ ਹੈ। ਔਰ ਜਦੋਂ ਅਸੀਂ ਨਿਰਗੁਣ ਨੂੰ ਜਾਣਦੇ ਹਾਂ ਤੇ ਭਾਵਨਾ ਤੋਂ ਰਹਿਤ ਹੁੰਦੇ ਹਾਂ ਨਾ ਨਿਜਰ ਸਾਹਿਬ, ਉਦੋਂ ਹੀ ਜਾਣਿਆ ਜਾਂਦਾ ਹੈ। ਔਰ ਜਦੋਂ ਸਾਡੇ ਚ ਭਾਵਨਾ ਆ ਜਾਂਦੀ ਹੈ ਤੇ ਫਿਰ ਇਹ ਹੁੰਦਾ ਕਿ ਸਾਡੀ ਸੁਰਤੀ ਤੋਂ ਬਾਹਰ ਆ ਜਾਂਦੀ ਹੈ, ਚਾਹੇ ਉਹ ਕਿਸੇ ਰੂਪ ਦੀ ਹੈ। ਤੇ ਇਹ ਵਿਚਾਰ ਰੱਖਣੀ ਹੈ। ਔਰ ਜਦੋਂ ਵੀ ਆਪ ਨਿਰਵਿਚਾਰ ਹੁੰਦੇ ਜੋ, ਉਸ ਅਵਸਥਾ ਦੇ ਵਿੱਚ ਰੁਕਣਾ ਹੀ ਜੀਵਨ ਦਾ ਸਭ ਤੋਂ ਵੱਡਾ ਉਪਰਾਲਾ ਹੈ। ਉਸ ਤੋਂ ਅੱਗੇ ਜਾਣ ਦੀ ਲੋੜ ਨਹੀਂ ਆਪਾਂ ਨੂੰ। ਉੱਥੋਂ ਤੱਕ ਹੀ ਸਮਝ ਲਓ ਕਿ ਅਸੀਂ ਕੀ ਕਰਦਾ ਹੈ, ਅਸੀਂ ਆਪਣੇ ਆਪ ਨੂੰ ਪ੍ਰੂਵ ਕਰਦਾ ਕਿ ਮੇਰੇ ਪਿਤਾ, ਅਸੀਂ ਤੇਰੀ ਕਲਾਸ ਦੇ ਵਿੱਚ ਐਡਮਿਸ਼ਨ ਲੈਣ ਲਈ ਤਿਆਰ ਹਾਂ। ਉੱਥੋਂ ਅੱਗੇ ਯਾਤਰਾ ਸ਼ੁਰੂ ਹੋਣੀ ਹੈ, ਕਿਉਂਕਿ ਅਗਲੀ ਯਾਤਰਾ ਜਿਹੜੀ ਹੈ ਨਾ ਸੂਖਮ ਹੈ, ਸੂਖਮ ਹੋਈ ਜਾਂਦੀ ਹੈ। ਤੇ ਅਗਲੀ ਜਿਹੜੀ ਯਾਤਰਾ ਹੈਗੀ ਨਾ ਨੇਚਰ ਸਭ ਜ਼ਿਆਦਾ ਪਿਉਰੀਫਿਕੇਸ਼ਨ ਹੈ, ਸ਼ੁੱਧੀ। ਅਗਲੀ ਤੇ ਉਹ ਘੜੀਆਂ ਜਾਣੀਆਂ, ਮਤ ਬੁੱਧੀ ਸਾਰਾ ਕਰੋ, ਉਹ ਘੜੇ ਜਾਣੇ ਆ। ਬਿਲਕੁਲ, ਜਿੱਦਾਂ ਮਤਲਬ ਉਹ ਜ਼ਿਆਦਾ ਉਹ ਡਿਵੈਲਪਮੈਂਟ ਕਾਈਂਡ ਆਫ ਸਟਫ ਆ, ਜਿੱਦਾਂ ਪੋਲਿਸ਼ਿੰਗ ਆ। ਕੀ ਕਹਿੰਦੇ ਨੇ ਜੀ ਸਾਹਿਬ? ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਹੈ। ਇਹ ਆਉਗੁਣ ਜਦ ਤੱਕ ਪਿਓਰ ਨਹੀਂ ਹੁੰਦਾ, ਸੋਨਾ ਜਿਹੜਾ ਹੈਗਾ ਖਰਾ ਨਹੀਂ ਹੁੰਦਾ, ਤਦ ਤੱਕ ਤਾਂ ਮਰਜ ਹੋ ਹੀ ਨਹੀਂ ਸਕਦੀ ਨਾ, ਸੁਰਤ ਆਤਮਾ ਚ ਲੀਨ ਹੋ ਹੀ ਨਹੀਂ ਸਕਦੀ। ਹਾਂ, ਉਹ ਜ਼ਿਆਦਾ ਜਿਹੜਾ ਬਾਕੀ ਅਗਲਾ ਕੰਮ ਹੈ ਫਿਲਟਰੇਸ਼ਨ ਹੈ। ਬਿਲਕੁਲ, ਫਿਲਟਰੇਸ਼ਨ। ਉਹ ਬਾਰ-ਬਾਰ ਤੁਸੀਂ ਕਹਿਣਾ ਵਾ ਕਿ ਵੀਰ ਜੀ ਕਿੰਨਾ ਕੁ ਫਿਲਟਰ ਕਰੀਏ, ਉਹਨਾਂ ਚਿਰ ਤੱਕ ਕਰਨਾ ਆਪਣਾ ਜਿੰਨਾ ਚਿਰ ਗੰਦਗੀ ਪੂਰੀ ਲੱਗ ਨਹੀਂ ਹੋ ਜਾਂਦੀ। ਤੇ ਹੁਣ ਮੈਨੂੰ ਕੀਤਾ ਕਿੰਨੀ ਕੁ ਗੰਦਗੀ ਮੇਰੇ ਅੰਦਰ ਹੈ ਤੇ ਮੈਨੂੰ ਕੀਤਾ ਕਿੰਨਾ ਟਾਈਮ ਲੱਗ ਗਿਆ। ਬਿਲਕੁਲ, ਹਰੇਕ ਦੀ ਆਪਣੀ ਥੋੜੀ ਹੋਊਗੀ, ਮੇਰੇ ਤੋਂ ਘੱਟ ਹੋਊਗੀ, ਹੋ ਸਕਦਾ ਤੁਹਾਡਾ ਕੰਮ ਪਹਿਲਾਂ ਬਣ ਜੇ। ਬਿਲਕੁਲ, ਪਰ ਜਿਹੜੀ ਫਿਲਟਰੇਸ਼ਨ ਹੈ ਨਾ, ਉਹਦੇ ਚ ਬੜਾ ਆਨੰਦ ਆ, ਬਹੁਤ ਇੰਟਰਸਟਿੰਗ। ਔਰ ਇੱਕ ਇਹ ਤੁਹਾਨੂੰ ਪਤਾ ਲੱਗਣਾ ਵਾ ਕਿ ਜਿੱਦਾਂ ਦੱਸਿਆ ਨੇ ਕਿ ਉਹ ਸਧਾਰਨ ਬੰਦਾ ਹੁੰਦਾ, ਉਹਨੇ ਕਾਲੇ ਰੰਗ ਦੇ ਕੱਪੜੇ ਪਾਏ ਹੁੰਦੇ, ਉਹਨੂੰ ਦੋ ਚਾਰ ਛਿੱਟੇ ਲੱਗ ਵੀ ਜਾਣੇ, ਉਹਨੂੰ ਨਹੀਂ ਪਤਾ ਲੱਗਦਾ ਕਿਉਂਕਿ ਉਹਨੇ ਦੇ ਕਾਲੇ ਕੱਪੜੇ ਪਾਏ ਆ। ਪਰ ਜਿਵੇਂ ਜਿਵੇਂ ਤੁਸੀਂ ਥੋੜੇ ਪਿਓਰ ਹੋ ਗਏ ਨਾ, ਥੋੜੇ ਜਿਹੇ ਪਿਓਰ ਹੋ ਗਏ, ਥੋੜੇ ਜਿਹੇ ਤੁਹਾਡੇ ਨਾ ਸਫਾਈ ਹੋ ਗਈ, ਜੇਬਾਂ ਜੂਬਾਂ ਪਹਿਲਾਂ ਸਾਫ਼ ਕਰੋਗੇ ਮਾੜੀ ਮੋਟੀ, ਫਿਰ ਬਾਹਾਂ ਕਰੋਗੇ, ਫਿਰ ਉਹ ਕਾਫ ਕੂਫ ਗਰਦਨ ਵਗੈਰਾ ਥੋੜੀ ਮਿਹਨਤ ਕਰੋਗੇ, ਕਾਲਣਾ ਕਰੋਗੇ ਤੇ ਛੋਟਾ ਜਿਹਾ ਤੇ ਛੋਟੀ ਜਿਹੀ ਚਿੱਕੜ ਬੂੰਦ ਵੀ ਲੱਗਣ ਦੀ ਕੋਸ਼ਿਸ਼ ਕਰੋਗੇ ਨਾ, ਤੁਹਾਨੂੰ ਪਤਾ ਲੱਗ ਜਾਣੀ, ਪਹਿਲਾਂ ਨਹੀਂ ਲੱਗਣੀ, ਕਿਉਂਕਿ ਸੁਰਤੀ ਕਾਫੀ ਫੈਲੀ ਹੋਈ ਹੈ ਸੰਸਾਰ 'ਚ। ਤੁਹਾਨੂੰ ਪਤਾ ਹੀ ਨਹੀਂ ਹੈ ਕਿ ਚੰਗਿਆਈ ਕੀ ਹੈ, ਬੁਰਾਈ ਕੀ ਹੈ, ਉਹ ਸਾਰਾ ਇੱਕੋ ਹੀ ਚੀਜ਼ ਹੈ। ਪਰ ਜਿਵੇਂ ਜਿਵੇਂ ਤੁਹਾਡੀ ਸੁਰਤੀ ਕਾਗਰ ਹੋ ਗਈ ਨਾ, ਤੁਹਾਡੇ ਚਿੱਤ ਦੇ ਵਿੱਚ ਕੋਈ ਵਿਚਾਰ ਆ ਗਿਆ ਨਾ ਇੱਧਰ ਉੱਧਰ ਦਾ, ਤੁਹਾਨੂੰ ਪਤਾ ਲੱਗਣ ਡਿਆ ਪੈਣਾ ਇਹ ਤੇ ਗਲਤ ਵਿਚਾਰ ਆ ਗਿਆ, ਕਿਉਂਕਿ ਹੋਸ਼ ਆ ਰਹੀ ਹੈ। ਪਰ ਜਿਵੇਂ ਜਿਵੇਂ ਹੋਸ਼ ਆਉਣੀ ਹੈ ਨਾ, ਤਿਵੇਂ ਤੁਹਾਨੂੰ ਬਹੁਤ ਚੀਜ਼ਾਂ ਦਿਖਣਗੀਆਂ
ਪਹਿਲਾਂ ਨਹੀਂ ਦਿਖਦੀਆਂ ਕਿਉਂਕਿ ਨਜ਼ਰ ਬਹੁਤ ਕਮਜ਼ੋਰ ਹੈ ਆਪਣੀ। ਸਾਡੇ ਕੋਲ ਨਾ ਬੁੱਧੀ ਨਹੀਂ ਹੈਗੀ ਵਧੀਆ। ਸਾਡੀ ਬੁੱਧੀ ਜਿਹੜੀ ਨਾ ਉਹ ਸੰਸਾਰਿਕ ਬੁੱਧੀ, ਉਹ ਮਤਲਬ ਉਹ ਇੰਨੀ ਸੂਖਮ ਨਹੀਂ ਹੈਗੀ। ਜਦੋਂ ਵਿਵੇਕ ਬੁੱਧੀ ਮਿਲੀ ਨਾ ਆਪਾਂ ਨੂੰ ਥੋੜੀ ਜਿਹੀ, ਇਹ ਬ੍ਰਹਮ ਗਿਆਨ ਦੀ ਗੱਲ ਕਰਦਾ ਮੈਂ ਤੁਹਾਨੂੰ, ਆਤਮ ਗਿਆਨ, ਫਿਰ ਤੁਹਾਡੀ ਬੁੱਧੀ ਤੁਹਾਨੂੰ ਮਿਲਣੀ ਜਿਹੜੀ ਤੁਸੀਂ, ਜਿਹੜਾ ਤੁਹਾਡਾ ਤੁਸੀਂ ਕਲੇਮ ਕਰਦਾ ਨਾ ਤੇ ਜਾ ਕੇ ਕਿ ਮੈਨੂੰ ਚਾਹੀਦਾ ਹੈ ਮੇਰਾ ਸਮਾਨ ਦਓ, ਬ੍ਰਹਮ ਕੋ ਮੰਗ ਲੈਣਾ ਜਾ ਕੇ, ਮੇਰਾ ਗਿਆਨ ਚਾਹੀਦਾ ਹੈ, ਮੇਰੀ ਬੁੱਧੀ ਦਓ, ਮੈਨੂੰ ਮੇਰਾ ਜੋ ਵੀ ਹੈਗਾ ਹੈ ਤੁਹਾਡੇ ਕੋਲ ਸਮਾਨ ਹੈਗਾ, ਮੈਂ ਕਲੇਮ ਕਰਨਾ ਆ ਗਿਆ, ਤੇ ਫਿਰ ਬ੍ਰਹਮ ਦਿੰਦਾ ਹੈ ਤੁਹਾਨੂੰ, ਤੂੰ ਦੇਣਾ ਹੀ ਪੈਣਾ ਉਹਨੂੰ, ਬਾਕੀ ਅੱਗੇ ਆ ਗਏ ਤੁਸੀਂ। ਹੁਣ ਕਾਲਜ ਨੇ ਥੋੜੀ ਕਹਿਣਾ ਕਿ ਭਾਈ ਤੁਹਾਨੂੰ ਡਿਗਰੀ ਨਹੀਂ ਦੇਣੀ ਹੈ, ਤੁਸੀਂ ਕਹੋਗੇ ਭਾਈ ਲਗਾਤਾਰ ਆਏ ਆ, ਪੇਪਰ ਵੀ ਸਾਡੇ ਵਧੀਆ ਆਇਆ, ਉਹਨਾਂ ਤੁਹਾਨੂੰ ਡਿਗਰੀ ਦੇਣੀ ਦੇਣੀ। ਇਸੇ ਤਰ੍ਹਾਂ ਬ੍ਰਹਮ ਹੈ। ਪਰ ਬ੍ਰਹਮ ਜਦੋਂ, ਬ੍ਰਹਮ ਤੇ ਖੁਦ ਚਾਹੁੰਦਾ ਕੋਈ ਡਿਗਰੀ ਲੈਣ ਵਾਸਤੇ ਆਵੇ, ਕੋਈ ਜਾਂਦਾ ਹੀ ਨਹੀਂ। ਪਰ ਜਦੋਂ ਵੀ ਕੋਈ ਜਾਂਦਾ ਹੈ ਉਹਦੀ ਉਹਨਾਂ ਦੇ ਮੁੱਖ ਜਿਹੜੇ ਨਾ ਉਜਲੇ ਹੋ ਜਾਂਦੇ। ਪਰ ਜਿਹਦੇ ਜੀ ਬੜਾ ਟੌਪ ਦਾ ਔਰ ਬੜਾ ਸੁਖਰਾ ਇੱਕ ਵਧੀਆ ਜੀਵਨ ਬਤੀਤ ਹੁੰਦਾ ਹੈ। ਹਾਂਜੀ ਨਿੱਜੇ ਸਾਹਿਬ ਦੇਖ ਲਓ ਕਹਿੰਦੇ ਆ ਕਿ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਹਿੰਦੇ ਤੇਰੇ ਘਰ 'ਚ ਕੀ ਨਹੀਂ ਹੈਗਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਕਹਿੰਦੇ ਜਿਹਨੂੰ ਦੇਂਗਾ ਤੇ ਉਹੀ ਲਊਗਾ, ਦੇ ਦੇ ਹੁਣ ਮੇਰੀ ਡਿਗਰੀ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਮੈਨੂੰ ਮੇਰੇ ਮਨ 'ਚ ਨਾਮ ਵਸਾ ਮਾਲਕਾ, ਸਿਫਤ ਸਲਾਹ ਮੇਰੇ ਹਮੇਸ਼ਾ ਹੀ ਸਿਫਤ ਸਲਾਹ ਹੁੰਦੀ ਰਹੇ, ਮੈਂ ਹਮੇਸ਼ਾ ਹੀ ਧਿਆਨ ਸਿਮਰਨ ਕਰਦਾ ਰਵਾਂ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿੰਦੇ ਉਹਨਾਂ ਦੇ ਅੰਦਰ ਇਹ ਸ਼ਬਦ ਜਿਹੜੇ ਹੈਗੇ ਘਣੇ ਹੋ ਕੇ ਵੱਜਣ ਲੱਗ ਪੈਂਦੇ, ਕਿਉਂਕਿ ਉਹਨਾਂ ਦੀ ਸੁਰਤ ਜਿਹੜੀ ਹੈਗੀ ਨੈਰੋ ਹੋ ਜਾਂਦੀ ਹੈ, ਕੇਂਦਰਿਤ ਹੋ ਜਾਂਦੀ ਆ। ਉਹ ਵਿਚਾਰ ਜਿਹੜੇ ਹੈਗੇ ਆ ਉਹ ਜਿਹੜੇ ਵਿਚਾਰ ਬੰਦ ਹੋ ਜਾਂਦੇ ਆ, ਐਕਸਟਰਾ ਜਿਹੜਾ ਮਟੀਰੀਅਲ ਹੈ ਉਹ ਝੜਿਆ ਜਾਂਦਾ ਹੈ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਹੇ ਮੇਰੇ ਮਾਲਕਾ, ਤੇਰੇ ਘਰ 'ਚ ਕੀ ਨਹੀਂ ਹੈਗਾ, ਤੇਰੇ ਘਰ 'ਚ ਸਾਰਾ ਕੁਝ ਹੈਗਾ ਆ, ਦੇ ਦੇ ਨਾਮ ਮੇਰੇ ਮਨ ਦੇ ਵਿੱਚ ਵਸਾ ਦੇ, ਮੇਰੀ ਯਾਤਰਾ ਥੋੜੀ ਜਿਹੀ ਜਿਹੜੀ ਹੈਗੀ ਸੁਖੇਲੀ ਕਰ ਦੇ ਮਾਲਕਾ, ਰਸ ਵਾਲੀ ਕਰ ਦੇ, ਰੰਗੀਨ ਕਰ ਦੇ, ਰੰਗ ਵਾਲੀ ਕਰ ਦੇ। ਹਾਂਜੀ ਵੀਰ ਜੀ ਸਹੀ ਹੈ ਜੀ। ਤੇ ਹੁਣ ਜਦੋਂ ਪਰਮਾਤਮਾ ਕੋ ਆਪਾਂ ਚੀਜ਼ ਮੰਗਣੀ ਆ, ਉਹ ਉਹਨੇ ਤੇ ਦੇ ਹੀ ਦੇਣੀ ਸਾਨੂੰ, ਪਰ ਉਹ ਜਿਹੜੀ ਚੀਜ਼ ਹੈ, ਵਸਤੂ ਜਿਹੜੀ ਲਾਸਟ ਤੇ ਗੱਲ ਕਰਦੇ ਆ, ਉਹ ਗੱਲ ਕਰਦੇ ਆ ਚਿੱਤ ਰੂਪੀ ਬੀਜ ਨੂੰ ਨਸ਼ਟ ਕਰਨਾ। ਹਾਂ, ਉਹ ਤਾਂ ਮਾਲਕ ਪਰਮਾਤਮਾ ਹੀ ਆ ਜਾਣਾ। ਹਾਂ, ਉਹ ਪਰਮਾਤਮਾ ਨੇ ਇਹ ਕਰਨਾ, ਹਨਾ। ਬਿਲਕੁਲ, ਉਹ ਤਾਂ ਬੂੰਦ ਨੇ ਸਾਗਰ ਦੇ ਵਿੱਚ। ਸਟੂਡੈਂਟ ਦਾ ਕੰਮ ਹੈ, ਹਾਂਜੀ, ਸਟੂਡੈਂਟ ਦਾ ਕੰਮ ਹੈ ਹਰ ਦਿਨ ਆਪਣਾ ਜਿਹੜਾ ਸਬਕ ਮਿਲਿਆ ਨੂੰ ਯਾਦ ਕਰਨਾ, ਬਹੁਤ ਵਧੀਆ, ਸਕੂਲੇ ਲਗਾਤਾਰ ਜਾਣਾ। ਇਹ ਸਾਡਾ ਕੰਮ ਹੈ। ਉਹ ਡਿਗਰੀ ਦੀ ਟੈਨਸ਼ਨ ਨਾ ਲਓ, ਉਹ ਡਿਗਰੀ ਜਿਹੜਾ ਸਰਟੀਫਿਕੇਟ ਹੈ ਨਾ, ਇਹੋ ਹੀ ਪ੍ਰੋਸੈਸ ਹੀ ਆ, ਇਹਦੇ ਕਰਕੇ ਤੇ ਮਿਲਣਾ। ਉਹ ਜਿਹੜੀ ਡਿਗਰੀ ਆਪਾਂ 16-17 ਸਾਲ ਪੜ੍ਹਨਾ ਨਾ, ਸਕੂਲੇ ਜਾਣਾ, ਆਉਣਾ ਜਾਣਾ, ਪੜ੍ਹਾਈ ਕਰਨੀ, ਘਰੇ ਮਿਹਨਤ ਕਰਨੀ, ਇਹ ਸਾਧਨਾ ਤੇ ਉਸੇ ਚੀਜ਼ ਦਾ ਪ੍ਰੋਸੈਸ ਹੈਗਾ। ਔਰ ਬਾਅਦ ਚ ਡਿਗਰੀ ਮਿਲ ਜਾਂਦੀ ਹੈ, ਕਿਉਂਕਿ ਸਾਧਨਾ ਉਸੇ ਲਈ ਤੇ ਹੈਗੀ ਆ। ਬਿਲਕੁਲ, ਉਹ ਸਰਟੀਫਿਕੇਟ, ਉਹ ਅਵਸਥਾ ਜਿਹੜੀ ਆ, ਉਹ ਜਿਹੜੀ 5-6 ਮਿੰਟ ਦੀ ਤੁਹਾਨੂੰ ਸਰਟੀਫਿਕੇਟ ਮਿਲ ਗਿਆ, ਉਹਦੀ ਕੀਮਤ ਇਹੋ ਹੀ ਆ ਜਿਹੜਾ ਤੁਸੀਂ ਮਗਰ ਸੰਘਰਸ਼ ਕੀਤਾ। ਮੀਂਹ ਹਨੇਰੀਆਂ ਆਈਆਂ, ਕਈ ਮੁਸੀਬਤਾਂ ਆਈਆਂ, ਘਰ ਚ ਫੀਸਾਂ ਨਹੀਂ ਸੀ, ਕਿਸੇ ਤਰੀਕੇ ਨਾਲ ਫੀਸ ਅਰੇਂਜ ਕੀਤੀ, ਡਰੈਸ ਨਹੀਂ ਹੈਗੀ, ਕਿਤੇ ਕੀਤੀ, ਕਿਤੇ ਆਉਣ ਜਾਣ ਦੀ ਸਕੂਟਰ ਪੈਂਚਰ, ਤੇ ਕੋਈ ਲਿਫਟ ਮੰਗੀ, ਕਿਤੇ ਟੈਂਪੂ ਤੇ ਗਏ, ਧੁੱਪ ਬਹੁਤ ਆ, ਕਿੰਨੇ ਸੰਘਰਸ਼, ਫਿਰ ਜਾ ਕੇ ਡਿਗਰੀ ਮਿਲੀ। ਬਹੁਤ ਸੰਘਰਸ਼ ਕੀਤਾ, ਕਈ ਪਾਪੜ ਵੇਲੇ। ਇਸੇ ਤਰ੍ਹਾਂ ਜਿਹੜੀ ਭਗਤੀ ਹੈ, ਇਹਦੇ 'ਚ ਵੀ ਕਈ ਪਾਪੜ ਵੇਲਣੇ ਪੈਂਦੇ। ਤੇ ਉਹ ਜਦੋਂ ਬਹਿਣਾ ਹੈ ਤੇ ਕਈ ਪ੍ਰੋਬਲਮ ਆਣੀ ਹੈ, ਕਿਤੇ ਫੋਨ ਆ ਗਿਆ, ਉਹ ਤਾਂ ਕੰਮ ਵਾਲੇ ਫੋਨ ਕਰੀ ਜਾਂਦੇ ਆ, ਐਰਾ ਵਗੈਰਾ, ਘਰ ਦੇ ਵੀ ਕਈ ਵਾਰੀ ਹੋ ਜਾਂਦੇ, ਰੌਲਾ ਪੈ ਜਾਂਦਾ। ਪਰ ਉਹ ਜਿਹੜਾ ਬੰਦਾ ਲਗਾਤਾਰ ਇਹਨਾਂ ਚੀਜ਼ਾਂ ਵਿੱਚ ਲੰਘੀ ਤੁਰਿਆ ਜਾਂਦਾ ਔਰ ਆਪਣੀ ਜਰਨੀ ਨੂੰ ਬੰਦ ਨਹੀਂ ਕਰਦਾ ਜਦ ਤੱਕ ਸਹਿਜ ਮਸਤਾ ਦੇ ਵਿੱਚ ਤੁਰਤੀ ਪ੍ਰਵੇਸ਼ ਨਹੀਂ ਕਰ ਜਾਂਦਾ, ਔਰ ਉਹਨਾਂ ਦੇ ਮੁਕਲੇ ਉਜਲੇ ਹੋ ਜਾਂਦੇ। ਹਾਂਜੀ ਨਿੱਜਰ ਸਾਹਿਬ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਹਨੇ ਭੁੱਖਾਂ ਸਭ ਗਵਾਈਆਂ। ਦੇਖ ਲਓ ਹੁਣ ਜਿਹੜਾ ਹੈਗਾ ਮਾਲਕ ਦੇ ਘਰੋਂ, ਮਾਲਕ ਤੋਂ ਵੀ ਬੇਨਤੀ ਕਰ ਲਈ, ਮਾਲਕ ਤੋਂ ਵੀ ਨਾਮ ਦਾ ਆਸਰਾ ਲੈ ਲਿਆ, ਤੇ ਹੁਣ ਕਹਿੰਦੇ ਆ ਮੇਰਾ ਇਹ ਆਧਾਰ ਹੀ ਬਣਿਆ ਰਹੇ, ਮੇਰਾ ਇਹ ਆਧਾਰ ਬਣ ਗਿਆ। ਹੁਣ ਇਹ ਸੱਚਾ ਨਾਮ ਜਿਹੜਾ ਹੈਗਾ, ਇਹ ਧਿਆਨ ਸਿਮਰਨ, ਇਹ ਸਹਿਜ ਸਮਾਧੀ ਮੇਰਾ ਆਧਾਰ ਬਣ ਗਈ, ਮੇਰੇ ਜੀਵਨ ਦਾ ਆਸਰਾ ਹੋ ਗਈ।
ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਆ ਲਓ ਦੇਖੋ, ਅੰਦਰੋਂ ਭੁੱਖਾਂ ਸਾਰੀਆਂ ਜਿਹੜੀਆਂ ਹੁਣ ਗਵਾਚਣ ਲੱਗ ਗਈਆਂ। ਮਾਇਆ ਦੀਆਂ ਤ੍ਰਿਸ਼ਨਾ ਜਿਹੜੀ, ਮੋਹ ਦੇ ਅਟੈਚਮੈਂਟ ਜਿਹੜਾ ਹੈਗਾ ਸਾਰਾ ਹੌਲੀ ਹੌਲੀ ਜਿਹੜਾ ਹੈਗਾ ਇਹ ਘਟਣ ਲੱਗ ਪਿਆ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸ਼ਾਂਤੀ ਵੀ ਆਉਣ ਲੱਗ ਪਈ, ਸੁਖੀ ਵੀ ਹੋਣ ਲੱਗ ਪਿਆ, ਇੱਛਾ ਵੀ ਪੂਰੀਆਂ ਹੋਣ ਲੱਗ ਪਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਿੱਥੋਂ ਹੋਈ ਯਾਤਰਾ, ਕਿਵੇਂ ਹੋਇਆ ਇਹ ਸਾਰਾ ਕੁਝ? ਮਿਹਰ ਕੀਤੀ ਪਾਈ ਗੁਰੂ ਨੇ ਮਾਰਗ ਦੱਸਿਆ। ਇਹ ਧਿਆਨ ਸਿਮਰਨ ਦਾ ਮਾਰਗ ਦੱਸਿਆ, ਸਹਿਜ ਸਮਾਧੀ ਦਾ ਮਾਰਗ ਦੱਸਿਆ। ਕਹਿੰਦੇ ਮੈਂ ਐਸੇ ਗੁਰੂ ਤੋਂ, ਐਸੇ ਗਾਈਡ ਤੋਂ ਹਮੇਸ਼ਾ ਕੁਰਬਾਨ ਜਾਣਾ ਹੈ, ਜਿਹਦੀਆਂ ਇਹ ਵਡਿਆਈਆਂ ਆ, ਜਿਹਦੇ ਕਰਕੇ ਮੈਨੂੰ ਜਿਹੜਾ ਹੈਗਾ, ਜਿਹਦੀ ਗਾਈਡੈਂਸ ਦੇ ਕਰਕੇ ਮੈਨੂੰ ਇਹ ਰਸਤਾ ਲੱਭਿਆ। ਕਹੇ ਨਾਨਕ ਸੁਣੋ ਸੰਤੋ, ਸ਼ਬਦੇ ਤਰੋ ਪਿਆਰੋ। हे ਅਭਿਆਸੀਓ, हे ਸੰਤੋ, ਮਹਾਰਾਜ ਤੀਸਰੀ ਪਾਤਸ਼ਾਹੀ ਕਹਿ ਰਹੀ ਆ, ਇਸ ਸ਼ਬਦ ਦੇ ਨਾਲ ਪਿਆਰ ਪਾਓ। ਇਸ ਧਿਆਨ ਸਿਮਰਨ ਦੇ ਨਾਲ ਇਹ ਅਨੰਤ ਸ਼ਬਦ ਜਿਹੜੇ ਸੁਣ ਰਹੇ ਤੁਹਾਨੂੰ, ਇਹਨਾਂ ਦੇ ਨਾਲ ਪਿਆਰ ਪਾ ਲਓ, ਇਹਨਾਂ ਨੂੰ ਸੁਣੋ, ਇਹਨਾਂ ਦੇ ਨਾਲ ਨਾਲ ਚੱਲੋ। ਜਿੱਥੇ ਇਹ ਵਿਚਾਰ ਬੰਦ ਕਰ ਦੇਣਗੇ, ਤੁਹਾਡੇ ਅੰਦਰ ਜਿਹੜੀ ਹੈਗੀ ਆ ਇੱਕ ਜਿਹੜੀ ਹੈਗੀ ਇੱਕ ਜਗ੍ਹਾ ਤੇ ਤੁਹਾਡਾ ਮਨ ਕੇਂਦਰਿਤ ਹੋਣਾ ਸ਼ੁਰੂ ਹੋ ਜਾਏਗਾ। ਸਾਚਾ ਨਾਮ ਮੇਰਾ ਆਧਾਰੋ। ਕਹਿੰਦੇ ਸੱਚਾ ਨਾਮ ਜਿਹੜਾ ਹੈਗਾ ਮੇਰਾ ਆਧਾਰ ਹੈਗਾ। ਇਹ ਸੱਚਾ ਨਾਮ, ਇਹ ਧਿਆਨ ਸਿਮਰਨ, ਇਹ ਮੇਰਾ ਆਧਾਰ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਨਿਜੇ ਸਾਹਿਬ। ਇੱਥੇ ਸਾਧ ਸੰਗਤ ਜੀ, ਇੱਥੇ ਨਾ ਤੁਕ ਵਰਤੀ ਗੁਰੂ ਜੀ ਨੇ, ਕਹਿੰਦੇ ਕਿ ਸੱਚਾ ਨਾਮ ਮੇਰਾ ਆਧਾਰੋ। ਕਿ ਸੱਚ ਦਾ ਨਾਮ ਜਿਹੜਾ ਮੇਰਾ ਜੀਵਨ ਦਾ ਆਧਾਰ ਹੈ, ਸੱਚ ਪਰਮਾਤਮਾ। ਤੇ ਫਿਰ ਅਗਲੀ ਤੁਕ ਆ ਵੇਖੋ ਲਿਖੀ ਨਾ, ਸੱਚ ਨਾਮ ਆਧਾਰੋ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਬੜੀ ਤੜੀ ਤੁਕ ਹੈ। ਜਦੋਂ ਤੁਹਾਡੀ ਸੁਰਤੀ ਆਤਮ ਤੱਤ ਦੇ ਵਿੱਚ ਸਥਿਰ ਹੋਣ ਲੱਗ ਪਈ, ਤੇ ਉਹ ਜਿਹੜੀ ਅੰਦਰ ਭੁੱਖ ਸੀ ਨਾ, ਜਿਹੜੀ ਚੀਜ਼ਾਂ ਦੇ ਪਿੱਛੇ ਭੱਜ ਰਿਹਾ ਪਿਆ ਸੀ, ਉਹ ਪਦਾਰਥਾਂ ਚੋਂ ਲੱਭ ਰਹੇ ਸਾਂ, ਅਸਲ ਦੇ ਵਿੱਚ ਉਹ ਜਿਹੜੀ ਖੋਜ ਹੈ ਨਾ ਸਾਡੀ, ਉਹ ਬ੍ਰਹਮ ਦੀ ਖੋਜ ਹੈ, ਪਰ ਬ੍ਰਹਮ ਦੀ ਖੋਜ ਹੈ। ਪਰ ਅਸੀਂ ਉਹ ਗਲਤ ਚੀਜ਼ਾਂ ਚ ਲੱਭ ਰਹੇ ਹਾਂ, ਭੌਤਿਕ ਪਦਾਰਥਾਂ ਚੋਂ, ਧੀਆਂ ਪੁੱਤਾਂ ਚੋਂ, ਪਤੀ ਪਤਨੀ ਚੋਂ ਲੱਭ ਰਹੀ ਹੈ, ਪਤੀ ਪਤਨੀ ਚੋਂ ਲੱਭ ਰਿਹਾ, ਹੋਰ ਇੱਧਰ ਉੱਧਰ ਜੋ ਵੀ ਹੈਗੇ ਨੇ ਆਪਣੇ ਸਿਸਟਮ। ਜਦੋਂ ਸੁਰਤੀ ਉੱਥੇ ਕਾਗਰ ਹੋ ਗਈ ਨਾ, ਤੇ ਤੁਹਾਡੀ ਭੁੱਖ ਖਤਮ ਹੋ ਜਾਣੀ ਨਿਜਰ ਸਾਹਿਬ। ਉਹ ਜਿਹੜੀਆਂ ਬਾਹਰ ਪਦਾਰਥਾਂ ਦੀ ਭੁੱਖ ਸੀ ਨਾ, ਉਹ ਜਿਹੜੀ ਬਾਹਰ ਦੀ ਗਤੀ, ਇਛਾਵਾਂ ਖਤਮ ਹੋ ਜਾਣੀਆਂ। ਕਿਉਂਕਿ ਜਿਹੜੀ ਚੀਜ਼ ਨੂੰ ਲੱਭਣਾ ਸੀ ਉਹ ਤੇ ਲੱਭ ਗਿਆ। ਇਹ ਜਿਵੇਂ ਜਿਵੇਂ ਤੁਸੀਂ ਸਮਾਧੀ ਦੇ ਵਿੱਚ ਆਪਣੀ ਸੁਰਤੀ ਨੂੰ ਕਾਗਰ ਕੀਤਾ ਨਾ ਨਿਜਰ ਸਾਹਿਬ, ਇਹ ਆਪਣੇ ਆਪ ਹੀ ਅਵਸਥਾ ਬਣਨੀ ਹੈ। ਬਿਲਕੁਲ। ਉਹ ਇਸੇ ਲਈ ਦੇਖੋ ਨਾ, ਜਿਹੜੇ ਸੰਤ ਲੋਕ ਹੈਗੇ ਨੇ, ਇਹਨਾਂ ਕੋਲ ਜ਼ਿਆਦਾ ਭੌਤਿਕ ਪਦਾਰਥ ਨਹੀਂ ਹੈ, ਪਰ ਇਹ ਬਹੁਤ ਸੰਤੁਸ਼ਟ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ, ਕਿਉਂਕਿ ਉਹਨਾਂ ਨੇ ਮੇਨ ਹੀਰਾ ਲੱਭ ਲਿਆ ਸੀ, ਜਿਹਦੇ ਕਰਕੇ ਸਾਰਾ ਸਿਸਟਮ ਚੱਲ ਰਿਹਾ। ਔਰ ਇਹ ਜਿਹੜੀਆਂ ਇੱਛਾ ਜਿਹੜੀਆਂ ਨੇ ਨਿਜਰ ਸਾਹਿਬ, ਇਛਾਵਾਂ ਜਿਹੜੀਆਂ ਹੁੰਦੀਆਂ ਨੇ, ਉਹ ਕਿਉਂਕਿ ਉਹ ਪਰਮਾਨੰਦ ਆ, ਬਹੁਤ ਸੁੱਖ ਆ। ਔਰ ਜਦੋਂ ਅਸੀਂ ਉਹਨੂੰ ਅਨੁਭਵ ਕਰਦੇ ਹਾਂ ਨਾ, ਤੇ ਬਾਕੀ ਜਿਹੜੇ ਸੰਸਾਰਿਕ ਸੁੱਖ ਉਹਦੇ ਘੜੀ ਕੁਛ ਨਹੀਂ ਹੈਗੇ। ਕਿਉਂਕਿ ਜਿੰਨੇ ਸੁੱਖ ਨੂੰ ਅਨੁਭਵ ਕਰ ਰਿਹਾ ਨਾ ਜਿਹੜਾ ਜੀਵ ਲੱਭ ਰਿਹਾ ਅੰਦਰ, ਉਹ ਜੀਵ ਤੇ ਆਤਮਾ ਚ ਜਾ ਕੇ ਬਹਿ ਗਿਆ। ਹੁਣ ਮਨ ਹੈ ਜਿਹੜਾ ਨਾ, ਮਨ ਹੀ ਤੇ ਸੰਕਲਪ ਕਰਦਾ ਹੈ ਚੀਜ਼ਾਂ ਨੂੰ, ਮਨ ਹੀ ਤੇ ਚਾਹੁੰਦਾ ਨਾ ਪ੍ਰਾਪਤ ਕਰਨਾ। ਜਦੋਂ ਮਨ ਚ ਆਪ ਵਿਲੀਨ ਹੋ ਗਿਆ, ਮਨ ਜਿਹੜਾ ਜੋ ਅੰਤਰਮੁਖੀ ਹੋ ਗਿਆ, ਮਤਲਬ ਕਿ ਜਦੋਂ ਅੰਤਰਮੁਖੀ ਹੋ ਗਿਆ, ਤੇ ਇਹਨੇ ਕੀ ਕਰਨਾ ਹੈ, ਇਹਨੇ ਆਪਣੇ ਆਪ ਨੂੰ ਆਤਮਾ ਚ ਲੀਨ ਕਰ ਦੇਣਾ। ਕਿ ਮਨ ਹੀ ਤੇ ਚੀਜ਼ਾਂ ਲੱਭਦਾ ਹੈ ਨਾ ਨਿਜਰ ਸਾਹਿਬ। ਬਿਲਕੁਲ ਠੀਕ ਹੈ ਜੀ। ਪਰ ਮਨ ਜਦੋਂ ਮਨ ਤੇ ਹੈਗਾ ਨਹੀਂ ਹੈ, ਤੇ ਇੰਦਰੀਆਂ ਨੇ ਕਿੱਥੋਂ ਲੱਭਣਾ? ਇਹ ਸਾਡੀਆਂ ਜਿਹੜੀਆਂ ਅੱਖਾਂ ਨੇ, ਜਿਹੜੀਆਂ ਨੋਰਮਲੀ ਤੁਸੀਂ ਕਹਿੰਦੇ ਪੈ ਜਾਓ ਨਾ, ਕਾਮ ਇੰਦਰੀ, ਅੱਖਾਂ ਨੇ, ਕੰਨ ਨੇ, ਮੂੰਹ ਨੇ, ਇਹਨਾਂ ਦੇ ਅੰਦਰ ਜਿਹੜੇ ਵਿਸ਼ੇ ਨਾ, ਉਹ ਵਿਸ਼ੇ ਵੀ ਸ਼ਾਂਤ ਹੋ ਜਾਣੇ ਆ। ਪਰ ਉਹਨਾਂ ਚਿਰ ਤੱਕ ਸ਼ਾਂਤ ਨਹੀਂ ਹੋਣੀ ਜਿੰਨਾ ਚਿਰ ਤੱਕ ਮਨ ਚਿੱਤ ਚ ਲੀਨ ਨਹੀਂ ਹੁੰਦਾ। ਜਦੋਂ ਮਨ ਚਿੱਤ ਚ ਲੀਨ ਹੋ ਗਿਆ, ਤੇ ਚਿੱਤ ਨੇ ਬ੍ਰਹਮ ਚ ਲੀਨ ਹੋਣਾ ਵਾ, ਫਿਰ ਸੁਰਤੀ ਜਿਹੜੀ ਆ ਆਤਮਾ ਚ ਜਾਣੀ ਆ। ਸਹੀ ਨੇ ਜੀ ਸਾਹਿਬ? ਬਿਲਕੁਲ। ਹਾਂ ਠੀਕ ਹੈ ਜੀ। ਹਾਂਜੀ, ਹੋਰ ਇੱਕ ਹੋਰ ਲੈਣਾ ਹੈ ਗੁਰੂ ਜੀ ਸਾਹਿਬ, ਕਿਉਂਕਿ ਇਹ ਜਿਹੜਾ ਹੈਗਾ, ਇਸ ਤੋਂ ਬਾਅਦ ਆਪਾਂ ਜਿਹੜੇ ਹੈਗੇ ਉਹ ਆਖਰੀ ਪੜ੍ਹ ਦਿੰਦੇ ਹੁੰਦੇ ਆ, ਤੇ 4 ਜ਼ਰੂਰ ਲੈ ਲਈਏ ਆਪਾਂ। ਇਹ ਹਾਂਜੀ ਹਾਂ, ਇਹ ਇਸ ਤੋਂ ਮਤਲਬ ਜਿਹੜੇ 5 ਸੌਰੀ। ਤੇ ਕਹਿੰਦੇ ਸਾਰਾ ਕਾਰਵਾਈ ਹੋਈ ਹੈ ਗੁਰੂ ਦੇ ਕੋਲੋਂ, ਸਦਾ ਕੁਰਬਾਨ ਕੀਤਾ। ਕਹਿੰਦੇ ਹਮੇਸ਼ਾ ਮੈਂ ਗੁਰੂ ਦੇ ਕੁਰਬਾਨ ਜਾਣਾ ਹੈ, ਜਿਹਦੀਆਂ ਇਹ ਵਡਿਆਈਆਂ ਹੈਗੀਆਂ। ਕੁਰਬਾਨ ਜਾਣਾ ਕੀ ਹੈ ਵੀ ਗੁਰੂ ਦੀ ਮੱਤ ਹਮੇਸ਼ਾ ਲਈ ਜਾਣੀ ਆ।
ਗੁਰੂ ਦੀ ਮੱਤ ਜਿਹੜੀ ਹੈ ਛੱਡਣੀ ਨਹੀਂ ਹੈ ਕਦੀ ਵੀ। ਇਹ ਜਿਹੜੀ ਗਾਈਡੈਂਸ ਜਿਹੜੀ ਹੈਗੀ ਆ ਇਹਨੂੰ ਨਹੀਂ ਛੱਡਣਾ, ਕਿਉਂਕਿ ਕਈ ਜਗ੍ਹਾ ਔਂਕੜ ਆਉਂਦੀ ਆ, ਗੁਰੂ ਨੂੰ ਕੰਸਲਟ ਕਰ ਲੈਣਾ, ਫਿਰ ਜਿਹੜਾ ਹੈਗਾ ਰਸਤਾ ਜਿਹੜਾ ਹੈਗਾ ਫਿਰ ਤੁਰ ਪੈਂਦਾ ਹੈ। ਸਦਾ ਕੁਰਬਾਨ ਕੀਤਾ, ਔਰ ਨਾਲੇ ਜਿਹੜਾ ਹੈਗਾ ਆਪਣਾ ਪਿਆਰ ਜਿਹੜਾ ਹੈਗਾ ਨਾ ਇਸ ਧਿਆਨ ਸਿਮਰਨ ਦੇ ਨਾਲ ਪਿਆਰ ਰਹਿੰਦਾ ਹੈ ਭਾਈ। ਜੇ ਆਪਾਂ ਬਾਣੀ ਦੇ ਸਹਾਰਾ, ਜੇ ਗੁਰੂ ਦੀ ਮੱਤ ਦਾ ਸਹਾਰਾ ਲਈ ਜਾਵਾਂਗੇ ਤੇ ਉਹ ਜਿਹੜੀ ਹੈ ਫਿਰ ਹੈਂਟਰ ਮਾਰਦੀ ਆ। ਫਿਰ ਜਿਹੜਾ ਹੈਗਾ ਗਿਆਨ ਕਹਿੰਦਾ ਹੈ ਭਾਈ ਧਿਆਨ ਸਿਮਰਨ ਕਰ, ਇੱਕੋ ਹੀ ਕੰਮ ਆ, ਇਹਨੂੰ ਨਾ ਛੱਡ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦੇ ਤਰੋ ਪਿਆਰੋ। ਕਹਿੰਦੇ ਇਸ ਸ਼ਬਦਾਂ ਦੇ ਨਾਲ ਪਿਆਰ ਪਾਓ ਭਾਈ। ਹੁਣ ਸਾਚਾ ਨਾਮ ਮੇਰਾ ਆਧਾਰੋ, ਕਹਿੰਦੇ ਸੱਚਾ ਨਾਮ ਜਿਹੜਾ ਹੈਗਾ ਇਹ ਮੇਰੇ ਜੀਵਨ ਦਾ ਆਧਾਰ ਹੈਗਾ। ਧਿਆਨ ਸਿਮਰਨ ਮੇਰੇ ਜੀਵਨ ਦਾ ਆਧਾਰ ਹੈ। ਨਾਮ ਪਦਾਰਥ ਪਾਉਣਾ ਮੇਰੇ ਜੀਵਨ ਦਾ ਆਧਾਰ ਹੈਗਾ। ਇਹ ਨਾਮ ਦੇ ਵਾਸਤੇ ਅੰਦਰ ਅੰਮ੍ਰਿਤ ਰਸ ਦੇ ਵਾਸਤੇ ਜਿਹੜੀ ਯਾਤਰਾ ਸ਼ੁਰੂ ਹੋ ਗਈ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਕਹਿੰਦੇ ਉਹ ਸੁਭਾਗੇ ਘਰ ਦੇ ਵਿੱਚ ਜਿਹੜੇ ਆ 5 ਸ਼ਬਦ ਜਿਹੜੇ ਹੈਗੇ ਵੱਜਣ ਲੱਗ ਪਏ ਆ ਭਾਈ। ਉਹ ਭਾਗਾਂ ਵਾਲਾ ਹੋ ਗਿਆ ਜੀਵ, ਉਹ ਘਰ ਬਹੁਤ ਭਾਗਾਂ ਵਾਲਾ ਹੋ ਗਿਆ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਕਹਿੰਦੇ ਇਹ ਤਾਂ ਮਾਲਕ ਪਰਮਾਤਮਾ ਨੇ ਕਲਾ ਉਸ ਘਰ ਦੇ ਵਿੱਚ ਜਿਹੜੀ ਹੈ ਕਲਾ ਵਰਤਾ ਦਿੱਤੀ ਮਾਲਕ ਪਰਮਾਤਮਾ ਨੇ ਉਸ ਸੁਭਾਗੇ ਜੀਵ ਦੇ ਅੰਦਰ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਨੈਕਸਟ ਹੁਣ ਜਿਹੜਾ ਹੈਗਾ ਦੇਖ ਲਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹ ਹੌਲੀ ਹੌਲੀ ਜਿਹੜੇ ਹੈਗੇ ਵਸ 'ਚ ਆਉਣੇ ਸ਼ੁਰੂ ਹੋ ਜਾਣੇ। ਪੰਜ ਦੂਤ ਤੁਧ ਵਸ ਕੀਤੇ, ਮਾਲਕ ਨੇ ਕਿਰਪਾ ਕਰ ਦਿੱਤੀ। ਔਰ ਕਾਲ ਕੰਟਕ ਜਿਹੜਾ ਹੈਗਾ ਇਹਨਾਂ ਦਾ ਇੰਚਾਰਜ ਜਿਹੜਾ ਹੈਗਾ, ਜਿਹੜਾ ਕਿ ਮਨੁੱਖੀ ਜੂਨ ਜਿਹੜੀ ਹੈ, ਮਨੁੱਖੀ ਸਵਾਸ ਜਿਹੜੇ ਹੈ, ਆਪਣੀ ਉਮਰ ਜਿਹੜੀ ਹੈ ਸਾਰੀ ਦੀ ਸਾਰੀ ਨੂੰ ਖਾ ਜਾਂਦਾ ਸੀਗਾ। ਇਹਦਾ ਵੱਧ ਕਰ ਦਿੰਦਾ ਸੀ ਆਪਣੇ ਮਨੁੱਖੀ ਜੀਵਨ ਦਾ, ਇਹ ਬਾਰੀ ਦਾ। ਕਹਿੰਦੇ ਉਹ ਵੀ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਉਹ ਵੀ ਫੇਲ ਹੋ ਗਿਆ। ਹੁਣ ਉਹ ਵੀ ਜਿਹੜਾ ਹੈਗਾ ਇਹ ਪੰਜ ਦੂਤਾਂ ਦੇ ਨਾਲ ਹੁਣ ਮੇਰਾ ਕੁਛ ਨਹੀਂ ਵਿਗਾੜ ਸਕਦਾ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿੰਦੇ ਤੁਰੋਂ ਮਾਲਕ ਪਰਮਾਤਮਾ ਦੀ ਵੀ ਬਖਸ਼ਿਸ਼ ਹੋ ਗਈ ਭਾਈ। ਪਿਛਲੇ ਜਨਮ ਦੇ ਸੰਸਕਾਰ ਸੀਗੇ ਜਿਨ੍ਹਾਂ ਦੇ, ਉਹ ਜਿਹੜੀ ਹੈਗੀ ਆ ਉਹਦੀ ਵਜ੍ਹਾ ਨਾਲ ਜਿਹੜੀ ਹੈਗੀ ਆ ਉਹਦਾ ਫਲ ਵੀ ਮਿਲ ਗਿਆ। ਨਹੀਂ ਸੰਸਕਾਰ ਹੈਗੇ ਤੇ ਭਾਈ ਇਸ ਜਨਮ 'ਚ ਬਣਾ ਲਈਏ, ਕਲਮ ਤਾਂ ਆਪਣੇ ਹੱਥ 'ਚ ਹੀ ਆ, ਐਸੇ ਤਰੀਕੇ ਦੇ ਨਾਲ ਸੰਸਕਾਰ ਬਣਨੇ ਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰੇ ਅਨਹਦ ਵਾਜੇ, ਕਹਿੰਦੇ ਭਾਈ ਇੱਥੇ ਸੁਖ ਹੋਣਾ ਆ। ਇਸ ਤਰੀਕੇ ਦੇ ਨਾਲ ਉਸ ਅਭਿਆਸੀ ਦੇ ਅੰਦਰ ਜਿਹੜੇ ਹੈਗੇ ਅਨਹਦ ਜਿਹੜੇ ਹੈਗੇ, ਜਿਨ੍ਹਾਂ ਦੀ ਹੱਦਾਂ ਹੀ ਨਹੀਂ ਹੈਗੀਆਂ, ਉਹ ਸ਼ਬਦ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ ਉਹ ਉਸ ਅਭਿਆਸੀ ਦੇ ਅੰਦਰ ਜਿਹੜੇ ਹੈਗੇ ਘਰ ਦੇ ਵੱਜਣ ਲੱਗ ਪਏ। ਹਾਂਜੀ ਵੀਰ। ਹਾਂਜੀ ਬਿਲਕੁਲ ਠੀਕ ਹੈ। ਵਾਜੇ ਪੰਜ ਸ਼ਬਦ ਤੇ ਤਕਰ ਸੁਭਾਗੇ, ਪਹਿਲੀ ਗੱਲ ਤੇ ਉਹ ਕਹਿੰਦੇ ਆ ਕਿ ਉਹ ਸਰੀਰ ਜਿਹਦੇ ਅੰਦਰ ਪੰਜ ਸ਼ਬਦ ਵੱਜਣ ਡੈ ਪੈਂਦੇ, ਨਾਮ ਪ੍ਰਗਟ ਹੋ ਜਾਂਦਾ, ਬਹੁਤ ਵੱਡੀ ਗੱਲ ਹੈ। ਉਹ ਬੰਦਾ ਫਿਰ ਕਹਿੰਦੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਤੇ ਵੇਖ ਲਓ, ਇਹ ਤਾਂ ਨਹੀਂ ਹੈ ਕੋਈ ਇਕੱਲਾ ਬੰਦਾ ਹੀ ਉਹਦੇ ਘਰ ਸੁਭਾਗੀ, ਉਹਦਾ ਪਰਿਵਾਰ ਹੀ ਸੁਭਾਗਾ ਹੈ, ਕਿਉਂਕਿ ਕਾਫੀ ਵੱਡਾ ਕੰਮ ਹੋ ਗਿਆ। ਜਦੋਂ ਇੱਕ ਬੰਦਾ ਬ੍ਰਹਮ ਚ ਲੀਨ ਹੋ ਜਾਂਦਾ ਹੈ, ਉਹ ਦੂਜਿਆਂ ਦੀ ਵੀ, ਸਾਡੇ ਵਰਗਿਆਂ ਦੀ ਆਸ ਵੱਧ ਜਾਂਦੀ ਹੈ। ਅੱਛਾ ਸਾਹਿਬ, ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਹਾਂ, ਉਦਾਂ ਤੇ ਬ੍ਰਹਮ ਕੋਲ ਤੇ ਜਾਂਦਾ ਹੀ ਕੋਈ ਨਹੀਂ। ਇੱਕ ਤੇ ਸੁਣੀ ਸੁਣਾਈ ਗੱਲ ਹੈ ਨਾ, ਕਿਤੇ ਆਰਮੀ ਚ ਨੌਕਰੀ ਮਿਲਦੀ ਹੈ, ਇੱਕ ਬੰਦਾ ਪਿੰਡ ਦਾ ਨੌਕਰੀ ਕਰਨ ਦਿਆ ਉੱਥੇ ਚਲਾ ਗਿਆ, ਬਿਲਕੁਲ। ਤੇ ਦੂਜੇ ਮੇਰੇ ਵਰਗੇ ਬੈਠੇ ਹੁੰਦੇ ਤੇ ਉਹ ਵੀ ਕਹਿੰਦੇ ਭਾਈ ਕਿੱਦਾਂ ਗਿਆ, ਕਹਿੰਦੇ ਹੁਣ ਫਲਾਣੀ ਜਗ੍ਹਾ ਭਰਤੀ ਹੈ, ਫਲਾਣੀ ਜਗ੍ਹਾ ਭਰਤੀ ਹੈ, ਜਾਓ। ਤੇ ਅਸੀਂ ਕੋਸ਼ਿਸ਼ਾਂ ਕਰਦੇ ਹਾਂ, ਅਸੀਂ ਵੀ ਸਿਲੈਕਟ ਹੋ ਜਾਂਦੇ ਹਾਂ। ਪਰ ਮੇਨ ਤੇ ਹੈ ਕਿ ਇੱਕ ਬੰਦਾ ਨਿਕਲ ਜੇ। ਬਿਲਕੁਲ। ਇਸ ਧਰਤੀ ਤੋਂ ਜਦੋਂ ਵੀ ਇੱਕ ਬੰਦਾ ਨਿਕਲ ਜਾਂਦਾ ਹੈ ਤੇ ਬੜਾ ਵਧੀਆ ਜਿਹੜਾ ਮੁਹੂਰਤ ਬਣ ਜਾਂਦਾ। ਔਰ ਮੁਹੂਰਤ ਜਦੋਂ ਬਣ ਗਿਆ ਤੇ ਫਿਰ ਉਦੋਂ ਸਾਡੇ ਵਰਗਿਆਂ ਦਾ ਵੀ ਤੁੱਕਾ ਚੱਲ ਜਾਂਦਾ। ਹੁਣ ਪੁਲ ਬਣ ਗਿਆ, ਜਦੋਂ ਪੁਲ ਬਣਾਈਦਾ ਹੈ ਬੜੀ ਮਿਹਨਤ ਕਰਨੀ ਪੈਂਦੀ ਆ, ਕਿਉਂਕਿ ਪਹਿਲੀ ਵਾਰੀ ਬਣਨਾ ਨਾ ਉਹ। ਪਰ ਜਦੋਂ ਪੁਲ ਬਣ ਗਿਆ, ਮੁੜ ਕੇ ਤੇ ਮੇਰੇ ਵਰਗਾ ਟਾਂਗਾ ਲੈ ਕੇ ਵੀ ਲੰਘ ਜਾਂਦਾ, ਜ਼ੋਰ ਲਾਉਣ ਦੀ ਲੋੜ ਹੀ ਨਹੀਂ। ਬਸ ਭਾਵੇਂ ਵਜਨ ਲੱਦਿਆ ਹੋਵੇ ਉਹ ਵੀ ਨਿਕਲ ਜਾਂਦਾ। ਕੀ ਕਹਿੰਦੇ ਨੇ ਜੀ ਸਾਹਿਬ? ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਹਾਂ, ਤੇ ਗੱਲ ਤੇ ਸੁਭਾਗਾ ਤਾਂਹੀਓ ਤੇ ਕਹਿੰਦੇ ਆ ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ। ਉਹ ਜਿਹੜੇ ਬੰਦੇ ਦੇ ਘਰ ਪੰਜ ਸ਼ਬਦ ਵੱਜਣ ਡੈ ਪਿਆ, ਪਰ ਉਹਨੂੰ ਜੁੱਤੀ ਦਾ ਤੇ ਪਤਾ ਲੱਗ ਗਿਆ ਨਾ। ਹਾਂ, ਗੱਲ ਤੇ ਉਹਦੀ ਹੈ ਨਾ, ਐਵੇਂ ਥੋੜੀ ਲੋਕਾਂ ਦੇ ਘਰਾਂ 'ਚ ਉਹ ਨਾਦ ਵੱਜਣ ਡੈ ਪੈਂਦਾ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ। ਉਹ ਥੋੜੀ ਉਹ ਜੋਗੀਆਂ ਨੇ ਉਹ
ਉਹ ਵਜਾਉਂਦੇ ਇਤਨਾ ਬਾਜੇ ਕਿੰਗਰੀ ਜੋਗੀ, ਇਹ ਤਾਂ ਨਹੀਂ ਕਿੰਗਰੀ ਵੱਜਦੀ, ਉਹਦੇ ਜਿਹੜੀ ਅਸਲੀ ਵੱਜ ਗਈ ਉਹ ਤੇ ਬੜੀ ਵੱਡੀ ਗੱਲ ਹੋ ਗਈ। ਬਿਲਕੁਲ ਸਹੀ ਗੱਲ ਹੈ। ਗੱਲਾਂ ਤੇ ਸੁਣੀਆਂ ਨਾ ਕਿ ਲੈਟਰੀ ਨਿਕਲਦੀ ਆ, ਲਾਟਰੀ ਪਾਉਂਦੇ ਵੀ ਆ, ਪਰ ਜਿਹਦੀ ਲਾਟਰੀ ਨਿਕਲ ਗਈ ਤੇ ਆਸ ਵੱਜ ਗਈ ਬਈ ਇੱਕ ਦੀ ਨਿਕਲੀ ਆ, ਹੁਣ ਅਸੀਂ ਵੀ ਥੋੜੀ ਕੋਸ਼ਿਸ਼ ਕਰਦੇ ਹਾਂ ਸਾਡੀ ਵੀ ਨਿਕਲ ਸਕਦੀ ਹੈ। ਉਹ ਕਹਿਣ ਤੋਂ ਭਾਵ ਆ ਕਿ ਇੱਕ ਬੰਦਾ ਉਹ ਚੀਜ਼ ਨੂੰ ਲੈ ਲੇ, ਅਸਲੀ ਵਿੱਚ ਲੈ ਲੇ, ਉਹ ਬੜੀ ਵੱਡੀ ਗੱਲ ਹੋ ਗਈ। ਤੇ ਇਹ ਬਾਣੀ ਤੇ ਕਹਿੰਦੇ ਫਿਰ ਉਹ ਕਹਿੰਦੇ ਜਦੋਂ ਉਹ ਨਾਦ ਵੱਜਦਾ, ਜਦੋਂ 5 ਸ਼ਬਦ ਵੱਜਦੇ ਆ, ਫਿਰ ਕੀ ਹੁੰਦਾ, ਇਹ ਜਿਹੜੀਆਂ ਇੰਦਰੀਆਂ ਸਾਡੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਦਾ ਕਰਤਾ ਜਿਹੜਾ ਮਨ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਇੱਕ ਮਿਸ਼ਰਣ ਆ, ਇੱਕ ਮਿਲਣ ਆ, ਉਹ ਸਾਰਾ ਇੱਕ ਮਿਕਸਚਰ ਹੈ, ਤੇ ਉਹ ਕੀ ਹੁੰਦਾ, ਉਹ ਫਿਰ ਸ਼ਾਂਤ ਹੋ ਜਾਂਦਾ। ਬਿਲਕੁਲ। ਉਹ ਜਿੰਨਾ ਚਿਰ ਤੱਕ ਮਨ ਹੈਗਾ ਤਦ ਤੱਕ ਸੰਸਾਰ ਹੈਗਾ, ਜਦੋਂ ਮਨ ਗਿਆ ਤਾਂ ਸੰਸਾਰ ਵੀ ਗਿਆ। ਮਨ ਦੇ ਕਰਕੇ ਹੀ ਹੈ ਸੰਸਾਰ। ਜਦੋਂ ਮਨ ਅੰਤਰਮੁਖੀ ਹੋ ਗਿਆ, ਇਹਨੇ ਸੰਸਾਰ ਨੂੰ ਵੇਖਣਾ ਨਹੀਂ, ਮੁੜ ਕੇ ਇਹਨੇ ਨਹੀਂ ਜਾਣਾ। ਇਹ ਹਜੇ ਕਿਉਂ ਭਟਕ ਰਿਹਾ, ਕਿਉਂਕਿ ਇਹ ਰੁੱਖ ਨੂੰ ਛੱਡਿਆ, ਇਹਨੇ ਆਤਮਾ ਰੂਪੀ ਰੁੱਖ ਨੂੰ ਛੱਡ ਕੇ ਭੱਜਾ ਫਿਰਦਾ। ਤੇ ਜਦੋਂ ਇਹਨੇ ਧੁੱਪੇ ਵੇਖ ਲਿਆ, ਧੁੱਪ ਤੇ ਕੁਛ ਪ੍ਰਾਪਤ ਨਹੀਂ ਹੋਇਆ, ਫਿਰ ਇਹਨੇ ਛਾਂ ਦੇ ਥੱਲੇ ਆ ਕੇ ਬਹਿਣਾ, ਆਤਮਾ ਰੂਪੀ ਛਾਂ ਦੇ ਜਦੋਂ ਬਹਿ ਗਿਆ ਫਿਰ ਇਹਨੇ ਉੱਠਣਾ ਹੀ ਉੱਥੋਂ। ਤਾਂ ਤੂੰ ਬਾਣੀ ਕਹਿੰਦੇ ਨੇ, ਉਹ ਰਾਮਾਨੰਦ ਜੀ ਕਹਿੰਦੇ ਆ, ਕਿਤ ਜਾਈਏ ਜੀ ਘਰ ਲਾਗੇ ਰੰਗ, ਉਹ ਬੋਲਦੇ ਨੇ ਤੇ ਸਭ ਤੋਂ ਹਾਂ, ਕਤ ਜਾਈਏ ਰੇ ਘਰੇ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ। ਹਾਂਜੀ ਵੀਰ ਜੀ। ਹਾਂ, ਉਹ ਕਹਿੰਦੇ ਚਿੱਤ ਨਾ ਚੱਲੇ, ਕਿਉਂ ਚੱਲੂਗਾ ਚਿੱਤ? ਚਿੱਤ ਨੇ ਆਪਣਾ ਸਰੂਪ ਵੇਖ ਲਿਆ, ਉੱਥੇ ਥੀਏਟਰ ਹੈ, ਥੀਏਟਰ ਦਾ ਪੜਦਾ ਔਰ ਤੇ ਕੇਵਲ ਚਿੱਤਰ ਬਣਦੇ ਆ, ਟੀਵੀ ਨਹੀਂ ਹੈਗਾ, ਉਹ ਭਰਮ ਸੀ। ਉਹ ਜਦੋਂ ਇਹਨੂੰ ਗਿਆਨ ਹੋ ਗਿਆ, ਉਹਦੇ ਚਿੱਤ ਤੇ ਵਿਚਾਰ ਨੇ ਟਿਕਣਾ ਹੀ ਨਹੀਂ, ਮੁੜ ਕੇ ਸੰਸਾਰ ਰਹੂਗਾ, ਸਭ ਕੁਛ ਆਊ ਜਾਊਗਾ, ਪਰ ਉਹ ਇੱਕ ਦਰਪਣ ਆ, ਸ਼ੀਸ਼ਾ। ਜਿੱਦਾਂ ਸ਼ੀਸ਼ਾ ਕੋਈ ਚੀਜ਼ ਨੂੰ ਫੜਦਾ, ਦੱਸੋ ਮੈਨੂੰ, ਨਹੀਂ ਫੜਦਾ, ਉਸੇ ਤਰ੍ਹਾਂ ਸਾਡਾ ਚਿੱਤ ਹੈ। ਇਹ ਚਿੱਤ ਜਦੋਂ ਨਿਰਬੀਜ ਹੋ ਗਿਆ, ਇਹ ਉਹਦੀ ਵਸਤ ਹੈ। ਉਹ ਕਹਿੰਦੇ ਕਿੱਥੇ ਜਾਣਾ ਮੈਂ, ਘਰੇ ਲੱਗ ਗਿਆ ਰੰਗ। ਇਸੇ ਤਰ੍ਹਾਂ ਜਦੋਂ ਤੁਹਾਡੀ ਸੁਰਤੀ ਆਤਮ ਤੱਤ ਇਕਾਗਰ ਹੋ ਗਈ ਤੇ ਘਰੇ ਰੰਗ ਲੱਗ ਜਾਣਾ। ਉਹ ਜਿਹੜੀ ਗ੍ਰੰਥਾਂ ਦੇ ਵਿੱਚ ਚੀਜ਼ਾਂ ਲਿਖੀਆਂ ਨੇ, ਉਹ ਸਾਡੇ ਜੀਵਨ ਚ ਸਾਰੀਆਂ ਆਉਣ ਲੱਗ ਪੈਣੀਆਂ। ਹਾਂਜੀ ਨੇ ਜਗ੍ਹਾ ਅੱਗੇ ਤੁਰ ਕਰਮ ਪਾਇਆ ਤੁਧ ਇਹ ਜਿਹੜੇ ਪੰਜ ਤੂਤ ਜਿਹੜੇ ਨਾ, ਤੇ ਕਾਲ ਨੇ ਇਹਨਾਂ ਤੂਤਾਂ ਦੇ ਨਾਲ ਹੀ ਤੇ ਜੀਵ ਨੂੰ ਫੜਿਆ। ਬਿਲਕੁਲ। ਤੇ ਫਿਰ ਉਹ ਜਦੋਂ ਇਹ ਦੂਤ ਹੀ ਮਰ ਕੇ ਇਹ 4 ਜਿਹੜੀਆਂ ਚੇਨਾਂ ਖੁੱਲ ਗਈਆਂ, ਤੇ ਕਾਲ ਤੋਂ ਆਪਾਂ ਮੁਕਤ ਹੋ ਜਾਣਾ। ਕਾਲ ਤੋਂ ਭਾਵ ਜਿਹੜੀ ਕਿਰਿਆ, ਜਿਹੜੀ ਖੂਹ ਦੀ ਟਿੰਡ ਵਾਲੀ ਕਿਰਿਆ, ਉਹ ਬੰਦ ਹੋ ਜਾਣੀ। ਹਾਂਜੀ ਨਿਜਰ ਸਾਹਿਬ। ਕਾਲ ਮਤਲਬ ਪ੍ਰਕਿਰਤੀ ਕਹਿ ਲਓ, ਕਾਲ ਮਤਲਬ ਮਾਇਆ ਕਹਿ ਲਓ, ਜੋ ਮਰਜ਼ੀ ਕਹਿ ਲਓ। ਕਾਲ ਤੋਂ ਕਹਿਣ ਤੋਂ ਭਾਵ ਹੈ ਕਿ ਆਪਾਂ ਸਮੇਂ ਚ ਘੁੰਮ ਰਹੇ ਹਾਂ, ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਗਤੀ ਚ ਹਾਂ, ਜਿਹੜੀ ਉਹ ਗਤੀ ਆਪਣੀ ਰੁਕ ਜਾਣੀ ਤੇ ਕਾਲ ਤੋਂ ਮੁਕਤ ਹੋ ਜਾਣਾ। ਹਾਂਜੀ ਹਾਂਜੀ। ਤੇ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿੰਦੇ ਤੇਰੇ ਵੱਲੋਂ ਵੀ, ਮਾਲਕ ਵੱਲੋਂ ਵੀ ਬਖਸ਼ਿਸ਼ ਹੋਈ ਆ, ਮਾਲਕ ਨੇ ਵੀ ਮਿਹਰ ਕੀਤੀ ਆ ਭਾਈ, ਉਹ ਨਾਮ ਦੇ ਨਾਲ ਲੱਗਦੇ ਆ। ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰੇ ਅਨਹਦ ਵਾਜੇ। ਉੱਥੇ ਹੀ ਸੁੱਖ ਹੁੰਦਾ ਹੈ। ਮਹਾਰਾਜ ਕਹਿੰਦੇ ਆ ਤੀਸਰੀ ਪਾਤਸ਼ਾਹੀ, ਬਈ ਜਿਨ੍ਹਾਂ ਦੇ ਘਰ ਦੇ ਵਿੱਚ ਅਨਹਦ ਸ਼ਬਦ ਵੱਜਦੇ ਆ, ਉੱਥੇ ਸੁੱਖ ਹੋਣਾ ਲਾਜ਼ਮੀ ਹੈ, ਸ਼ਾਂਤੀ ਹੋਣੀ ਲਾਜ਼ਮੀ ਹੈਗੀ। ਹਾਂਜੀ ਵੀਰ ਜੀ। ਇਹ ਜਿਹੜੇ 5 ਜਿਹੜੇ ਹੈਗੇ ਆਪਾਂ ਹਮੇਸ਼ਾ ਹੀ ਪੜ੍ਹਦੇ ਸੀਗੇ, ਇਸ ਤੋਂ ਬਾਅਦ ਆਖਰੀ ਪੜ੍ਹ ਲੈਂਦੇ ਸੀਗੇ ਬਸ। ਇਹ ਪਏ, ਮੈਂ ਕਿਹਾ ਵੀ ਇਹ ਪੂਰੇ ਹੋ ਜਾਣ ਨਾ, ਤੇ ਇਹ ਤਾਂ ਹਰੇਕ ਨੂੰ ਯਾਦ ਹੀ ਹੈਗੇ। ਹਾਂ, ਬਹੁਤ ਵਧੀਆ ਜੀ, ਬਹੁਤ ਹੋ ਗਏ ਪੂਰੇ। ਹਾਂਜੀ ਪੂਰੇ ਹੋ ਗਏ ਜੀ। ਅੱਗੇ ਤੋਂ ਫਿਰ ਸ਼ੁਰੂ ਹੋ ਜਾਂਦੀ ਹੈ ਬਈ, ਅੱਗੇ ਪੂਰੇ ਜਿਹੜੇ ਹੈਗੇ ਯਾਤਰਾ ਵਿਸਤਾਰ ਦੇ ਨਾਲ ਸ਼ੁਰੂ ਹੋਊਗੀ। ਠੀਕ ਹੈ। ਹਾਂਜੀ ਵੀਰ, ਕੋਈ ਨਹੀਂ, ਫੇਰ ਕਰ ਲਾਂਗੇ। ਠੀਕ ਹੈ। ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਤੇ ਸੁਖ ਹੋ ਜਾਂਦਾ ਹੈ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਹੈ ਤੇ ਪਰਮਾਤਮਾ ਦੀ ਮਿਹਰ ਹੈ। ਬਿਲਕੁਲ। ਜੇ ਕਹਿੰਦੇ ਆ ਜੇ ਮਾਨੋ ਤੇ ਗੰਗਾ ਮਾਤਾ ਤੇ ਨਹੀਂ ਤੂੰ ਬਹਿਤਾ ਪਾਣੀ, ਜੇ ਮਾਨੀ ਤੇ ਆੜੀ ਸੰਗਤ ਹੈ, ਉਹਦੀ ਕਿਰਪਾ ਹੈ। ਕਿੱਥੇ ਕਿੱਥੇ ਬੈਠੇ ਆ, ਉਹਦੀ ਕਿਰਪਾ ਹੈ। ਉਹ ਸਾਨੂੰ ਬੰਨ ਕੇ ਪਾਇਆ ਹੈ, ਉਹਦੀ ਕਿਰਪਾ ਕਹਿ ਲਈਏ। ਬਿਲਕੁਲ। ਜੇ ਨਹੀਂ ਕਹਿ ਲਈਏ ਤੇ ਓਦਾਂ ਹੀ ਬੈਠੇ ਵਿਹਲੇ ਹੈਗੇ, ਇਹ ਤੇ ਸਾਡੀ ਸੋਚ ਤੇ ਹੈ ਨਾ, ਇੱਥੇ ਦੀ ਕਿਰਪਾ ਹੀ ਹੈ ਮੇਰੇ ਹਿਸਾਬ ਨਾਲ। ਕਿੱਥੇ ਸੰਜੋਗ ਬਣਿਆ, ਕਿੱਥੋਂ ਆਪਾਂ ਇਕੱਠੇ ਹੋਏ ਫਿਰਦੇ ਹਾਂ, ਇੱਥੇ ਕੋਈ ਉਹਦੀ ਕਿਰਪਾ ਹੀ ਹੈ। ਉਹ ਤੇ ਕੋਈ ਉਹਦੀ ਕਿਰਪਾ ਤੋਂ ਬਿਨਾਂ ਤੇ ਕੁਛ ਨਹੀਂ ਹੋ ਸਕਦਾ। ਉਹ ਇਹ ਬਹੁਤ ਵਧੀਆ ਸੰਜੋਗ ਬਣਿਆ ਨਿਜਰ ਸਾਹਿਬ, ਬਹੁਤ ਜੀ। ਲਗਾਤਾਰ ਚੱਲ ਰਿਹਾ ਹੈ। ਮੈਂ ਤਾਂ ਕਹਿੰਦਾ ਲਗਾਤਾਰ ਮਾਲਕ ਪਰਮਾਤਮਾ ਇਸ ਤਰ੍ਹਾਂ ਜਿਹੜੇ ਜਿਸ ਤਰ੍ਹਾਂ ਕਹਿੰਦੇ ਛੈਬਰ ਲਾਈ ਆ,
ਇਹ ਮੀਂਹ ਜਿਹੜਾ ਹੈਗਾ ਇੰਨਾ ਜ਼ਬਰਦਸਤ ਵਰ ਰਿਹਾ ਹੈ, ਪਤਾ ਨਹੀਂ ਮਾਲਕ ਦੀ ਮਿਹਰ ਇੰਨੀ ਜ਼ਬਰਦਸਤ ਹੈ ਭਾਈ। ਇਹ ਸਮਾਂ ਵੀ ਐਸਾ ਹੈ, ਕਰੋਨਾ ਵਾਲਾ ਸਮਾਂ ਹੈਗਾ, ਬਹੁਤ ਸਾਰਿਆਂ ਨੂੰ ਫ੍ਰੀ ਹੈਗੇ, ਸਾਰਾ ਟਾਈਮ ਹੈਗਾ ਸਾਰਿਆਂ ਦੇ ਕੋਲ। ਨਿੱਜਰ ਸਾਹਿਬ ਮੈਂ ਤੇ ਹੈਰਾਨ ਹੁੰਦਾ, ਪਹਿਲਾਂ ਜਿਹੜੇ ਬ੍ਰਹਮ ਗਿਆਨੀ ਬਣੇ ਉਹਨਾਂ ਨੂੰ ਪੁੱਛੋ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ, ਕਿੱਦਾਂ ਕਿੱਥੇ ਕਿੱਥੇ ਲੱਭ ਲੱਭ ਕੇ ਗਿਆਨ ਪ੍ਰਾਪਤ ਕੀਤਾ। ਅੱਜ ਵੇਖੋ ਉਹ ਗਿਆਨ ਆਪਣੇ ਘਰਾਂ 'ਚ ਹੀ ਆ ਗਿਆ। ਬਿਲਕੁਲ ਕਿੰਨੀ ਵੱਡੀ ਗੱਲ ਹੈ। ਬਿਲਕੁਲ ਕਿਤੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਤੇ ਪਲੇਟਾਂ ਮਜਾਈ ਜਾਂਦੇ ਲੋਕਾਂ ਨੂੰ। ਬਿਲਕੁਲ ਗੜਵੇ ਮਜਾਈ ਉਹਨਾਂ ਕੋਲ ਜਾਂਦੇ, ਹੈ ਵੀ ਨਹੀਂ, ਬਿਲਕੁਲ ਹੈ ਵੀ ਕੁਛ ਨਹੀਂ। ਗੜਵੇ ਮਜਾਉਂਦੇ ਸੀ, ਗੜਵੇ ਗੜਵੇ ਮਜਾ ਕੇ ਬੰਦੇ ਦਾ ਦਿਮਾਗ ਦਰੁਸਤ ਕਰਦੇ। ਅੱਜ ਵੇਖੋ ਕਿੰਨੀ ਆਪਣੀ ਕਿਸਮਤ ਚੰਗੀ, ਉਹ ਗਿਆਨ ਸਾਨੂੰ ਸਾਡੇ ਘਰਾਂ 'ਚ ਹੀ ਆ ਗਿਆ ਔਰ ਸਾਡੀ ਕਰਮੀ ਹੈ। ਮੈਂ ਤਾਂ ਸੋਚਦਾ ਬਹੁਤ ਵੱਡੀ ਗੱਲ ਹੈ। ਹਾਂ ਨਿੱਜਰ ਸਾਹਿਬ ਅੱਜ ਦੇ ਵਿਚਾਰੇ ਇੱਥੇ ਸਮਾਪਤ ਕਰ ਹਾਂਜੀ ਬਿਲਕੁਲ ਜੀ, ਬਿਲਕੁਲ ਠੀਕ ਹੈ ਨਿੱਜਰ ਸਾਹਿਬ। ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ ਦੀ ਵਿਚਾਰ ਤਾਂ ਬਹੁਤ ਕਮਾਲ ਦੇ ਵਿਚਾਰ ਹੈ ਜੀ। ਇਹ ਤਾਂ ਬਾਣੀ ਹਰੇਕ ਨੂੰ ਯਾਦ ਆ। ਔਰ ਦੇਖੋ ਇਹਦੇ ਜਿਹੜੇ ਹੈਗੇ ਬਾਣੀ ਕਹਿੰਦੀ ਕੀ ਹੈ, ਦੇਖੋ ਕਿੰਨਾ ਜਿਹੜਾ ਹੈਗਾ ਇਹ ਕਿੰਨਾ, ਤਾਂ ਹੀ ਤਾਂ ਇਹਨੂੰ ਬਾਰ-ਬਾਰ ਜਿਹੜਾ ਹੈਗਾ ਹਰੇਕ ਮੌਕੇ ਤੇ ਮਹਾਰਾਜ ਕਹਿੰਦੇ ਆ ਭਾਈ ਯਾਤਰਾ ਸ਼ੁਰੂ ਕਰ। ਹਰੇਕ ਮੌਕੇ ਤੇ ਜਿਹੜਾ ਆਪਾਂ ਨੂੰ ਰਿਮਾਈਂਡ ਕਰਾਉਂਦੇ ਆ, ਪਰ ਐਸੇ ਆਪਾਂ ਵੀ ਐਸੇ ਢੀਠ ਹੈਗੇ ਆ, ਕਹਿੰਦੇ ਅਸੀਂ ਸੁਣ ਕੇ ਬਸ ਇਹੀ ਖੁਸ਼ੀ ਕਿਹੜਾ ਕਰੀ ਜਾਣਾ ਹੈ ਬਸ। ਬਾਕੀ ਇਹਨੂੰ ਬੱਚੇ ਦਾ ਜਨਮ ਦਿਨ ਹੋ ਗਿਆ, ਕਿਸੇ ਦਾ ਕੁਛ ਹੋ ਗਿਆ, ਕਿਸੇ ਦਾ ਕੁਛ ਹੋ ਗਿਆ, ਹਰੇਕ ਤੇ ਆਪਾਂ ਨੇ ਇਹਨੂੰ ਬਾਣੀ ਨੂੰ ਪੜ੍ਹ ਲੈਣਾ ਹੈ, ਪਰ ਇਹ ਕੰਮ ਨਹੀਂ ਕਰਨਾ ਜੋ ਇਹ ਬਾਣੀ ਕਹਿ ਰਹੀ ਹੈ। ਹਾਂ ਚਲੋ ਬਹੁਤ ਵਧੀਆ। ਠੀਕ ਹੈ ਸਾਧ ਸੰਗਤ ਜੀ, ਅੱਜ ਦੇ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਤੇ ਭੰਗ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਮੇਰੇ ਮਾਲਿਕ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਭੁੱਲਾਂ ਹੋ ਗਈਆਂ। ਨਜ਼ਾਣ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਮੇਰੇ ਮਾਲਿਕ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਮੇਰੇ ਮਾਲਿਕ। ਮੇਰੇ ਪਿਤਾ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ। ਘਰ ਵਿੱਚ ਸੁੱਖ ਸ਼ਾਂਤੀ ਦੇ ਨਿਰੋਗਤਾ ਤੰਦਰੁਸਤੀ ਬਖਸ਼ਣੀ ਮੇਰੇ ਪਿਤਾ। ਮਿਹਰ ਕਰੋ ਮੇਰੇ ਮਾਲਿਕ। ਮੇਰੇ ਪਿਤਾ ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਆਪ ਜੀ ਸਾਡਾ ਮਾਰਗ ਦਰਸ਼ਨ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ
ਅੱਜ 10 ਕੁ ਮਿੰਟ ਲੱਗ ਜਾਣੇ ਆ, ਆਪਾਂ ਗਹਿਰੀ ਸਮਾਧੀ 'ਚ ਜਾ ਰਹੇ ਹਾਂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ